ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਨਰਿੰਦਰ ਸੱਤੀ ਜੀ, ਸੀਨੀਅਰ ਜਰਨਲਿਸਟ। ਸੋ ਤੁਹਾਡਾ ਸਾਰਿਆਂ ਦਾ ਸਵਾਗਤ ਖਬਰ ਜੰਕਸ਼ਨ ਦੇ ਵਿੱਚ। ਸੋ ਸੱਤੀ ਸਾਹਿਬ, ਅੱਜ ਤੇ ਕਾਫੀ ਜ਼ਿਆਦਾ ਨਿਊਜ਼ ਨੇ, ਕਾਫੀ ਜ਼ਿਆਦਾ ਗਰਮਾ ਗਰਮੀ ਹੈ ਪੂਰੇ ਭਾਰਤ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ। ਤਾਂ ਸਭ ਤੋਂ ਜ਼ਿਆਦਾ ਜਿਹੜਾ ਮਾਹੌਲ ਗਰਮਾਇਆ ਹੋਇਆ ਹੈ ਅਗਨੀਪਥ, ਜਿਹੜੀ ਨਵੀਂ ਸਕੀਮ, ਨਵੀਂ ਯੋਜਨਾ ਲੈ ਕੇ ਆਈ ਹੈ ਕੇਂਦਰ ਸਰਕਾਰ ਆਰਮੀ ਦੇ ਵਿੱਚ ਭਰਤੀ ਨੂੰ ਲੈ ਕੇ। ਨਿੰਦਾ ਵੀ ਹੋ ਰਹੀ ਹੈ ਤੇ ਸ਼ਲਾਘਾ ਵੀ ਹੋ ਰਹੀ ਹੈ। ਪਹਿਲਾਂ ਤੁਸੀਂ ਗੱਲ ਕੀਤੀ ਨਾ ਵੀ ਅੱਜ ਖਬਰਾਂ ਵਾਲੀਆਂ। ਹਾਂਜੀ, ਕਈ ਵਾਰੀ ਸੰਜੀਵ ਜੀ ਹੁੰਦਾ ਵੀ ਖਬਰਾਂ ਨਹੀਂ ਥਿਆਉਂਦੀਆਂ ਹੁੰਦੀਆਂ ਵੀ ਯਾਰ ਅੱਜ ਗੱਲ ਕਾਹਦੇ ਤੇ ਕਰਨੀ ਆ। ਬਿਲਕੁਲ ਸਹੀ ਗੱਲ ਹੈ। ਜਾਂ ਆਪਾਂ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਅੱਜ ਕਾਹਦੇ ਬਾਰੇ ਦੱਸੀਏ, ਕੀ ਗੱਲ ਕਰੀਏ। ਹਾਂਜੀ ਹਾਂਜੀ। ਸੋ ਅੱਜ ਸੁੱਖ ਨਾਲ ਖਬਰਾਂ ਬਥੇਰੀਆਂ ਆ ਤੇ ਆਪਾਂ ਦੇਖਦੇ ਆ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਕਿੰਨੀਆਂ ਕੁ ਤੇ ਵਿਚਾਰ ਹੁੰਦਾ। ਗੱਲ ਤੁਸੀਂ ਕੀਤੀ ਆ ਅਗਨੀਪਥ ਦੀ, ਅਗਨੀਵੀਰਾਂ ਦੀ। ਸਭ ਤੋਂ ਪਹਿਲਾਂ ਤਾਂ ਆਪਾਂ ਪੰਜਾਬ ਦੀ ਗੱਲ ਲੈਂਦੇ ਹਾਂ ਵੀ ਜਿਹੜਾ ਹੁਣ ਬਜਟ ਸੈਸ਼ਨ ਆਪਣਾ ਅਸੈਂਬਲੀ ਦਾ ਸ਼ੁਰੂ ਹੋਣਾ ਹੈ। ਹਾਂਜੀ, ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਆ ਵੀ ਉਹਦੇ 'ਚ ਮਤਾ ਲਿਆਂਦਾ ਜਾਊਗਾ, ਇਸ ਤਰ੍ਹਾਂ ਦੀ ਸੰਭਾਵਨਾ ਆ। ਠੀਕ ਹੈ, ਤਾਂ ਉਹ ਮਤਾ ਲਿਆਂਦਾ ਜਾਊਗਾ ਇਹਦੇ ਖਿਲਾਫ, ਅਗਨੀਪਥ ਜੋ ਵੀ ਸਕੀਮ ਹੈਗੀ ਫੌਜ ਭਰਤੀ ਦੀ ਹੈ ਨਾ। ਜੀ। ਤੇ ਜਿਹੜਾ ਕੱਲ ਇੱਕ ਉਹਨਾਂ ਦੇ ਰੋਡ ਸ਼ੋਅ ਦੌਰਾਨ ਸੰਗਰੂਰ 'ਚ ਇੱਕ ਨੌਜਵਾਨ ਨੇ ਉਹਨਾਂ ਨੂੰ ਰੋਕ ਕੇ ਥੋੜ੍ਹਾ ਇਹਦੇ ਖਿਲਾਫ ਵੀ ਬੋਲਿਆ ਵੀ ਤੁਸੀਂ ਕਿੱਦਾਂ ਇੱਦਾਂ ਇਹ ਸਕੀਮ ਦਾ ਵਿਰੋਧ ਕਰ ਰਹੇ ਹੋ ਨਾ। ਪਰ ਦੇਸ਼ ਭਰ ਦੇ ਵਿੱਚ ਆਪਣੇ ਜਲੰਧਰ ਤੋਂ ਸ਼ੁਰੂ ਹੋ ਕੇ ਹਾਂਜੀ ਸ਼ਾਇਦ ਹੀ ਕੋਈ ਸੂਬਾ ਬਚਿਆ ਹੋਵੇ ਜਿੱਥੇ ਇਹਦੀ ਖਿਲਾਫਤ ਨਾ ਹੋਈ ਹੋਵੇ, ਇਹਦਾ ਵਿਰੋਧ ਨਾ ਹੋਇਆ ਹੋਵੇ। ਖਾਸ ਕਰਕੇ ਜਿਹੜਿਆਂ ਸੂਬਿਆਂ ਦੇ ਵਿੱਚੋਂ ਸਭ ਤੋਂ ਵੱਧ ਫੌਜ ਦੇ ਵਿੱਚ ਭਰਤੀ ਹੁੰਦੀ ਆ, ਨੰਬਰ 1 ਤੇ ਉੱਤਰ ਪ੍ਰਦੇਸ਼, ਹਾਂਜੀ, ਨੰਬਰ 2 ਤੇ ਆਪਾਂ ਹੋ ਗਏ ਪੰਜਾਬ, ਔਰ ਨੰਬਰ 3 ਤੇ ਹਰਿਆਣਾ ਹੋ ਗਿਆ। ਇੱਥੇ ਸਭ ਤੋਂ ਵੱਧ ਵਿਰੋਧ ਹੋਇਆ। ਫਿਰ ਤੁਸੀਂ ਉੜੀਸਾ ਦੇਖ ਲਓ, ਛੱਤੀਸਗੜ੍ਹ ਦੇਖ ਲਓ, ਮੱਧ ਪ੍ਰਦੇਸ਼ ਦੇਖ ਲਓ, ਰਾਜਸਥਾਨ ਦੇਖ ਲਓ, ਕੋਈ ਸੂਬਾ ਉਸ ਜਿਹੜਾ ਖਿਲਾਫਤ ਤੋਂ ਅਣਭਿੱਜ ਨਹੀਂ ਰਿਹਾ। ਵੱਡੇ ਪੱਧਰ ਤੇ ਸਾੜ ਫੂਕ, ਅਗਜਨੀ, ਸੈਂਕੜੇ ਗੱਡੀਆਂ ਦੇ ਜਿਹੜੇ ਰੂਟ ਰੱਦ ਹੋਏ ਨੇ ਤੇ ਅਜੇ ਤੱਕ ਵਿਰੋਧ ਚੱਲ ਰਿਹਾ। ਪਰ ਮੈਂ ਹੈਰਾਨ ਆ ਸੰਜੀਵ ਜੀ, ਜਿਹੜੀ ਸਭ ਤੋਂ ਜ਼ਿਆਦਾ ਅੱਖਰ ਦੀ ਗੱਲ ਨਾ, ਹਾਂਜੀ, ਉਹਦੇ ਬਾਰੇ ਬੜੇ ਲੋਕਾਂ ਨੇ ਬਿਆਨ ਵੀ ਦਿੱਤੇ ਆ, ਵਿਰੋਧੀ ਧਿਰ ਦੇ ਆਗੂਆਂ ਨੇ, ਕੁਛ ਹੋਰ ਵੀ ਹੋਇਆ। ਪਰ ਜੇ ਆਪਾਂ ਉਹਨੂੰ ਜਨਰਲਾਈਜ਼ ਕਰੀਏ ਤਾਂ ਉਹਦੇ 'ਚ ਇਹ ਕਿਹਾ ਗਿਆ ਵੀ ਫੌਜ ਦੇ ਜਿਹੜੇ ਤਿੰਨੇ ਮੁਖੀ ਆ, ਜਿਹੜੇ ਆਪਣੀਆਂ ਹਥਿਆਰਬੰਦ ਸੈਨਾਵਾਂ, ਚਾਹੇ ਉਹ ਮਤਲਬ ਸਮੁੰਦਰੀ ਫੌਜ ਆ, ਹਵਾਈ ਸੈਨਾ ਹੋ ਗਈ, ਠੀਕ ਹੈ, ਥਲ ਸੈਨਾ ਹੋ ਗਈ, ਉਹਨਾਂ ਦੇ ਮੁਖੀ ਜਿਹੜੇ ਆ ਉਹ ਪ੍ਰਧਾਨ ਮੰਤਰੀ ਦੇ ਬਿਆਨ ਦੇ ਹਮਾਇਤ ਵਿੱਚ ਨਿਤਰਿਆ ਹੈ ਨਾ। ਔਰ ਸ਼ਾਇਦ ਕਦੀ 75 ਸਾਲਾਂ 'ਚ ਪਹਿਲੀ ਵਾਰੀ ਹੋਇਆ ਹੋਵੇ ਵੀ ਤਿੰਨੇ ਜਿਹੜੇ ਆ ਉਹ ਸੈਨਾਵਾਂ ਦੇ ਮੁਖੀ ਉਹ ਪ੍ਰਧਾਨ ਮੰਤਰੀ ਦੀ ਇਸ ਹੱਦ ਤੱਕ ਸਪੋਰਟ ਕਰਨ ਜਾਣ। ਇਹਦਾ ਜਿਹੜਾ ਵਿਰੋਧੀ ਧਿਰ ਬਹੁਤ ਇਸ ਗੱਲ ਨੂੰ ਝੁਕ ਰਹੀ ਆ, ਉਛਾਲ ਰਹੀ ਆ, ਹੈ ਨਾ, ਵੀ ਸੈਨਾਵਾਂ ਦੇ ਮੁਖੀਆਂ ਨੂੰ ਇਹ ਕੀ ਲੋੜ ਪੈ ਗਈ, ਮਤਲਬ ਪੈਂਦੀ ਸੱਟੇ ਉਹ ਪ੍ਰਧਾਨ ਮੰਤਰੀ ਦੀ ਬਿਆਨ ਦੀ ਪ੍ਰੋੜਤਾ ਕਰਨ, ਹੈ ਨਾ। ਤੇ ਦੂਸਰੀ ਗੱਲ ਆ ਪਈ ਭਰਤੀ ਲਈ ਸ਼ਡਿਊਲ ਜਾਰੀ ਹੋ ਗਿਆ। ਪ੍ਰਧਾਨ ਮੰਤਰੀ ਕਹਿੰਦੇ ਆ ਪਈ ਇਹ ਜਿਹੜੇ ਕਹਿੰਦੇ ਹੁੰਦੇ ਆ ਪਈ ਔਲੇ ਦਾ ਖਾਧਾ ਤਾਂ ਸਿਆਣੇ ਦਾ ਕਿਹਾ ਆ, ਉਹ ਬਾਅਦ 'ਚ ਪਤਾ ਲੱਗਦਾ ਹੁੰਦਾ ਵੀ ਇਸ ਸਕੀਮ ਦੇ ਜਿਹੜੇ ਫਾਇਦੇ ਨੇ ਉਹ ਜਿਹੜਾ ਆ ਉਹ ਬਾਅਦ ਦੇ ਵਿੱਚ ਪਤਾ ਲੱਗਣਗੇ। ਠੀਕ ਹੈ, ਤਾਂ ਵਿਰੋਧੀ ਧਿਰ ਕਹਿੰਦੀ ਆ ਵੀ ਇਹ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਆ, ਔਰ 4 ਸਾਲਾਂ ਬਾਅਦ ਇੱਕ ਬੇਰੁਜ਼ਗਾਰਾਂ ਦੀ ਨਵੀਂ ਫੌਜ ਪੈਦਾ ਹੋਊਗੀ, ਔਰ ਜਿਹੜੀ ਫੌਜ ਹੋਏਗੀ ਜਿਹੜੀ ਹਥਿਆਰਾਂ ਦੇ ਵਿੱਚ ਟ੍ਰੇਨਡ ਹੋਏਗੀ, ਬਿਲਕੁਲ, ਜਿਹੜੀ ਪੂਰੇ ਮਤਲਬ ਅਤੀ ਆਧੁਨਿਕ ਹਥਿਆਰਾਂ ਤੱਕ ਦੀ ਸਿਖਲਾਈ ਪ੍ਰਾਪਤ ਭੀੜ ਹੋਊਗੀ। ਨਾਲੇ ਕਹਿੰਦੇ ਨੇ ਕਿ 25% ਇਹਨਾਂ ਵਿੱਚੋਂ ਚੁਣੇ ਜਾਣਗੇ ਜਿਹੜੇ ਕੰਟੀਨਿਊ ਕਰਨਗੇ ਸਰਵਿਸ ਦੇ ਵਿੱਚ, ਤੇ 75% ਉਹ ਹੋਣਗੇ ਜਿਨ੍ਹਾਂ ਨੂੰ ਕਹਿ ਦਿੱਤਾ ਜਾਏਗਾ ਕਿ ਤੁਹਾਨੂੰ ਨੌਕਰੀ ਛੱਡਣੀ ਪੈਣੀ ਹੈ, ਫਾਰਗ ਕਰਤਾ ਜਾਊਗਾ। ਜੇ ਕਿਤੇ ਹੋਰ ਤੁਹਾਨੂੰ ਅਸੀਂ ਐਡਜਸਟ ਕਰਾਂਗੇ ਤਾਂ ਉਹ ਬਾਕੀ ਡਿਪਾਰਟਮੈਂਟਸ ਦੇਖੇ ਜਾਣਗੇ। ਹੁਣ ਤੇ ਪੁਆਇੰਟ ਇਹ ਆਉਂਦਾ ਕਿ ਜੇ ਕਿਸੇ ਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਉਹਨੂੰ ਕਹੋ ਕਿ ਕਿਸੇ ਆਫਿਸ 'ਚ ਜਾ ਕੇ ਕਲਰਕ ਬਣ ਜਾ, ਬਿਲਕੁਲ ਉਹਦਾ ਤੇ ਮਾਈਂਡ ਸੈਟ ਹੀ ਅਲੱਗ ਹੈ, ਉਹ ਨਹੀਂ ਬਣੇਗਾ, ਉਹ ਉੱਥੇ ਨਹੀਂ ਜੁਆਇਨ ਕਰੇਗਾ, ਕਿਉਂਕਿ ਮਾਈਂਡ ਸੈਟ ਅਲੱਗ ਆ, ਸੋਚ ਅਲੱਗ ਹੈ, ਉਹਦੀ ਲਾਈਫ ਸਟਾਈਲ ਅਲੱਗ ਹੈ। ਕਿੱਥੇ ਆਰਮੀ ਦੀ ਟ੍ਰੇਨਿੰਗ, ਕਿੱਥੇ ਕਲਰਕ, ਸਿਵਲ ਲਾਈਫ। ਸੋ ਇੱਕ ਤਾਂ ਉਹ ਭ੍ਰਸ਼ਟਾਚਾਰ ਮੁਕਤ ਹੈ ਜਿਹੜੀ ਆਰਮੀ ਹੈ, ਤੇ ਸਿਵਲ ਲਾਈਫ ਦੇ ਵਿੱਚ ਥਾਂ ਦੇ ਭ੍ਰਸ਼ਟਾਚਾਰ ਹੈ, ਉਸ ਨੂੰ ਉਹ ਐਡਜਸਟ ਨਹੀਂ ਕਰ ਸਕਦਾ। ਉਹ ਬੰਦੇ ਦੀ ਜ਼ਿੰਦਗੀ ਕੀ ਬਣੇਗੀ, ਉਹ ਅੰਦਰੋਂ ਖੁਸ਼ ਨਹੀਂ ਹੋਏਗਾ, ਕਿਉਂਕਿ ਆਰਮੀ ਜੁਆਇਨ ਕਰੇਗਾ ਖੁਸ਼ੀ ਜੁਆਇਨ ਕਰੇਗਾ, ਉਸ ਤੋਂ ਬਾਅਦ ਉਹਨੂੰ ਕੱਢ ਦਿੱਤਾ ਜਾਏਗਾ, ਉਹਦੀ ਖੁਸ਼ੀ
ਗਾਇਬ ਹੋ ਜਾਣੀਆਂ ਔਰ ਉਹ ਕਿਹੜੇ ਜੌਬ ਨੂੰ ਜੁਆਇਨ ਕਰੇਗਾ ਉਸ ਤੋਂ ਬਾਅਦ। ਬਿਲਕੁਲ ਹੋ ਸਕਦਾ ਕੋਈ ਆਪਣਾ ਕਾਰੋਬਾਰ ਕਰਨਾ ਚਾਹਵੇ ਕਿ ਜਿੱਥੇ ਉਹ ਖੁਸ਼ੀ ਲੱਭ ਸਕੇ, ਫਿਰ ਆਪਣੇ ਕਾਰੋਬਾਰ ਵਾਸਤੇ ਉਹਨੂੰ ਕਿੱਥੋਂ ਲੋਨਸ ਲੈਣੇ ਨੇ ਜਾਂ ਉਹਦੀ ਕੀ ਕੰਡੀਸ਼ਨ ਹੈ, ਉਹ ਕਿੱਧਰ ਜਾਏ ਕਿੱਧਰ ਔਰ ਨਾ ਜਾਏ, ਲੋਨ ਵੀ ਕਿਹੜਾ ਸੌਖੇ ਮਿਲਦੇ ਆ, ਔਰ ਸਟਾਰਟਅਪ ਕਿਹੜਾ ਲਵੇ ਹਾਂ ਇਹ ਵੀ ਨਹੀਂ ਲੋਨ ਪਤਾ। ਠੱਗੀਆਂ ਮਾਰਨ ਵਾਲਿਆਂ ਨੂੰ ਜ਼ਿਆਦਾ ਮਿਲਦੇ ਆ, ਉਹਨਾਂ ਨੂੰ ਕਰੋੜਾਂ 'ਚ ਦੇ ਦਿੱਤੇ ਜਾਂਦੇ, ਮੁੜ ਕੇ ਉਹ ਭਗੌੜੇ ਹੋ ਜਾਂਦੇ ਆ। ਤੇ ਲੱਖਾਂ ਹਜ਼ਾਰਾਂ ਦੇ ਲੋਨ ਵਾਲੇ ਜਿਹੜੇ ਆ ਉਹਨਾਂ ਦੀ ਕਿਤੇ ਕਿਸ਼ਤ ਟੁੱਟ ਜਾਵੇ ਤਾਂ ਚੁੱਕ ਕੇ ਅੰਦਰ ਕਰ ਦਿੰਦੇ ਬੈਂਕ। ਔਰ ਇਹ ਵੀ ਕਹਿੰਦੇ ਨੇ ਸਤੀ ਸਾਹਿਬ ਕਿ ਵਿਦੇਸ਼ਾਂ ਵਿੱਚ ਕਈ ਮੁਲਕਾਂ ਦੇ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਹੈਗੇ ਨੇ ਜਿੱਥੇ ਇਦਾਂ ਸਰਵਿਸ ਦਿੱਤੀ ਜਾਂਦੀ ਹੈ, ਪਰ ਉੱਥੋਂ ਦੇ ਸੱਭਿਆਚਾਰ ਦੇ ਕੰਡੀਸ਼ਨਸ, ਉੱਥੋਂ ਦੇ ਹਾਲਾਤ ਅਲੱਗ ਨੇ, ਉੱਥੋਂ ਦੇ ਮੁਲਕ ਦੇ ਹਾਲਾਤ ਅਲੱਗ ਨੇ। ਔਰ ਕਈ ਮੁਲਕਾਂ ਦੇ ਵਿੱਚ ਤਾਂ ਇੱਕ ਮਿਲਟਰੀ ਟ੍ਰੇਨਿੰਗ ਕੰਪਲਸਰੀ ਵੀ ਆ, ਔਰਤਾਂ ਵਾਸਤੇ ਵੀ ਮਰਦਾਂ ਵਾਸਤੇ ਪਰ ਵੀ। ਉਹ ਵੈਲਫੇਅਰ ਸਟੇਟਸ ਵੀ ਨੇ ਨਾ, ਉੱਥੇ ਜੇ ਬੇਰੁਜ਼ਗਾਰੀ ਆ ਤਾਂ ਸਰਕਾਰ ਬੇਰੁਜ਼ਗਾਰੀ ਭੱਤਾ ਇੰਨਾ ਕੁ ਦਿੰਦਾ ਵੀ ਜੇ ਇੱਕ ਆਮ ਬੰਦਾ ਰੱਜ ਕੇ ਰੋਟੀ ਖਾ ਲੈਂਦਾ ਔਰ ਚੰਗੀ ਰੋਟੀ ਖਾਂਦਾ ਹੈਗਾ। ਹਾਂਜੀ। ਔਰ ਉਹਨਾਂ ਮੁਲਕਾਂ 'ਚ ਫੌਜੀ ਸੇਵਾਵਾਂ ਜ਼ਰੂਰੀ ਵੀ ਆ, ਠੀਕ ਹੈ, ਲਾਜ਼ਮੀ ਫੌਜੀ ਸੇਵਾਵਾਂ ਵੀ ਉੱਥੇ ਦੇਖਦੇ ਆਪਾਂ ਨਾ। ਪਰ ਸਾਡੇ ਉਲਟਾ ਇੱਥੇ ਸਾਡੇ ਦੇਖੋ ਵਿਰੋਧ ਜਿਹੜਾ ਆ ਉਹ ਕੱਲਾ ਨੌਜਵਾਨਾਂ ਵੱਲੋਂ ਨਹੀਂ ਹੋਇਆ, ਵਿਰੋਧ ਜਨਰਲ ਰੈਂਕ ਦੇ ਜਿਹੜੇ ਜਨਰਲ ਰੈਂਕ ਤੱਕ ਦੇ ਸੇਵਾ ਮੁਕਤ ਅਧਿਕਾਰੀ ਆ ਉਹਨਾਂ ਨੇ ਵੀ ਕੀਤਾ। ਬਿਲਕੁਲ ਸਹੀ, ਆਮ ਲੋਕਾਂ ਨੇ ਥੋੜ੍ਹਾ ਕੀਤਾ ਵੀ ਇਹ ਸਕੀਮ ਕਿਸੇ ਤਰ੍ਹਾਂ ਵੀ ਵਾਇਬਲ ਨਹੀਂ ਹੈਗੀ, ਹੈ ਨਾ। ਸੋ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਭਈ ਜਿਹੜਾ ਪ੍ਰਧਾਨ ਮੰਤਰੀ ਇਹ ਤਾਂ ਕਹਿੰਦੇ ਆ ਵੀ 4 ਸਾਲ ਬਾਅਦ ਇਦਾਂ ਹੋ ਜਾਏਗਾ ਉਦਾਂ ਹੋ ਜਾਏਗਾ, ਹੈ ਨਾ, ਪਰ ਇਸ ਗੱਲ ਦੀ ਕੀ ਗਰੰਟੀ ਆ ਵੀ ਆਉਣ ਵਾਲੀ ਸਰਕਾਰ ਜਿਹੜੀ ਹੈ ਇਸ ਸਕੀਮ ਨੂੰ ਲਾਗੂ ਰੱਖਦੀ ਵੀ ਆ ਜਾਂ ਨਹੀਂ ਲਾਗੂ ਰੱਖਦੀ। ਬਿਲਕੁਲ ਸਹੀ ਗੱਲ ਹੈ। ਤੇ ਉਹਨਾਂ ਨੌਜਵਾਨਾਂ ਦਾ ਔਰ ਉਹਨਾਂ ਨੌਜਵਾਨਾਂ ਦਾ ਜੋ ਮਾਨਸਿਕ ਸੰਤੁਲਨ ਹੈ, ਕਿਉਂਕਿ ਕਈ ਲੋਕ ਬੜੇ ਜ਼ਿਆਦਾ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਬਿਲਕੁਲ, ਔਰ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਲਟਕਦੀ ਰਹੇਗੀ 4 ਸਾਲ, ਕਿਉਂਕਿ ਉਹ ਸਭ ਨੂੰ ਪਤਾ 4 ਸਾਲ ਬਾਅਦ ਅਸੀਂ ਵਿਹਲੇ ਹੋ ਜਾਣਾ। ਬਿਲਕੁਲ। ਹੁਣ ਇਹ ਕਿਹੜੀ ਗਰੰਟੀ ਕਿ 25% ਲੋਕ ਜਿਹੜੇ ਲੈਣੇ ਨੇ ਉਹ ਕੋਈ ਲਿਖਿਆ ਤਾਂ ਪਹਿਲਾਂ ਹੈ ਨਹੀਂ ਕਿ ਅਪਾਇੰਟਮੈਂਟ ਲੈਟਰ ਦੇ ਵਿੱਚ ਲਿਖਿਆ ਹੋਏਗਾ ਕਿ ਤੁਸੀਂ ਕੰਟੀਨਿਊ ਕਰੋਗੇ, ਉਹ ਕੋਈ ਵੀ ਬੰਦਾ ਚੁਣਿਆ ਜਾ ਸਕਦਾ। ਉਹਨਾਂ ਦੀ ਜਿਹੜੀ ਰੀਹੈਬਿਲਿਟੇਸ਼ਨ ਆ ਨਾ, ਜਿਹੜੀ ਉਹਨਾਂ ਦਾ ਮੁੜ ਵਸੇਬਾ ਆ, ਫੌਜ 'ਚੋਂ ਤਾਂ ਆ ਗਏ 4 ਸਾਲੀ, ਮੁੜ ਕੇ ਉਹ ਜਿੱਦਾਂ ਤੁਸੀਂ ਕਹਿੰਦੇ ਆ ਲੋਨ, ਨਾ ਕੋਈ ਇੱਥੇ ਲੋਨ ਦਿੰਦਾ, ਨਾ ਇੱਥੇ ਨੌਕਰੀਆਂ ਜਿਹੜੀਆਂ ਕੋਈ ਐਕਸ ਸਰਵਿਸਮੈਨਾਂ ਨੂੰ ਵੀ ਨੌਕਰੀਆਂ ਮਿਲਦੀਆਂ ਨੇ, ਉਹ ਆਪਾਂ ਦੇਖਦੇ ਹਾਂ ਵੀ ਥੋੜੀ ਤਨਖਾਹ ਤੇ ਸਿਕਿਉਰਿਟੀ ਗਾਰਡਸ। ਹਾਂ, ਦੂਸਰੀ ਤੁਸੀਂ ਸਿਕਿਉਰਿਟੀ ਗਾਰਡ ਤੋਂ ਡਿਊਟੀ ਕਿੰਨੀ ਲਈ ਜਾਂਦੀ ਆ, ਸ਼ਾਇਦ ਆਪਾਂ ਸਾਰੇ ਹੀ ਜਾਣਦੇ ਵੀ 8 ਘੰਟੇ ਨਹੀਂ 12, ਆਮ ਤੌਰ ਤੇ ਸਿਕਿਉਰਿਟੀ ਗਾਰਡ 10 ਤੋਂ 12 ਘੰਟੇ ਡਿਊਟੀ ਕਰਦੇ ਆ, ਔਰ ਮਿਗ ਉਹਨਾਂ ਦੀਆਂ ਜਿਹੜੀਆਂ ਸੈਲਰੀਜ਼ ਹੁੰਦੀਆਂ ਹੈਗੀਆਂ, ਠੀਕ ਹੈ, ਜਿਨ੍ਹਾਂ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੁੰਦਾ। ਦੂਜੀ ਗੱਲ ਤੁਸੀਂ ਕਹਿੰਦੇ ਆ ਭਈ ਜਿਹੜਾ ਬੰਦਾ 4 ਸਾਲ ਫੌਜ ਦੇ ਵਿੱਚ ਨੌਕਰੀ ਕਰ ਲੈਂਦਾ, ਉਹ ਫਿਰ ਮਾੜੀ ਮੋਟੀ ਨੌਕਰੀ ਨਹੀਂ ਕਰੂਗਾ। ਜੇ ਤੁਸੀਂ ਕਿਸੇ ਪਾਇਲਟ ਨੂੰ ਆਖੋ ਵੀ ਬਾਈ ਹੁਣ ਤੂੰ ਲਾਰੀ ਚਲਾ ਲਾ, ਹੈ ਨਾ, ਵੀ ਛੱਡ ਪਰਾਂ, ਕੋਈ ਲਾਰੀ ਚਲਾਉਣ ਨੂੰ ਤਿਆਰ ਨਹੀਂ ਹੋਏਗਾ। ਦੇਖੋ ਨਾ ਜਿਹੜੀ ਐਡਵਰਟਾਈਜ਼ਮੈਂਟ ਚੱਲਦੀ ਪਈ ਹੈ ਟੀਵੀ ਦੇ ਉੱਤੇ ਅਗਨੀਪਥ ਨੂੰ ਲੈ ਕੇ, ਉਹਦੇ 'ਚ ਬੜਾ ਹਾਈ ਫਾਈ, ਔਰ ਬਿਲਕੁਲ ਹਾਈ ਫਾਈ ਹੈ ਵੀ, ਕਿਉਂਕਿ ਸਾਡੀ ਆਰਮੀ ਹੈ ਹੀ ਹਾਈ ਫਾਈ, ਦੁਨੀਆ ਦੀਆਂ ਟੌਪ 10 ਦੇ ਵਿੱਚੋਂ ਇੱਕ ਆਉਂਦੀ ਆ। ਬਿਲਕੁਲ। ਸੋ ਉੱਥੇ ਦਿਖਾਇਆ ਜਾਂਦਾ ਕਿ ਫਾਈਟਰ ਪਾਇਲਟ ਬੈਠਾ। ਹੁਣ ਫਾਈਟਰ ਪਾਇਲਟ ਜਦੋਂ 4 ਸਾਲ ਬਾਅਦ ਤੁਸੀਂ ਉਹਨੂੰ ਨੌਕਰੀ ਤੋਂ ਬਾਏ ਕਰ ਦਿੰਦੇ ਹੋ, ਉਹਨੂੰ ਬਾਏ ਕਰਨ ਤੋਂ ਬਾਅਦ ਉਹ ਕਿੱਥੇ ਜਾਏ, ਕਲਰਕ ਥੋੜਾ ਬਣੇਗਾ, ਚਲਾਊਗਾ ਨਾ ਕਲਰਕ ਬਣੂਗਾ, ਹੈ ਨਾ। ਉਹਦਾ ਫਾਈਟਰ ਪਾਇਲਟ ਉਹਦਾ ਮਾਈਂਡ ਸੈਟ ਜਿਹੜਾ ਆ ਇੱਕ ਬਣ ਚੁੱਕਾ ਹੁੰਦਾ, ਐਡਜਸਟ ਨਹੀਂ ਕਿਤੇ ਕਰ ਸਕਦਾ ਉਹ ਫਿਰ ਜਦੋਂ ਐਡਜਸਟ ਨਹੀਂ ਕਰ ਪਾਊਗਾ ਫਿਰ ਡਿਪਰੈਸ਼ਨ 'ਚ ਜਾਂਦੇ ਆ, ਬਿਲਕੁਲ ਡਿਪਰੈਸ਼ਨ 'ਚ ਜਾਏਗਾ, ਫਿਰ ਉਦਾਸੀ ਰੋਗ ਤੋਂ ਪੀੜਤ ਹੁੰਦੇ ਆ, ਠੀਕ ਹੈ। ਸੋ ਇਹ ਜਿਹੜੀ ਸਕੀਮ ਆ ਪੰਜਾਬ ਸਰਕਾਰ ਤਾਂ ਮੈਨੂੰ ਲੱਗਦਾ ਵੀ ਖੁੱਲ੍ਹਮ ਖੁੱਲ੍ਹਾ ਵਿਰੋਧ ਤੇ ਉਤਰ ਆਈ ਆ। ਨੌਜਵਾਨ ਜਿਹੜੇ ਪ੍ਰਦਰਸ਼ਨਕਾਰੀ ਨੇ, ਮੁਜ਼ਾਹਰਾਕਾਰੀ ਆ, ਉਹਨਾਂ ਦੀ ਹਮਾਇਤ ਕਰ ਰਹੀ ਆ ਸਰਕਾਰ। ਆਪਾਂ ਦੇਖਦੇ ਹਾਂ, ਮੈਂ ਕਈ ਵਾਰ ਸੋਚਦਾ ਹਾਂ ਕਿ ਜਿਹੜੇ ਵੱਡੇ ਪੋਲੀਟੀਸ਼ੀਅਨਸ ਨੇ, ਸਾਰੀਆਂ ਉਮਰਾਂ ਹੰਢਾ ਲਈਆਂ ਇਹਨਾਂ ਨੇ ਪੋਲਿਟਿਕਸ ਦੇ ਵਿੱਚ, ਔਰ ਵੱਡੇ ਅਹੁਦਿਆਂ ਤੇ ਬੈਠੇ ਨੇ, ਇਹ ਹਿਊਮਨ ਸਾਈਕੋਲੋਜੀ ਨੂੰ ਨਹੀਂ ਸਮਝਦੇ। ਦੇਖੋ ਇਹਨਾਂ ਨੂੰ ਨਹੀਂ ਪਤਾ ਜੇ ਇਹਨਾਂ ਦੇ ਖੁਦ ਦੇ ਨਾਲ ਇਦਾਂ ਕੀਤਾ ਜਾਵੇ ਜਾਂ ਇਹਨਾਂ ਦੀ ਆਪਣੀ ਔਲਾਦ ਦੇ ਨਾਲ ਇਦਾਂ ਕੀਤਾ ਜਾਵੇ ਤਾਂ ਇਹਨਾਂ ਨੂੰ ਕਿੱਦਾਂ ਦਾ ਲੱਗੇਗਾ। ਕਾਸ਼ ਇਹਨਾਂ ਨੂੰ ਇੰਨਾ ਕੁ ਮਨੋਵਿਗਿਆਨ ਦੀ ਸਮਝ ਹੁੰਦੀ, ਪਰ ਇਹ ਉਸ ਸਮਝ ਤੋਂ ਕੋਰੇ ਆ, ਸਖਣੇ ਆ। ਦੂਸਰੀ ਗੱਲ ਵੀ ਇਹਨਾਂ ਦੇ ਬੱਚੇ ਜਿਹੜੇ ਆ ਉਹ ਬਿਜ਼ਨਸ ਕਰਨਗੇ, ਉਹ ਦੇਸ਼ ਵਿਦੇਸ਼ ਦੇ ਵਿੱਚ ਹੋਰ ਕਿਸਮ ਦੇ ਬਿਜ਼ਨਸ ਕਰਦੇ ਨੇ, ਠੀਕ ਹੈ, ਉਹ ਫੌਜ 'ਚ ਨਹੀਂ ਜਾਂਦੇ। ਬਿਲਕੁਲ ਸਹੀ, ਠੀਕ ਹੈ। ਬਹੁਤ ਨਾਮਾਤਰ ਜਿਹੜੇ ਆ ਚੰਗੇ ਪਰਿਵਾਰਾਂ 'ਚੋਂ 5% ਮੁਸ਼ਕਿਲ ਨਾਲ, ਹਾਂ, ਔਰ ਉਹ ਵੀ ਕੋਈ ਗਰਾਊਂਡ ਡਿਊਟੀ ਵਾਲੇ ਨਹੀਂ, ਉਹ ਅਫਸਰਸ਼ਾਹੀ ਦੇ ਵਿੱਚ ਜਾਨੀ ਕਿ ਉਸ ਕਾਡਰ ਦੇ ਵਿੱਚ ਜਾਂਦੇ ਨੇ। ਬਿਲਕੁਲ ਸਹੀ ਗੱਲ, ਕਿਉਂਕਿ ਉਹ ਚੰਗੀਆਂ ਥਾਵਾਂ ਤੇ ਪੜ੍ਹ ਕੇ ਆਉਂਦੇ ਆ,
ਉਹ ਚਾਹੇ IMA ਰਾਹੀਂ ਸਿਲੈਕਸ਼ਨ ਹੋਵੇ ਉਹਨਾਂ ਦੀ, ਚਾਹੇ ਕਿਵੇਂ ਵੀ ਉਹ ਸ਼ਾਰਟ ਸਰਵਿਸ ਕਮਿਸ਼ਨ 'ਚ ਜਾਣਗੇ, ਪਰ ਉਹ ਸਿਪਾਹੀ ਵਜੋਂ ਨਹੀਂ ਜਾਂਦੇ ਹੈਗੇ। ਦੇਖੋ ਕਿਸੇ ਵਕਤ ਉਹ ਸੀ OTA ਆਫੀਸਰਸ ਟ੍ਰੇਨਿੰਗ ਅਕੈਡਮੀ, ਉਸ ਤੋਂ ਬਾਅਦ ਸ਼ਾਰਟ ਸਰਵਿਸ ਕਮਿਸ਼ਨ ਹੈਗਾ ਸੀ, ਪਰ ਉਹ ਇੱਕ ਅਲੱਗ ਤਰ੍ਹਾਂ ਦੀ ਚੀਜ਼ ਹੈ। ਉਹ ਉਹਦੇ ਵਿੱਚ ਜਜ਼ਬ ਹੁੰਦਾ ਹੈ, ਜੈਲ ਹੁੰਦੀ ਹੈ ਉਸ ਦੇ ਵਿੱਚ ਸਰਵਿਸ, ਉਹ ਇੱਕ ਅਲੱਗ ਤਰ੍ਹਾਂ ਦੀ ਸਰਵਿਸ ਹੈ। ਆਫਿਸਰ ਦੇ ਬਤੌਰ ਆਫਿਸਰ ਉਹਨੂੰ ਸਿਲੈਕਸ਼ਨ ਮਿਲਦੀ ਹੈ, ਉਸ ਮੁਤਾਬਿਕ ਉਹਦੀ ਕਾਰਗੁਜ਼ਾਰੀ ਹੁੰਦੀ ਹੈ, ਪਰ ਇਹ ਤੇ ਆਲ ਟੂਗੈਦਰ ਡਿਫਰੈਂਟ ਹੈ। ਤੁਹਾਨੂੰ ਕੀ ਲੱਗਦਾ ਵੈਸੇ ਇਹ ਜਿਹੜੀ ਸਲਾਹ ਹੈ ਇਹ ਕਿਸ ਨੇ ਦਿੱਤੀ ਹੋਏਗੀ ਸਰਕਾਰ ਨੂੰ, ਇਹ ਜਾਂ ਬਾਹਰ ਕਿਸੇ ਦੂਸਰੇ ਮੁਲਕਾਂ ਤੋਂ ਦੇਖ ਕੇ ਉਹਨੂੰ ਐਜ਼ ਇਟ ਇਜ਼ ਕਾਪੀ ਕਰਨ ਦੀ ਕੋਸ਼ਿਸ਼ ਹੈ ਕਿ ਉਸੇ ਤਰ੍ਹਾਂ ਹੀ ਲਾਗੂ ਕੀਤਾ ਜਾਵੇ, ਜਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਕਾਰਪੋਰੇਟ ਘਰਾਣੇ ਇਹਦੇ ਪਿੱਛੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਵੱਧ ਤੋਂ ਵੱਧ ਮੁਨਾਫਾ ਅਸੀਂ ਲੈ ਲਈਏ ਤੇ ਇੱਥੇ ਜੇ ਰੈਗੂਲਰ ਸਰਵਿਸ ਦਿੱਤੀ ਜਾਏਗੀ ਤੇ ਇੱਥੇ ਪੈਸਾ ਜ਼ਿਆਦਾ ਦੇਣਾ ਪਏਗਾ ਗਵਰਨਮੈਂਟ ਨੂੰ ਕਿਉਂਕਿ EMPLOYEES ਹੋਣਗੇ, ਤੇ ਇਦਾਂ ਠੇਕੇ ਤੇ ਲੈ ਕੇ ਅਸੀਂ ਆਪਣਾ ਕੰਮ ਕਰੀਏ ਤੇ ਪੈਸਾ ਸਾਰਾ ਜਿਹੜਾ ਬਚੇ ਉਹ ਸਾਡੇ ਕੋਲ ਆ ਜਾਵੇ ਕਿਸੇ ਨਾ ਕਿਸੇ ਤਰ੍ਹਾਂ। ਸ਼ਾਇਦ ਉਹਨਾਂ ਦਾ ਕੋਈ ਅੱਗੇ ਸਕੀਮ ਹੋਵੇ ਕਿ ਸਾਡੇ ਥਰੂ ਕੋਈ ਅਗਲੀ ਸਕੀਮ ਹੋ ਸਕਦੀ ਆ, ਕੋਈ ਵੱਡੀ ਗੱਲ ਨਹੀਂ। ਪਿਛਲੇ ਦਿਨੀ ਕਿਸੇ ਨੇ ਖਦਸ਼ਾ ਵੀ ਜ਼ਾਹਰ ਕੀਤਾ ਸੀਗਾ ਭਈ ਬਹੁਤ ਸਾਰੇ ਲੋਕਾਂ ਨੇ ਭਈ ਕੋਈ ਵੱਡੀ ਗੱਲ ਨਹੀਂ, ਜਿਹੜੀ ਫੌਜ ਦੀ ਭਰਤੀ ਆ ਉਹ ਵੀ ਕਾਰਪੋਰੇਟਸ ਦੇ ਅਧੀਨ ਆ ਜਾਵੇ, ਹੋ ਸਕਦਾ, ਠੀਕ ਹੈ, ਪਰ ਇਹ ਫੌਜ ਦੇ ਜਿਹੜੇ ਅਸੂਲ ਨੇ ਜਾਂ ਫੌਜ ਦੀ ਅੱਜ ਤੱਕ ਦੀ ਭਰਤੀ ਪ੍ਰਕਿਰਿਆ ਦੇ ਉਲਟ ਪ੍ਰਵਾਹ ਜਿਹੜਾ ਜੋ ਇਹ ਕਾਰਵਾਈਆਂ ਹੋ ਰਹੀਆਂ ਹੈਗੀਆਂ। ਦੂਸਰੀ ਗੱਲ ਇਹ ਆ ਭਈ ਦੇਖੋ ਫੌਜ ਦੇਸ਼ ਦੀ ਰੱਖਿਆ ਕਰਦੀ ਆ, ਹਾਂਜੀ ਠੀਕ ਹੈ, ਤਿੰਨੇ ਜਿਹੜੀਆਂ ਫੌਜ ਦੇ ਵਿੰਗ ਨੇ, ਹਵਾਈ ਸੈਨਾ, ਥਲ ਸੈਨਾ ਤੇ ਜਲ ਸੈਨਾ, ਉਹ ਦੇਸ਼ ਦੀ ਸਿਕਿਉਰਿਟੀ ਨਾਲ, ਦੇਸ਼ ਦੀ ਸੁਰੱਖਿਅਤਾ ਨਾਲ ਜਾਂ ਦੇਸ਼ ਦੀ ਪ੍ਰਭੂ ਸੱਤਾ ਜਿਹੜੀ ਸੋਵਰੈਨਿਟੀ ਆ ਉਹਨੂੰ ਬਣਾਈ ਰੱਖਣ ਦੇ ਲਈ ਸਰਹੱਦਾਂ ਸਾਡੀਆਂ ਆਕਾਸ਼ ਪ੍ਰਿਥਵੀ ਨੂੰ ਸਾਂਭ ਕੇ ਰੱਖਦੀ ਆ, ਠੀਕ ਹੈ, ਮਹਿਫੂਜ਼ ਰੱਖਦੀ ਆ ਸਾਨੂੰ ਦੁਸ਼ਮਣ ਦੇ ਹਮਲਿਆਂ ਤੋਂ। ਉਹਦੇ ਨਾਲ ਉਹਦੇ 'ਚ ਭਰਤੀ ਲਈ ਇਸ ਤਰ੍ਹਾਂ ਦੇ ਜਿਹੜੇ ਸਮਝੌਤੇ ਆ ਜਾਂ ਜਿਸ ਤਰ੍ਹਾਂ ਹੁਣ ਲੱਗਦਾ ਆ ਵੀ ਅਗਨੀਪਥ ਆ ਰਹੀ ਆ, ਉਹ ਬਹੁਤਾ ਕਰਕੇ ਪ੍ਰਵਾਨ ਨਹੀਂ ਲੋਕਾਂ ਨੂੰ, ਚਾਹੇ ਉਹ ਅਫਸਰਸ਼ਾਹੀ ਹੋਵੇ, ਚਾਹੇ ਫੌਜ ਦੇ ਸੇਵਾ ਮੁਕਤ ਅਫਸਰ ਹੋਣ ਤੇ ਚਾਹੇ ਨੌਜਵਾਨ ਹੋਣ। ਗੱਲ ਇਹ ਹੈ ਨਾ ਕਿ ਇਹ ਕਿਹਨਾਂ ਲੋਕਾਂ ਨੂੰ ਭਰਤੀ ਕਰਨਾ ਚਾਹੁੰਦੇ ਆ, ਠੀਕ ਆ, ਕਿਹੜੇ ਲੋਕ ਫੌਜ ਦੇ ਵਿੱਚ ਜਾਣਗੇ, ਉਹ ਕਿਹੜੇ ਲੋਕ ਆ ਜਿਹੜੇ ਸੜਕਾਂ ਤੇ ਨਿਤਰੇ ਹੋਏ ਆ ਇਹਦੇ ਖਿਲਾਫ, ਇਹ ਨਤਾਰਾ ਤਾਂ ਕਰਨਾ ਬਣਦਾ ਨਾ। ਬਿਲਕੁਲ ਬਣਦਾ ਹੈ। ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਜਦੋਂ ਫੌਜ ਦੀ ਭਰਤੀ ਨੂੰ ਦੇਖਦੇ ਹੋ ਨਾ, ਉੱਥੇ ਇਹ ਨਹੀਂ ਦੇਖਣਾ ਹੁੰਦਾ ਕਿ ਇੰਨਾ ਪੈਸਾ ਕਿੱਥੋਂ ਬਚ ਸਕਦਾ ਹੈ, ਇੰਨਾ ਪੈਸਾ ਕਿੱਥੋਂ ਬਚਾਇਆ ਜਾ ਸਕਦਾ, ਕਿਉਂਕਿ ਫੌਜ ਨੂੰ ਅਸੀਂ ਵਪਾਰ ਦੀ ਦ੍ਰਿਸ਼ਟੀ ਤੋਂ ਨਹੀਂ ਦੇਖ ਸਕਦੇ, ਨਹੀਂ ਦੇਖਦੇ। ਬਾਕੀ ਥਾਂ ਦੇ ਉੱਤੇ ਤੁਸੀਂ ਪ੍ਰਾਈਵੇਟਾਈਜ਼ ਕਰ ਰਹੇ ਹੋ, ਵਪਾਰ ਦੀ ਦ੍ਰਿਸ਼ਟੀ ਤੋਂ ਦੇਖ ਰਹੇ ਹੋ, ਉਹ ਇੱਕ ਵੱਖਰੀ ਗੱਲ ਹੈ, ਦੈਟ ਇਜ਼ ਅ ਡਿਫਰੈਂਟ ਸਟੋਰੀ। ਪਰ ਜਦੋਂ ਤੁਸੀਂ ਆਉਂਦੇ ਹੋ ਫੌਜ ਦੇ ਵਿੱਚ, ਸਿਕਿਉਰਿਟੀ, ਨੇਸ਼ਨ ਦੀ ਸਿਕਿਉਰਿਟੀ, ਇੰਟਰਨਲ ਸਿਕਿਉਰਿਟੀ, ਬੋਥ ਇੰਟਰਨਲ ਐਂਡ ਐਕਸਟਰਨਲ ਸਿਕਿਉਰਿਟੀ, ਉਦੋਂ ਤੁਸੀਂ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਰ ਸਕਦੇ। ਉਦੋਂ ਤੁਸੀਂ ਵਪਾਰਿਕ ਦ੍ਰਿਸ਼ਟੀ ਨਾਲ ਨਹੀਂ ਦੇਖੋਗੇ ਕਿ ਇੰਨੇ ਬੰਦੇ ਠੇਕੇ ਤੇ ਲਵਾਂਗੇ ਤੇ ਇੰਨੇ ਪੈਸੇ ਬਚ ਜਾਣਗੇ, ਜੇ ਰੈਗੂਲਰ ਸਰਵਿਸ ਲਵਾਂਗੇ ਤੇ ਇੰਨੇ ਪੈਸੇ ਬਚ ਜਾਣਗੇ, ਇਦਾਂ ਜੇ ਪੈਸੇ ਬਚਾਉਣੇ ਨੇ। ਦੂਸਰੀ ਗੱਲ ਇਹ ਆ ਵੀ 2 ਲੱਖ ਪੋਸਟਾਂ ਫੌਜ ਦੇ ਵਿੱਚ ਖਾਲੀ ਆ, ਹਾਂਜੀ, ਕਈ ਸਾਲਾਂ ਤੋਂ ਉਹਨਾਂ ਦੀ ਭਰਪਾਈ ਨਹੀਂ ਹੋਈ। ਬਿਲਕੁਲ, ਉਹਦੀ ਭਰਪਾਈ ਕਿਉਂ ਨਹੀਂ ਸਰਕਾਰ ਨੇ ਕੀਤੀ? ਬਿਲਕੁਲ ਸਹੀ ਹੈ। ਉਹ ਪੋਸਟਾਂ ਕਿਉਂ ਨਹੀਂ ਭਰੀਆਂ? ਠੀਕ ਹੈ ਨਾ, ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤਾਂ ਵੀ ਨੌਜਵਾਨਾਂ ਨੂੰ ਨਹੀਂ ਸੱਦਿਆ ਗਿਆ। ਹਾਂਜੀ, ਸਰਕਾਰ ਕੋਲ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਨਾ। ਬਿਲਕੁਲ ਸਹੀ ਗੱਲ ਹੈ ਜੀ। ਔਰ ਮੈਂ ਇਹ ਨਹੀਂ ਸਮਝ ਪਾ ਰਿਹਾ ਕਿ ਅਸੀਂ ਲੋਕ ਹੀ ਇਹਨਾਂ ਨੂੰ ਵੋਟਾਂ ਦੇ ਕੇ ਬਣਾਉਂਦੇ ਹਾਂ, ਅਸੀਂ ਲੋਕ ਹੀ ਇਹਨਾਂ ਨੂੰ ਕੁਰਸੀਆਂ ਤੇ ਬਿਠਾਉਣੇ, ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਨੇ, ਜਿਹੜੇ ਸਾਡੇ ਤੇ ਹਕੂਮਤ ਕਰਦੇ ਨੇ, ਅਸੀਂ ਉਹਨਾਂ ਨੂੰ ਬਣਾਇਆ ਹੈ, ਬਿਠਾਇਆ ਹੈ, ਪਰ ਇਹ ਲੋਕਤੰਤਰ ਦੀ ਪਰਿਭਾਸ਼ਾ ਨਹੀਂ ਹੈ। ਇਹ ਤੇ ਉਹ ਪਰਿਭਾਸ਼ਾ ਹੈ ਕਿ ਅਸੀਂ ਰਾਜਾ ਹਾਂ, ਤੁਸੀਂ ਪ੍ਰਜਾ ਹੋ। ਇਹ ਰਾਜਾ ਔਰ ਪ੍ਰਜਾ ਵਾਲਾ ਕਨਸੈਪਟ ਖਤਮ ਹੋ ਚੁੱਕਾ ਹੈ। ਇਹ ਕਨਸੈਪਟ ਲੋਕਤੰਤਰ ਦੇ ਵਿੱਚ ਨਹੀਂ ਚੱਲ ਸਕਦਾ। ਡੈਮੋਕ੍ਰੇਸੀ ਤਾਂ ਚੀਜ਼ ਇਹ ਆ ਭਈ, ਉਹਦੀ ਤਾਂ ਪਰਿਭਾਸ਼ਾ ਹੀ ਇਹੀ ਆ ਭਈ ਗਵਰਨਮੈਂਟ ਆਫ ਦਾ ਪੀਪਲ, ਫਾਰ ਦਾ ਪੀਪਲ ਐਂਡ ਬਾਈ ਦਾ ਪੀਪਲ। ਜੀ, ਲੋਕਾਂ ਦੀ ਸਰਕਾਰ ਆ, ਲੋਕਾਂ ਲਈ ਤੇ ਲੋਕਾਂ ਦੁਆਰਾ। ਬਿਲਕੁਲ। ਸੋ ਇਹ ਲੋਕਾਂ ਨੇ ਤਾਂ ਚੁਣੀਆਂ, ਪਰ ਇਹ ਲੋਕਾਂ ਦੀ ਸਰਕਾਰ ਨਹੀਂ ਗੀ, ਬਿਲਕੁਲ, ਨਾ ਇਹ ਲੋਕਾਂ ਲਈ ਲੱਗਦੀ ਆ। ਸੋ ਜਿਹੜੇ ਵਿਰੋਧ ਦੀ ਸੁਰ ਚੁੱਕਦੇ ਸੀਗੇ ਉਹਨਾਂ ਤੇ ਦੇਸ਼ ਧਰੋਹੀ ਦੇ ਪਰਚੇ ਦਰਜ ਹੋਏ ਆ। ਬਿਲਕੁਲ, ਅਜੇ ਤੱਕ ਲੋਕ ਜੇਲ੍ਹਾਂ 'ਚ ਸੜ ਰਹੇ ਆ। ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈ ਰਿਹਾ ਭਈ ਜਿਹੜਾ ਭਈ ਵਿਰੋਧ ਆ ਜਿਹੜਾ ਉਹਨੂੰ ਤੁਸੀਂ ਇਸ ਕਾਨੂੰਨ ਦੇ ਨਾਲ ਨਹੀਂ ਦਬਾ ਸਕਦੇ, ਹੈ ਨਾ, ਭਈ ਹਰ ਬੰਦੇ ਤੇ ਦੇਸ਼ ਧਰੋਹੀ ਦਾ ਲੇਬਲ ਲਾ ਦਿਓ ਤਾਂ ਫਿਰ ਦੇਸ਼ ਭਗਤ ਕੌਣ ਹੋਇਆ? ਠੀਕ ਹੈ, ਫਿਰ ਦੇਸ਼ ਭਗਤਾਂ ਨੂੰ ਦੇਸ਼ ਭਗਤੀ ਸਿਖਾਈ ਜਾ ਰਹੀ ਆ। ਠੀਕ ਹੈ, ਤੇ ਉਹਨਾਂ ਲੋਕਾਂ ਨੂੰ ਦੇਖੋ ਕੁੱਲ ਮਿਲਾ ਕੇ ਨਾ ਦੇਸ਼ ਦਾ ਜਿਹੜਾ ਢਾਂਚਾ ਆ ਨਾ, ਮੂਲ ਢਾਂਚੇ 'ਚ ਹੀ
ਲੱਗਦਾ ਤਬਦੀਲੀ ਕੀਤੀ ਜਾ ਰਹੀ ਹੈ ਫੈਡਰਲ ਕਈ ਸਿਸਟਮ ਮਸਲਿਆਂ ਜਿਹੜਾ ਸਾਡਾ ਹੈ ਨਾ ਉਹਦੇ 'ਚ ਤਬਦੀਲੀ ਲੱਗਦੀ ਹੈ ਜਿੱਦਾਂ ਦੇ ਫੈਸਲੇ ਔਰ ਹੋ ਰਹੇ ਬਹੁਤ ਨੇ। ਸਾਰੀਆਂ ਗੱਲਾਂ ਸੰਵਿਧਾਨ ਦੀ ਜਿਹੜੀ ਰੂਹ ਆ ਉਹਦੇ ਉਲਟ ਹੋ ਰਹੀਆਂ। ਬਿਲਕੁਲ। ਇੱਕ ਸਟੇਟਮੈਂਟ ਤੇ ਮੈਨੂੰ ਬੜੀ ਅਜੀਬ ਲੱਗਦੀ ਹੈ ਕਿ ਇੱਕ ਵਾਰ ਫੈਸਲਾ ਲੈ ਲਿਆ ਤੇ ਅਸੀਂ ਪਿੱਛੇ ਕਦਮ ਨਹੀਂ ਹਟਾਵਾਂਗੇ, ਟਸ ਤੋਂ ਮਸ ਨਹੀਂ ਹੋਵਾਂਗੇ। ਇਹ ਕੀ ਮਤਲਬ ਹੋਇਆ? ਬਿਲਕੁਲ, ਇਹ ਲੋਕਤੰਤਰ ਹੈ, ਕਈ ਫੈਸਲੇ ਗਲਤ ਵੀ ਹੋ ਸਕਦੇ ਨੇ, ਲੋਕ ਮਤ ਰਹਿਣਾ ਜ਼ਰੂਰੀ ਹੈ, ਲੋਕ ਰਾਏ ਰਹਿਣਾ ਜ਼ਰੂਰੀ ਦੇਖੀ ਆ ਨਾ ਨੋਟਬੰਦੀ ਚ ਕਿੱਦਾਂ ਲੋਕ ਸੜਕਾਂ ਤੇ ਰੁਲੇ ਆ, ਕਿੱਦਾਂ ਬੈਂਕਾਂ ਚ ਰੁਲੇ ਆ, ਔਰ ਜਿਨ੍ਹਾਂ ਨੇ ਪੈਸੇ ਐਡਜਸਟ ਕਰਨੇ ਸੀ ਉਹਨਾਂ ਨੇ ਕਰ ਵੀ ਲਏ, ਉਹਨਾਂ ਨੇ ਨੋਟ ਵਟਾ ਵੀ ਲਏ। ਠੀਕ ਹੈ, ਫਿਰ ਜਿਹੜੇ ਆਰਥਿਕ ਮਾਰ ਆ ਉਹਨਾਂ ਨੇ ਉਹ ਰੱਦ ਕੀਤੀ ਆ। ਠੀਕ ਹੈ, 3 ਕਾਨੂੰਨਾਂ ਲਈ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਮੱਲ ਕੇ ਬੈਠੇ ਰਹੇ ਆ ਸਾਲ ਤੋਂ ਉੱਤੇ, ਹੈ ਨਾ। ਸੋ ਫਿਰ ਉਹ ਵਾਪਸ ਵੀ ਲੈ ਲਏ ਗਏ ਆ। ਸੋ ਇਹ ਸਰਕਾਰ ਦੇ ਮਨਸ਼ੇ ਕੀ ਆ? ਮੈਨੂੰ ਤਾਂ ਅਜੇ ਤੱਕ ਜਦੋਂ ਤੁਸੀਂ ਇਹ ਕਹਿੰਦੇ ਹੋ ਨਾ ਕਿ ਅਸੀਂ 1 ਇੰਚ ਵੀ ਪਿੱਛੇ ਨਹੀਂ ਹਟਾਂਗੇ ਆਪਣੇ ਲਿੱਤੇ ਹੋਏ ਫੈਸਲੇ ਤੋਂ, ਅਸੀਂ ਟਸ ਤੋਂ ਮਸ ਨਹੀਂ ਹੋਵਾਂਗੇ, ਇਹ ਤੇ ਫਿਰ ਮਾਫ ਕਰਨਾ ਕਿ ਲੋਕਤੰਤਰ ਨਹੀਂ, ਇਹ ਤੇ ਫਿਰ ਤਾਨਾਸ਼ਾਹੀ ਲੱਗਦੀ ਹੈ। ਬਿਲਕੁਲ, ਮਤਲਬ ਮੁਲਕ ਤੁਹਾਡੀ ਮਰਜ਼ੀ ਦੇ ਮੁਤਾਬਿਕ ਥੋੜਾ ਚੱਲਣਾ ਹੈ, ਮੁਲਕ ਤੇ ਜਨਤਾ ਦੀ ਮਰਜ਼ੀ ਦੇ ਮੁਤਾਬਿਕ ਚੱਲਣਾ ਹੈ। ਜਿਹੜੇ ਫੈਸਲੇ ਜਨਤਾ ਨੂੰ ਮਨਜ਼ੂਰ ਨਹੀਂ ਉਹ ਤੁਸੀਂ ਨਹੀਂ ਲੈ ਸਕਦੇ, ਕਿਉਂਕਿ ਜਨਤਾ ਚਾਹੁੰਦੀ ਹੈ ਕਿ ਸਾਨੂੰ ਇਹ ਨਹੀਂ ਚਾਹੀਦਾ। ਜ਼ਬਰਦਸਤੀ ਥੋੜਾ। ਹੁਣ ਤੁਸੀਂ ਕਹੋ ਕਿ ਜਿਹੜੇ ਕਾਰਪੋਰੇਟ ਘਰਾਣੇ ਤੁਹਾਨੂੰ ਸਪਾਂਸਰ ਕਰਦੇ ਨੇ, ਤੁਹਾਡੀਆਂ ਇਲੈਕਸ਼ਨਸ ਨੂੰ ਸਪਾਂਸਰਸ ਕਰਦੇ ਨੇ, ਠੀਕ ਹੈ ਨਾ, ਤੁਸੀਂ ਉਹਨਾਂ ਲਈ ਕੰਮ ਕਰ ਰਹੇ ਹੋ ਔਰ ਜੋ ਉਹਨਾਂ ਦੇ ਹੱਕ 'ਚ ਜਾਂਦਾ ਹੈ ਤੁਸੀਂ ਉਸ ਦੇ ਮੁਤਾਬਿਕ ਫੈਸਲੇ ਲੈਂਦੇ ਹੋ, ਉਸ ਦੇ ਮੁਤਾਬਿਕ ਪਾਲਿਸੀ ਬਣਾਉਂਦੇ ਹੋ, ਨੀਤੀਆਂ ਬਣਾਉਂਦੇ ਹੋ ਔਰ ਉਸ ਦੇ ਮੁਤਾਬਿਕ ਹੀ ਦੇਸ਼ ਨੂੰ ਚਲਾਉਣਾ ਚਾਹੁੰਦੇ ਹੋ, ਤੇ ਫਿਰ ਆਮ ਜਨਤਾ ਕਿੱਥੇ ਜਾਏ? ਇਹ ਜਿਹੜੇ 10 ਘਰਾਣੇ ਬੈਠੇ ਨੇ ਉੱਤੇ ਸਾਡੇ ਸਿਰ ਦੇ ਉੱਤੇ, ਜਿਹੜੇ ਸਾਡੇ ਵਿੱਚੋਂ ਹੀ ਪੈਦਾ ਹੋਏ ਨੇ ਔਰ ਅੱਜ ਸਾਡੇ ਤੇ ਹਕੂਮਤ ਚਲਾਉਂਦੇ ਪਏ ਨੇ, ਸਾਨੂੰ ਆਪਣੀ ਮਰਜ਼ੀ ਦੇ ਮੁਤਾਬਿਕ ਤੋੜਦੇ ਪਏ ਨੇ, ਇੱਥੋਂ ਤੱਕ ਕਿ ਸਾਡੀ ਸੋਚ ਦੇ ਉੱਤੇ ਵੀ ਕਬਜ਼ਾ ਕਰ ਲੈਣਾ ਚਾਹੁੰਦੇ ਨੇ, ਸਾਡੀ ਜ਼ਿੰਦਗੀ ਦੇ ਉੱਤੇ ਵੀ ਕਬਜ਼ਾ ਕਰ ਲੈਣਾ ਚਾਹੁੰਦੇ ਨੇ, ਸਾਡੀ ਰੋਜ਼ੀ ਰੋਟੀ ਦੇ ਉੱਤੇ ਵੀ ਕਬਜ਼ਾ ਕਰ ਲੈਣਾ ਚਾਹੁੰਦੇ ਨੇ। ਕਿਉਂ? ਕਾਰਨ ਕੀ ਹੈ? ਸਾਨੂੰ ਇਹ ਗੁਲਾਮ ਕਿਉਂ ਬਣਾਉਣਾ ਚਾਹੁੰਦੇ ਨੇ? ਔਰ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਇਹੀ ਗੁਲਾਮੀ ਤੁਹਾਡੀ ਆਜ਼ਾਦੀ ਹੈ। ਇਹ ਕਿੱਦਾਂ ਦੀ ਸੋਚ ਸਾਡੇ ਵਿੱਚ ਪੈਦਾ ਕਰਨੀ ਚਾਹੁੰਦੇ ਨੇ? ਇਹ ਇਦਾਂ ਦਾ ਕਿਉਂ ਕਰਨਾ ਚਾਹੁੰਦੇ ਨੇ? ਮੈਨੂੰ ਹੁਣ ਤੱਕ ਨਹੀਂ ਸਮਝ ਆ ਰਹੀ ਇਹ ਗੱਲ। ਦੇਖੋ ਸੰਜੀਵ ਜੀ, ਸਰਕਾਰਾਂ ਜਿਵੇਂ ਤੁਸੀਂ ਗੱਲ ਕਰਦੇ ਹੁੰਦੇ ਹੋ ਵੀ ਡੀਪ ਸਟੇਟ ਆ ਨਾ, ਡੀਪ ਸਟੇਟ ਆਪਣੇ ਥਾਂ ਆਪਣੇ ਕੰਮ 'ਚ ਲੱਗਾ ਰਹਿੰਦਾ ਜੀ। ਜਿਹੜੀ ਜ਼ਾਹਰਾ ਤੌਰ ਤੇ ਸਰਕਾਰ ਹੁੰਦੀ ਆ ਉਹ ਆਪਣੇ ਤੌਰ ਤੇ ਕੰਮ 'ਚ ਲੱਗੀ ਰਹਿੰਦੀ ਆ ਜੀ, ਤੇ ਉਹ ਇੰਨੇ ਸੂਖਮ ਢੰਗ ਦੇ ਨਾਲ ਕੰਮ ਕਰਦਾ ਜਿਹੜਾ ਡੀਪ ਸਟੇਟ ਆ ਵੀ ਤੁਹਾਨੂੰ ਸਾਨੂੰ ਜਾਂ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈਗਾ। ਬਿਲਕੁਲ। ਮਸਲਨ ਸਿਲੇਬਸ ਬਦਲੇ ਜਾ ਰਹੇ ਆ, ਹਾਂਜੀ, ਹਿਸਟਰੀ 'ਚ ਡਿਸਟੋਰਸ਼ਨਸ ਕੀਤੀਆਂ ਜਾ ਰਹੀਆਂ, ਤੋੜ ਮਰੋੜ ਕੇ ਤੱਥ ਪੇਸ਼ ਕੀਤੇ ਜਾ ਰਹੇ ਆ। ਬਿਲਕੁਲ। ਪਿੱਛੇ ਜੇ ਸ਼ਾਇਦ ਤੁਹਾਨੂੰ ਪਤਾ ਹੋਵੇ ਵੀ 9ਵੀਂ ਪਾਤਸ਼ਾਹੀ ਬਾਰੇ ਪੁੱਠਾ ਸਿੱਧਾ ਪੜਾਇਆ, ਮਤਲਬ ਸਿਲੇਬਸ ਦੇ ਵਿੱਚ ਪਾਤਾ ਗਿਆ। 10ਵੇਂ ਪਾਤਸ਼ਾਹ ਬਾਰੇ ਇਸ ਤਰ੍ਹਾਂ ਕੁਝ ਕਿਹਾ ਗਿਆ। ਪੰਜਾਬ ਸਕੂਲ, ਹੋਰ ਤਾਂ ਹੋਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੀਆਂ ਕਿਤਾਬਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਤੱਥਾਂ ਦੀ ਡਿਸਟੋਰਸ਼ਨ ਜਿਹੜੀ ਆ, ਕਨਕੌਕਟਡ ਫੈਕਟਸ ਜਿਹੜੇ ਆ ਉਹ ਪੇਸ਼ ਕੀਤੇ ਗਏ, ਫਿਰ ਵਾਪਸ ਲੈ ਗਏ। ਲੋਕਾਂ ਨੂੰ ਧਰਨੇ ਮੁਜ਼ਾਹਰੇ ਕਰਨੇ ਪਏ, ਧਰਨੇ ਲਾਉਣੇ ਪਏ। ਇੱਕ ਹੋਰ ਚੀਜ਼ ਸਾਊਥ ਦੇ ਵਿੱਚ ਕੀ ਕੀਤਾ ਗਿਆ ਕਿ ਭਗਤ ਸਿੰਘ ਦਾ ਚੈਪਟਰ ਹਟਾ ਦਿੱਤਾ ਗਿਆ ਸਿਲੇਬਸ 'ਚੋਂ ਔਰ ਉਹਦੀ ਥਾਂ ਦੇ ਉੱਤੇ RSS ਦੇ ਜੋ ਸੰਸਥਾਪਕ ਨੇ ਉਹਨਾਂ ਦਾ ਚੈਪਟਰ ਲਗਾ ਦਿੱਤਾ ਗਿਆ। ਤੁਸੀਂ ਬੇਸ਼ੱਕ RSS ਦੇ ਜਿਹੜੇ ਸੰਸਥਾਪਕ ਨੇ ਉਹਨਾਂ ਦਾ ਚੈਪਟਰ ਲਗਾਓ ਜੀ, ਸਦਕੇ ਲਗਾਓ, ਪਰ ਭਗਤ ਸਿੰਘ ਦਾ ਚੈਪਟਰ ਹਟਾਉਣ ਦਾ ਮਤਲਬ ਕੀ ਬਣਦਾ ਹੈ? ਕਿ ਭਗਤ ਸਿੰਘ ਹਟਾ ਕੇ ਲਾਉਣਾ ਵੀ ਭਗਤ ਸਿੰਘ ਦੇਸ਼ ਭਗਤ ਨਹੀਂ ਸੀਗਾ, ਭਗਤ ਸਿੰਘ ਇਸ ਲਾਇਕ ਨਹੀਂ ਕਿ ਉਹਦੇ ਬਾਰੇ ਪੜਾਇਆ ਜਾਵੇ ਸਕੂਲਾਂ 'ਚ। ਤੇ ਸਾਰੀ ਦੁਨੀਆ ਜਾਣਦੀ ਆ ਭਈ ਜਿਹੜੇ ਮਾਫੀਨਾਮਾ ਦੇ ਕੇ ਬਾਹਰ ਕੌਣ ਆਏ ਸੀਗੇ, ਹੈ ਨਾ, ਉਹ ਸ਼ਾਇਦ RSS ਦੇ ਆਗੂ ਸੀਗੇ, ਹੈ ਨਾ, ਜਿਨ੍ਹਾਂ ਨੇ ਜੇਲ੍ਹ 'ਚ ਮਾਫੀਨਾਮਾ ਦਿੱਤਾ ਅੰਗਰੇਜ਼ ਸਰਕਾਰ ਵੇਲੇ, ਤਾਂ ਫਿਰ ਉਹਨਾਂ ਦੀ ਰਿਹਾਈ ਹੋਈ ਸੀ। ਔਰ ਤੇ ਭਗਤ ਸਿੰਘ ਹੁਣੀ ਫਾਂਸੀ ਦੇ ਰਾਜਗੁਰੂ ਸੁਖਦੇਵ ਹੋਰੀ ਤਾਂ ਫਾਂਸੀ ਦੇ ਰੱਸੇ ਚੁੰਮੇ ਹਨ। ਔਰ ਇੱਕ ਪ੍ਰੈਕਟੀਕਲ ਗੱਲ ਆਪਾਂ ਕਰਦੇ ਹਾਂ ਜੀ, ਆਪਾਂ ਇਸ ਗੌਡਸੇ ਜਿਹਨੇ ਸਾਡੇ ਰਾਸ਼ਟਰ ਪਿਤਾ ਨੂੰ ਮਾਰਿਆ ਉਹਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕੁਝ ਤਰ੍ਹਾਂ ਵੱਲੋਂ। ਬਿਲਕੁਲ। ਔਰ ਆਪਾਂ ਜਦੋਂ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ ਗੱਲ ਕਰਦੇ ਆ ਔਰ ਹੋਰ ਆਜ਼ਾਦੀ ਦੇ ਪਰਵਾਨੇ ਜਿਨ੍ਹਾਂ ਨੇ ਫਾਂਸੀ ਦਾ ਰੱਸਾ ਗਲ 'ਚ ਪਾਇਆ, ਹੁਣ ਆਪਾਂ ਪ੍ਰੈਕਟੀਕਲ ਗੱਲ ਤੇ ਆਈਏ ਜੀ। ਤੁਸੀਂ ਦੇਖੋ, ਇੱਕ ਬੰਦੇ ਦੇ ਗਲੇ ਦੇ ਵਿੱਚ ਫਾਂਸੀ ਦਾ ਰੱਸਾ ਪਾ ਕੇ ਉਹਦੇ ਲੱਤਾਂ ਤੇ ਉਹਦੇ ਹੱਥ ਪਿੱਛੇ ਬੰਨ੍ਹ ਕੇ ਉਹਨੂੰ ਇੱਕ ਝਟਕੇ ਦੇ ਨਾਲ ਖੂਹ 'ਚ ਲਟਕਾ ਦਿੱਤਾ ਜਾਂਦਾ। ਬਿਲਕੁਲ। ਉਹ ਜਾਨ ਆਸਾਨੀ ਨਾਲ ਨਹੀਂ ਨਿਕਲਦੀ ਜੀ। ਔਰ ਕੋਰਟ ਦੇ ਕੀ ਆਰਡਰਸ ਹੁੰਦੇ ਨੇ, ਜਦੋਂ ਤੱਕ ਜਾਨ ਨਾ ਨਿਕਲ ਜਾਏ ਉਦੋਂ ਤੱਕ ਲਟਕਾ ਕੇ ਰੱਖਣਾ, ਟੂ ਬੀ ਹੈਂਗਡ ਟਿਲ ਡੈਥ। ਜੀ। ਹੁਣ ਉਹ ਕਿੱਦਾਂ ਜਾਨ ਨਿਕਲਦੀ ਹੋਏਗੀ? ਜੀ। ਔਰ ਉਸ ਬੰਦੇ ਦੀ, ਉਹਨਾਂ ਸ਼ਹੀਦਾਂ ਦੀ ਅਸੀਂ ਇਹ ਬੁੱਕਤ ਪਾਉਣੇ ਪਏ ਆ ਕਿ ਉਹਨਾਂ ਦੇ ਚੈਪਟਰਸ ਅਸੀਂ ਹਿਸਟਰੀ 'ਚੋਂ ਹਟਾਉਣੇ। ਬਿਲਕੁਲ। ਉਹਨਾਂ ਬਾਰੇ ਸਕੂਲਾਂ 'ਚ ਬੱਚਿਆਂ ਨੂੰ ਨਾ ਪੜਾਇਆ ਜਾਵੇ। ਬਿਲਕੁਲ। ਕਿਉਂ ਨਾ ਪੜਾਇਆ ਜਾਏ? ਇਹ ਕਾਰਨ ਇਹ ਸਾਡੀ ਸਮਝ ਤੋਂ ਬਾਹਰ ਹੈ। ਇਹ ਡੀਪ ਸਟੇਟ ਦੇ ਕੰਮ ਨੇ, ਹੈ ਨਾ। ਬਿਲਕੁਲ। ਭਈ ਤੁਸੀਂ ਇਤਿਹਾਸ ਬਦਲੋ, ਸਿਲੇਬਸ ਬਦਲੋ,
ਬੱਚਿਆਂ ਦੇ ਮਨਾਂ ਵਿੱਚ ਜਿਹੜੀਆਂ ਸ਼ੁਰੂ ਤੋਂ ਹੀ ਹੋਰ ਕਿਸਮ ਦੀਆਂ ਭਾਵਨਾਵਾਂ ਭਰੋ, ਠੀਕ ਹੈ। ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਓ, ਜਾਤਾਂ ਪਾਤਾਂ ਦੇ ਨਾਂ ਤੇ ਲੜਾਓ, ਦੰਗੇ ਕਰਵਾਓ, ਇਹ ਮਤਲਬ ਇਹ ਡੀਪ ਸਟੇਟ ਦੇ ਕੰਮ ਹੁੰਦੇ ਆ, ਹੈ ਨਾ। ਬਿਲਕੁਲ ਸਰ। ਔਰ ਮੈਂ ਇੱਕ ਚੀਜ਼ ਦੇਖਦਾ ਹਾਂ ਕਿ ਸਾਡੀ ਜਿਹੜੀ ਰਾਜਨੀਤੀ ਹੈ ਨਾ, ਜਦੋਂ ਦਾ ਦੇਸ਼ ਆਜ਼ਾਦ ਹੋਇਆ, ਮੋਸਟ ਆਫ ਦਾ ਟਾਈਮਸ ਕੀ ਸਾਹਮਣੇ ਆਉਂਦਾ ਹੈ, ਇੱਕ ਤਾਂ ਜ਼ਾਤ ਜੀ, ਇੱਕ ਧਰਮ ਜੀ, ਇੱਕ ਇਲਾਕਾ, ਬਿਲਕੁਲ, ਇੱਕ ਭਾਸ਼ਾ, ਇਹ 4-5 ਵਿਸ਼ੇ ਨੇ ਜਿਹਦੇ ਉੱਤੇ ਤੁਸੀਂ ਆਪਣੀ ਸਾਰੀ ਪੋਲਿਟਿਕਸ ਬਣਾਉਂਦੇ ਸਾਰੀ ਹੋ। ਮਤਲਬ ਰੋਟੀਆਂ, ਸਿਆਸੀ ਰੋਟੀਆਂ ਸੇਕਦੇ ਆ ਤੇ ਗੱਦੀਆਂ ਸਾਹਮਣੇ ਆ, ਹਕੂਮਤ ਕਰਦੇ ਆ। ਬਿਲਕੁਲ ਜੀ। ਔਰ ਇਹ ਚਾਰੋਂ ਚੀਜ਼ਾਂ ਦਾ ਸਾਡੇ ਸੰਵਿਧਾਨ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਬਿਲਕੁਲ ਬਿਲਕੁਲ। ਸੰਵਿਧਾਨ ਕਹਿੰਦਾ ਕਿ ਇਹ ਚਾਰੋਂ ਚੀਜ਼ਾਂ ਪ੍ਰਾਈਵੇਟ ਨੇ, ਪਰਸਨਲ ਨੇ। ਭਾਸ਼ਾ ਭਾਸ਼ਾ, ਇਲਾਕਾ ਇਲਾਕਾ ਹੈ, ਧਰਮ ਧਰਮ ਹੈ, ਜਾਤ ਜਾਤ ਹੈ। ਗੱਲ ਤਾਂ ਕਰੋ ਕਿ ਤੁਸੀਂ ਇੱਕ ਚੰਗੇ ਨਾਗਰਿਕ ਹੈਗੇ ਹੋ ਕਿ ਨਹੀਂ ਹੈਗੇ ਹੋ, ਔਰ ਇੱਕ ਚੰਗੇ ਨਾਗਰਿਕ ਬਣ ਕੇ ਭਾਰਤ ਵਾਸਤੇ ਕੀ ਕੰਮ ਕਰਦੇ ਹੋ। ਸਿੱਧੀ ਸਾਦੀ ਗੱਲ ਤਾਂ ਸੰਵਿਧਾਨ ਹੀ ਕਹਿੰਦਾ। ਬਿਲਕੁਲ। ਔਰ ਇਹ ਚਾਰੋਂ ਗੱਲਾਂ ਸੰਵਿਧਾਨ ਦੇ ਖਿਲਾਫ ਨੇ, ਔਰ ਦੁੱਖ ਦੀ ਗੱਲ ਹੈ ਇਹ ਚਾਰੋਂ ਗੱਲਾਂ ਸਾਡੀ ਰਾਜਨੀਤੀ ਦਾ ਆਧਾਰ ਨੇ। ਬਿਲਕੁਲ। ਔਰ ਹੋਰ ਦੇਖ ਲਓ, ਸਿਆਸਤ ਹੁਣ ਜਿੱਦਾਂ ਬਿਆਨਬਾਜ਼ੀ, ਪ੍ਰਚਾਰ, ਸੰਗਰੂਰ ਦੀ ਜਿਮਨੀ ਚੋਣ ਹੋ ਰਹੀ ਆ। ਬਿਲਕੁਲ ਜੀ। ਉਹ ਆਪਣੇ ਕੱਲ ਸੁੱਖ ਨਾਲ ਕੇਜਰੀਵਾਲ ਸਾਹਿਬ ਵੀ ਆਏ ਹੋ ਸੀਗੇ, ਅਰਵਿੰਦ ਕੇਜਰੀਵਾਲ ਹੋਰੀ, ਹੈ ਨਾ। ਬਿਆਨ ਤੇ ਬਿਆਨ ਆ। ਉਧਰ ਸਿਮਰਨਜੀਤ ਸਿੰਘ ਮਾਨ ਹੋਰੀ ਖੜੇ ਆ, ਤੇ ਉਹ ਕੋਈ ਉਧਰ ਰਾਜੋਆਣਾ ਸਾਹਿਬ ਦੀ ਭੈਣ ਖੜੀ ਆ, ਠੀਕ ਹੈ ਜੀ। ਉਧਰ ਮਤਲਬ ਉਹ ਬਿਆਨਬਾਜ਼ੀਆਂ ਦਾ ਦੌਰ ਆ, ਵਾਅਦਿਆਂ ਦਾ ਦੌਰ ਆ, ਲੋਕਾਂ ਨੂੰ ਸਬਜ਼ ਬਾਗ ਦਿਖਾਉਣ ਦਾ ਦੌਰ ਆ। ਔਰ ਆਪ ਲਈ ਇਹ ਵਕਾਰ ਦੀ ਮਤਲਬ ਗੱਲ ਬਣੀ ਹੋਈ ਆ, ਕਿਉਂਕਿ ਸਰਕਾਰ ਉਹਨਾਂ ਦੀ ਆ, ਜੇ ਜਿਮਨੀ ਚੋਣ ਹਾਰਦੇ ਆ, ਗੱਲ ਤਾਂ ਐਡੀ ਨਹੀਂ, ਪਰ ਇੱਕ ਸੀਟ ਜਿਹੜੀ ਉਹਨਾਂ ਦੀ ਜਾਂਦੀ ਆ, ਹੈ ਨਾ ਜੀ। ਤੇ ਉਹ ਫਿਰ ਚੁਟਕਲੇਬਾਜ਼ੀਆਂ ਦਾ ਦੌਰ ਆ। ਲੋਕ ਸੋਸ਼ਲ ਮੀਡੀਆ ਤੇ ਵੀ ਇੱਕ ਤਰ੍ਹਾਂ ਨਾਲ ਇਹ ਚੋਣ ਲੜੀ ਜਾ ਰਹੀ ਆ। ਕੱਲ ਕਿਸੇ ਨੇ ਪਾਇਆ ਹੋਇਆ ਸੀਗਾ ਵੀ ਸਿਮਰਨਜੀਤ ਸਿੰਘ ਮਾਨ ਤਾਂ ਐਤਕੀ ਸ਼ਾਇਦ ਜਿੱਤ ਜਾਣ, ਹੈ ਨਾ। ਉਹ ਕੋਈ ਜਵਾਬ ਦੇ ਰਿਹਾ ਵੀ ਸ਼ਾਇਦ ਜੇ ਬਾਕੀ ਦੇ ਉਮੀਦਵਾਰ ਮਰ ਮੁੱਕ ਜਾਣ ਫਿਰ ਤਾਂ ਇਹ ਜ਼ਰੂਰ ਇਕੱਲੇ ਜਿੱਤ ਜਾਣਗੇ, ਹੈ ਨਾ। ਸੋ ਕਿਉਂਕਿ ਉਹਨਾਂ ਤੇ ਇਦਾਂ ਦਾ ਵੀ ਲੱਗਦਾ ਵੀ ਜਦੋਂ 84 ਦੇ ਸਮਿਆਂ ਦੇ ਵਿੱਚ, 84 ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲੇ ਪਿੱਛੋਂ ਪਹਿਲੀ ਵਾਰੀ ਚੋਣ ਹੁੰਦੀ ਆ, ਤਾਂ ਇਹ ਤਰਨ ਤੋਂ ਬਹੁਤ ਜ਼ਿਆਦਾ ਬਹੁਮਤ ਲੈ ਕੇ ਉਹ ਰਿਕਾਰਡ ਸੀਗਾ ਦੇਸ਼ ਦੇ ਵਿੱਚ, ਇੱਕ ਜਿੱਤੇ ਸੀ, ਪਰ ਇਹ ਪਾਰਲੀਮੈਂਟ 'ਚ ਨਹੀਂ ਗਏ। ਇਹਨਾਂ ਨੇ ਲੋਕ ਕਹਿੰਦੇ ਆ ਵੀ ਸਦਨ ਦੇ ਜਿਹੜਾ ਸਦਨ ਦੇ ਬਰਾਂਡੇ ਦੇ ਵਿੱਚ ਹੀ ਇਹ ਗੱਤਕਾ ਖੇਲਦੇ ਰਹੇ ਵੀ ਮੈਂ 3.5 ਫੁੱਟੀ ਕਿਰਪਾਨ ਲੈ ਕੇ ਜਾਣਾ, ਜਿਹੜੀ ਕਿ ਨੋਰਮਸ ਦੇ ਉਲਟ ਸੀਗੀ ਗੱਲ, ਹੈ ਨਾ। ਸੋ ਉਧਰੋਂ ਉਹ ਕਹਿੰਦੇ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ, ਜਿਹੜੇ ਬੀਬੀ ਰਾਜੋਆਣਾ ਸਾਹਿਬ ਦੀ ਭੈਣ ਆ, ਉਹ ਤੋਂ ਬਿਹਤਰ ਢੰਗ ਨਾਲ ਕੋਈ ਨਹੀਂ ਚੁੱਕ ਸਕਦਾ। ਸੋ ਗੱਲ ਇਹ ਆ ਵੀ ਸਰਕਾਰ ਜਿਹੜੀ ਇਸ ਵੇਲੇ ਗੱਦੀ ਤੇ ਬੈਠੀ ਆ, ਉਹ ਹਰ ਜਾਣੀ ਕਿ ਹਰਬਾ ਵਰਤੂਗੀ ਚੋਣ ਜਿੱਤਣ ਲਈ, ਠੀਕ ਹੈ। ਤੇ ਉਧਰ ਨਕਾਰੀਆਂ ਹੋਈਆਂ ਧਿਰਾਂ ਬੀਬੀ ਰਾਜੋਆਣਾ ਦੀ ਸਪੋਰਟ ਕਰ ਰਹੀਆਂ। ਤੇ ਤੁਹਾਨੂੰ ਕਿੱਦਾਂ ਲੱਗਦਾ ਭਈ ਇਹ ਇਸ ਸਭ ਕੁਝ ਵਿੱਚੋਂ ਕੀ ਨਿਕਲੂ, ਕਿਉਂਕਿ ਹੁਣ ਤਾਂ ਦਿਨ ਹੀ ਕੁਝ ਨਹੀਂ ਰਹਿ ਗਿਆ। ਦੇਖੋ ਗੱਲ ਇਹ ਹੈ ਕਿ ਜਦੋਂ ਮੇਨ ਇਲੈਕਸ਼ਨਸ ਹੋਣ ਵਾਲੀਆਂ ਸੀ 3 ਮਹੀਨੇ ਪਹਿਲਾਂ ਜੀ, ਉਦੋਂ ਵੀ ਬੜੀਆਂ ਸਾਰਿਆਂ ਦੀਆਂ ਕਿਆਸਕਾਰੀਆਂ ਸੀ, ਬੜੇ ਅੰਦਾਜ਼ੇ, ਇੱਦਾਂ ਹੋ ਸਕਦਾ ਉੱਦਾਂ ਹੋ ਸਕਦਾ। ਵਿੱਚੋਂ ਕੀ ਨਿਕਲਿਆ, 92 ਸੀਟਾਂ ਆਪ ਲੈ ਕੇ ਚਲੀ ਗਈ। ਕਿਸੇ ਨੇ ਨਹੀਂ ਸੋਚਿਆ ਸੀ, ਕਿਸੇ ਨੇ ਨਹੀਂ ਸੋਚਿਆ, ਠੀਕ ਹੈ ਨਾ। ਉਸ ਤੋਂ ਪਹਿਲਾਂ ਵੀ ਇੱਦਾਂ ਹੀ ਹੋਇਆ। ਪਹਿਲਾਂ ਕਹਿੰਦੇ ਸੀ ਕਾਂਗਰਸ ਆਏਗੀ, ਅਕਾਲੀ ਰਿਪੀਟ ਹੋ ਗਏ, ਠੀਕ ਹੈ ਨਾ। ਫਿਰ ਕਹਿੰਦੇ ਸੀ ਅਕਾਲੀ ਰਿਪੀਟ ਕਰਨਗੇ, ਕਾਂਗਰਸ ਆ ਗਈ। ਇਸ ਵਾਰ ਬਿਲਕੁਲ ਜਿੱਦੋਂ ਕਹਿੰਦੇ ਆ ਨਾ ਕਿ ਜੱਗੋ ਤੇਰ ਵੀ ਗੱਲ ਹੋਈ ਹੈ ਇਸ ਵਾਰ। ਹਾਂ, ਆਪਣੇ ਸੁਖਬੀਰ ਬਾਦਲ ਤਾਂ ਕਹਿੰਦੇ ਸੀ 25 ਸਾਲ ਰਾਜ ਕਰਨਾ। ਬਿਲਕੁਲ, ਉਹ ਸਿਆਸੀ ਦ੍ਰਿਸ਼ ਤੋਂ ਹੀ ਲੋਪ ਕਰ ਦਿੱਤੇ ਗਏ, ਸਿਰਫ 3 ਬੰਦੇ ਰਹਿ ਗਏ ਨੇ। ਸੋ ਗੱਲ ਇਹ ਹੈ ਕਿ ਇਸ ਵਾਰ ਵੀ ਇਦਾਂ ਹੀ ਲੱਗਦਾ ਇਹ ਹੀ ਹੈ। ਕਈ ਵਾਰ ਮਾਨ ਸਾਹਿਬ ਕਹਿੰਦੇ ਨੇ ਕਿ ਸਾਡੀ ਕਾਰਗੁਜ਼ਾਰੀ ਬਹੁਤ ਵਧੀਆ, 3 ਮਹੀਨਿਆਂ ਦੇ ਵਿੱਚ ਲੋਕਾਂ ਦਾ ਬੜਾ ਪੱਕਾ ਵਿਸ਼ਵਾਸ ਬਣਿਆ, ਅਸੀਂ ਜੀ ਹੈਟ੍ਰਿਕ ਮਾਰਨੀ, ਅਸੀਂ ਲੈ ਕੇ ਜਾਵਾਂਗੇ। ਉਹ ਤਾਂ ਮਲੇਰਕੋਟਲਿਆਂ ਨਾਲ ਵੀ ਇਦਾਂ ਹੀ ਸੀਗਾ ਇਹਨਾਂ ਦਾ, ਜਦੋਂ ਪਿਛਲੀਆਂ ਚੋਣਾਂ ਵੇਲੇ ਉਦੋਂ ਵੀ ਇਹੀ ਸੀਗਾ, ਹੈ ਨਾ। ਉਦੋਂ ਤਾਂ ਦੀਪ ਸਿੱਧੂ ਦੀ ਮੌਤ ਨੂੰ ਵੀ ਕੈਸ਼ ਕਰਨ ਦਾ ਯਤਨ ਕੀਤਾ ਗਿਆ ਸੀਗਾ। ਕਿਹੜੇ ਮੌਕੇ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਵਾਰ ਮੂਸੇਵਾਲਾ ਸਾਹਿਬ ਦੀ ਨੂੰ, ਹਾਂ, ਉਹਨਾਂ ਦੇ ਉੱਤੇ ਬੜੀ ਹਮਦਰਦੀ ਜਾਗੀ ਹੋਈ। ਪਿਤਾ ਜੀ ਨੂੰ ਕਿਹਾ ਗਿਆ ਕਿ ਤੁਸੀਂ ਸੰਗਰੂਰ ਤੋਂ ਆ ਜਾਓ ਜੀ। ਉਹਨਾਂ ਨੇ ਦੇਖੋ ਕਿੱਡੀ ਵੱਡੀ ਗੱਲ ਕਹਿਤੀ, ਮੇਰੇ ਬੇਟੇ ਦਾ ਸੇਵਾ ਠੰਡਾ ਨਹੀਂ ਹੋਇਆ ਤੇ ਮੈਨੂੰ ਤੁਸੀਂ ਚੋਣਾਂ ਨਹੀਂ ਕੀ ਆਫਰ ਕਰਦੇ ਪਏ ਜੀ। ਸੋ ਸਿਆਸਤਦਾਨਾਂ ਦਾ ਕੋਈ ਧਰਮ ਹੈ? ਕੋਈ ਧਰਮ ਨਹੀਂ, ਸਿਰਫ ਜਿੱਤਣਾ ਹੈ। ਉਹੀ ਗੱਲ ਹੈ ਨਾ, ਸਿਆਸਤਦਾਨ ਹਮੇਸ਼ਾ ਅਗਲੀਆਂ ਇਲੈਕਸ਼ਨਸ ਬਾਰੇ ਸੋਚਦਾ। ਹਾਂ, ਜਿਹੜਾ ਸਟੇਟਸਮੈਨ ਹੁੰਦਾ ਉਹ ਜ਼ਰੂਰ ਅਗਲੀ ਪੀੜ੍ਹੀ ਬਾਰੇ ਸੋਚਦਾ। ਹਾਂ, ਸਾਨੂੰ ਸਟੇਟਸਮੈਨ ਚਾਹੀਦੇ ਨੇ। ਪਰ ਮੈਨੂੰ ਲੱਗਦਾ ਵੀ ਹੁਣ ਜਿਹੜੇ ਸਟੇਟਸਮੈਨ ਆ
ਉਹ ਜਿਹੜੇ ਸਿਆਸੀ ਦ੍ਰਿਸ਼ ਤੋਂ ਲਾਂਭੇ ਹੁੰਦੇ ਜਾ ਰਹੇ ਆ। ਮੈਨੂੰ ਕੋਈ ਸ਼ੋਅ ਪੀਸ ਨੇ ਉਹ, ਸ਼ੋਅ ਪੀਸ ਆ। ਇਹ ਕਿਸੇ ਵੀ ਪਾਰਟੀ ਦੇ ਵਿੱਚ ਸਟੇਟਸਮੈਨ ਹੋਏਗਾ ਨਾ, ਬਿਲਕੁਲ ਉਹ ਇੱਕ ਸ਼ੋਅ ਪੀਸ ਹੈ ਦਿਖਾਉਣ ਵਾਸਤੇ ਕਿ ਦੇਖੋ ਆ ਵੀ ਸਾਡੇ ਕੋਲ ਹੈ, ਪਰ ਉਹਦੇ ਕੋਲ ਕੋਈ ਅਹੁਦਾ ਨਹੀਂ ਹੋਏਗਾ, ਉਹਦੇ ਕੋਲ ਕੋਈ ਕੰਮ ਨਹੀਂ ਹੋਏਗਾ। ਕੰਮ ਉਹਦੇ ਕੋਲ ਹੋਏਗਾ, ਪਾਵਰ ਉਹਦੇ ਕੋਲ ਹੋਏਗੀ ਜਿਹੜਾ ਕਮਾ ਕੇ ਦੇ ਸਕਦਾ ਹੈ, ਜਿਹੜਾ ਕਮਾਊ ਪੁੱਤ ਹੈ, ਜਿਹੜਾ ਕਮਾਊ ਪੁੱਤ ਆ ਸਿਆਸੀ ਪਾਰਟੀਆਂ ਦਾ ਨਾ, ਉਹਦੇ ਕੋਲ ਪਾਵਰ ਹੁੰਦੀ ਹੈ। ਬਿਲਕੁਲ, ਬਾਕੀ ਤੇ ਦਿਖਾਵੇ ਵਾਸਤੇ ਬੈਠੇ ਹੁੰਦੇ ਨੇ। ਉਹਦਾ ਹਰ ਮੰਦਾ ਚੰਗਾ ਕੰਮ ਜਿਹੜਾ ਆ ਉਹ ਮਾਇਆ ਦੇ ਸੁਨਹਿਰੀ ਖੰਭੇ ਕੱਜ ਲੈਂਦੇ ਆ। ਬਿਲਕੁਲ ਜੀ, ਕਿਤੇ ਪਾਰਟੀ ਫੰਡ ਹੈ ਤੇ ਕਿਤੇ ਆਪਣਾ ਪਰਸਨਲ ਫੰਡ ਹੈ, ਸਭ ਕੁਝ ਚੱਲਦਾ। ਆਪਾਂ ਸਾਰੇ ਜਾਣਦੇ ਹਾਂ ਕਿਹੜੀ ਨਵੀਂ ਗੱਲ ਕਰਦੇ ਪਏ ਹਾਂ। ਸੋ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਦਾ ਵੀ ਇਹੀ ਹੈ, ਜਦੋਂ ਤੱਕ ਰਿਜ਼ਲਟ ਆਊਟ ਨਹੀਂ ਹੋ ਜਾਂਦਾ ਤੁਸੀਂ ਗੈਸ ਨਹੀਂ ਕਰ ਸਕਦੇ। ਨਥਿੰਗ ਕੁਡ ਬੀ ਸੇਡ, ਹੈ ਨਾ, ਨਥਿੰਗ ਬਿਲਕੁਲ। ਇਹ ਤੁਸੀਂ ਕਹੋ ਨਾ ਵੋਟਾਂ ਵੀ ਪੈ ਗਈਆਂ ਨੇ, ਕੱਲ ਰਿਜ਼ਲਟ ਆਊਟ ਹੋਣਾ, ਹੁਣ ਕੀ ਲੱਗਦਾ ਕੁਝ ਨਹੀਂ ਪਤਾ, ਕੁਝ ਨਹੀਂ ਕਿਹਾ ਜਾ ਸਕਦਾ। ਔਰ ਹਾਂ, ਜਿਹੜੇ ਇਹ ਗਰੁੱਪਸ ਬੈਠੇ ਨੇ ਜਿਹੜੇ ਵੱਖੋ ਵੱਖ ਐਗਜ਼ਿਟ ਪੋਲਸ ਵਾਲੇ, ਹਾਂ ਇਹ ਜ਼ਰੂਰ ਮਸ਼ਰੂਮਿੰਗ ਹੋ ਰਹੀ ਹੈ ਕਿਉਂਕਿ ਇਹਨਾਂ ਨੇ ਕਾਫੀ ਪ੍ਰੈਡਿਕਸ਼ਨਸ ਕੀਤੀਆਂ ਸੀ। ਆਮ ਤੌਰ ਤੇ ਇਹਨਾਂ ਦੇ ਕਿਆਫੇ ਗਲਤ ਹੀ ਨਿਕਲਦੇ ਆ। ਕਾਫੀ ਵੈਸੇ ਫਲਰਿਸ਼ ਬਿਜ਼ਨਸ ਆ, ਬਹੁਤ ਵਧੀਆ ਬਿਜ਼ਨਸ ਹੈ, ਇਹ ਵੀ ਬਿਜ਼ਨਸ ਚੰਗਾ ਆ, ਪਰ ਜੋ ਆਪਾਂ ਦੇਖਦੇ ਆ ਬਹੁਤਾ ਕਰਕੇ ਇਹਨਾਂ ਦੇ ਕਿਆਫੇ ਜਿਹੜੇ ਆ ਉਹ ਗਲਤ ਨਿਕਲਦੇ। ਕਦੇ ਕਦਾਈ ਹਾਂ ਬਈ ਇਹਨਾਂ ਦਾ ਤੁੱਕਾ ਲੱਗ ਜਾਂਦਾ ਹੈਗਾ, ਅਦਰਵਾਈਜ਼ ਨਹੀਂ ਪਤਾ ਲੱਗਦਾ। ਬਿਲਕੁਲ ਬਿਲਕੁਲ। ਸੋ ਇਹ ਤਾਂ ਹੈ ਹੁਣ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਦੀ ਗੱਲ। ਔਰ ਦੂਜੀ ਜਿਹੜੀ ਬਹੁਤ ਵੱਡੀ ਸੱਟ ਆਪਾਂ ਸਾਰਿਆਂ ਨੂੰ ਲੱਗੀ ਹੈ, ਜਿਹੜਾ ਕਾਬੁਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ ਕਰਤੇ ਪ੍ਰਵਾਨ ਦੇ ਉੱਤੇ ਅਟੈਕ ਹੋਇਆ, ਔਰ ਉਹਦੇ ਵਾਸਤੇ ਨਵੀਆਂ ਨਿਊਜ਼ ਸਾਹਮਣੇ ਆ ਰਹੀਆਂ ਨੇ। ਕਿਤੇ ਨਖੇਦੀ ਵੀ ਹੋ ਰਹੀ ਹੈ, ਕਿਤੇ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਜਿਨ੍ਹਾਂ ਨੇ ਹਮਲਾ ਕੀਤਾ ਕਿ ਇਸਲਾਮ ਇਸ ਦੀ ਇਜਾਜ਼ਤ ਹੀ ਨਹੀਂ ਦਿੰਦਾ ਕਿ ਤੁਸੀਂ ਇਸਲਾਮ ਦੇ ਵਿਰੁੱਧ ਜਾ ਕੇ ਕੀ ਕੰਮ ਕਰਦੇ ਪਏ ਹੋ। ਠੀਕ ਹੈ, ਇੱਕ ਬੰਦੇ ਨੇ ਗਲਤੀ ਕੀਤੀ, ਉਹਨੇ ਇਸਲਾਮ ਦੇ ਖਿਲਾਫ ਜਾਂ ਮੁਹੰਮਦ ਸਾਹਿਬ ਦੇ ਖਿਲਾਫ ਬੋਲਿਆ, ਪਰ ਉਹਦਾ ਜਵਾਬ ਇਹ ਨਹੀਂ ਹੋ ਸਕਦਾ ਕਿ ਤੁਸੀਂ ਜਾ ਕੇ ਇੱਕ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਕਰੋ। ਤੇ ਇੱਦਾਂ ਆ ਵੀ ਮਿਲਵੀਆਂ ਜੁਲਮੀਆਂ ਖਬਰਾਂ ਆ ਰਹੀਆਂ, ਕਿਤੇ ਵਿਰੋਧ ਕਿਤੇ ਹੱਕ 'ਚ। ਇਸਲਾਮਿਕ ਸਟੇਟ ਇੱਦਾਂ ਵੀ ਆਇਆ ਵੀ ਇਸਲਾਮਿਕ ਸਟੇਟ ਨੇ ਹਮਲਾ IS ਵਾਲਿਆਂ ਨੇ ਤਾਂ ਕੀਤਾ ਵੀ ਜੀ ਦੇਖੋ ਹਜ਼ਰਤ ਮੁਹੰਮਦ ਸਾਹਿਬ ਬਾਰੇ ਜਿਹੜੀਆਂ ਗਲਤ ਟਿੱਪਣੀਆਂ ਸੀਗੀਆਂ ਉਹਨਾਂ ਕਰਕੇ ਅਸੀਂ ਹਮਲਾ ਕੀਤਾ। ਦੂਸਰੇ ਬੰਨੇ ਤਾਲਿਬਾਨ, ਉਹ ਵੀ ਮੁਸਲਿਮ ਨੇ, ਠੀਕ ਆ, ਉਹ ਵੀ ਇਸਲਾਮ ਨੂੰ ਮੰਨਣ ਵਾਲੇ ਆ, ਹਜ਼ਰਤ ਮੁਹੰਮਦ ਸਾਹਿਬ ਦੇ ਨਾਲ ਆਈ ਆ। ਤਾਲਿਬਾਨ ਜਿਹੜੇ ਆ ਉਹਨਾਂ ਨੇ ਬਲਕਿ ਸਿੱਖ ਭਾਈਚਾਰੇ ਦੀ ਮੀਟਿੰਗ ਸੱਦੀ ਆ, ਉਹਨਾਂ ਨੂੰ ਹੌਸਲਾ ਵੀ ਦਿੱਤਾ ਵੀ ਅਸੀਂ ਬੈਠੇ ਹਾਂ, ਕੋਈ ਗੱਲ ਨਹੀਂ, ਗੁਰਦੁਆਰੇ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਵੀ ਕਰਾਂਗੇ। ਇਹ ਤਾਲਿਬਾਨ ਸਰਕਾਰ ਕਹਿ ਰਹੀ ਆ, ਤਾਲਿਬਾਨ ਵੀ ਇਸਲਾਮਿਸਟ ਨੇ, ਠੀਕ ਹੈ। ਤਾਂ ਭਾਰਤ ਸਰਕਾਰ ਵੀਜ਼ੇ ਜਾਰੀ ਕਰ ਰਹੀ ਹੈ 150 ਬੰਦੇ ਨੂੰ ਵੀ ਭਾਈ ਇੱਧਰ ਹੀ ਆ ਜਾਓ, ਹੈ ਨਾ। ਬਿਲਕੁਲ ਸਹੀ ਗੱਲ ਹੈ। ਤਾਂ ਜਿਹੜਾ ਦੇਖੋ ਜਿਹੜੀ ਹਿੰਸਾ ਆ ਨਾ, ਵਾਇਓਲੈਂਸ ਆ, ਮੇਰਾ ਖਿਆਲ ਹੈ ਵੀ ਕੋਈ ਵੀ ਮਜ਼ਹਬ ਇਜਾਜ਼ਤ ਨਹੀਂ ਦਿੰਦਾ ਹੈਗਾ। ਤਾਂ ਹੁਣ ਇਸਲਾਮਿਕ ਸਟੇਟ ਵਾਲੇ ਆਪਾਂ ਦੇਖਦੇ ਵੀ ਹਾਂ ਵੀ ਸੀਰੀਆ ਦੇ ਵਿੱਚ ਇਹਨਾਂ ਨੇ ਕਿੰਨਾ ਨੁਕਸਾਨ ਕੀਤਾ। ਹੋਰ ਜਿੱਥੇ ਘਰੋਗੀ ਜੰਗਾਂ ਨੇ, ਸਿਵਲ ਵਾਰ ਲੱਗੀ ਹੋਈ ਆ, ਉੱਥੇ ਇਸਲਾਮਿਕ ਸਟੇਟ ਵਾਲੇ ਕਿਤੇ ਆਪਾਂ ਦੇਖਦੇ ਹਾਂ ਵੀ ਰੜਕਦੇ ਆ ਔਰ ਨੁਕਸਾਨ ਵੀ ਕਰਦੇ ਆ, ਹੈ ਨਾ। ਇਸੇ ਤਰ੍ਹਾਂ ਤਾਲਿਬਾਨ ਦਾ ਵੀ ਵਿਰੋਧ ਆ। ਜਿਹੜੇ ਕੁਝ ਹਮਲੇ ਹੋਏ ਕਾਬਲ 'ਤੇ ਜਾਂ ਹੋਰ ਸ਼ਹਿਰਾਂ ਦੇ ਉੱਤੇ ਵੀ ਜਿਹੜੇ ਹਮਲੇ ਕੀਤੇ ਗਏ ਆ, ਉਹ ਤਾਲਿਬਾਨ ਦੇ ਖਿਲਾਫ ਇਸਲਾਮਿਕ ਸਟੇਟ ਕਰ ਰਿਹਾ ਹੈ। ਬਿਲਕੁਲ ਜੀ, ਬਿਲਕੁਲ। ਤਾਂ ਇਹ ਪਾਕਿਸਤਾਨ ਵਿੱਚ ਵੀ ਸੁਣਦੇ ਸੀਗੇ ਵੀ ਇਸਲਾਮਿਕ ਸਟੇਟ ਕਿਤੇ ਨਾ ਕਿਤੇ, ਖਾਸ ਕਰਕੇ ਸਵਾਤ, ਹੁੰਜਨ ਤੇ ਨੀਲਮ ਵੈਲੀ ਵਾਲਾ ਪਾਸਾ ਜਿਹੜਾ ਖੈਬਰ ਪਖਤੂਨਵਾ ਦਾ ਇਲਾਕਾ ਆ, ਉਧਰ ਉਹ ਲੋਕ ਸਰਗਰਮ ਨੇ। ਪਰ ਜੇ ਆਪਾਂ ਇਸਲਾਮ ਦੀ ਹੀ ਗੱਲ ਕਰੀਏ ਤਾਂ ਇਸਲਾਮ ਦੇ ਵਿੱਚ ਕਿਤੇ ਵੀ ਹਿੰਸਾ ਨੂੰ ਮਾਨਤਾ ਨਹੀਂ ਦਿੱਤੀ। ਦੇਖੋ, ਜੋ ਨੂਪੁਰ ਜੀ ਨੇ ਬਿਆਨ ਦਿੱਤਾ ਸੀ ਉਹਦੇ ਖਿਲਾਫ ਮਤਾ ਵੀ ਪਾਸ ਹੋਇਆ ਹੈ ਪਾਰਲੀਮੈਂਟ ਦੇ ਵਿੱਚ। ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ, ਪਾਰਟੀਆਂ ਨੇ ਇਹਦਾ ਵਿਰੋਧ ਵੀ ਕੀਤਾ ਕਿ ਇਹ ਸਰਾਸਰ ਗਲਤ ਗੱਲ ਹੈ। ਦੂਜੀ ਗੱਲ ਇਹ ਹੈ ਕਿ ਮੁਹੰਮਦ ਸਾਹਿਬ ਦੀ ਗੱਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੋਈ ਵੀ ਧਰਮ ਇਜਾਜ਼ਤ ਨਹੀਂ ਦਿੰਦਾ, ਉਹ ਮੁਹੰਮਦ ਸਾਹਿਬ ਦਾ ਇੱਕ ਛੋਟਾ ਜਿਹਾ ਕਿੱਸਾ ਮੈਨੂੰ ਯਾਦ ਆਉਂਦਾ ਕਿ ਉਹ ਜਦੋਂ ਵੀ ਆਪਣੇ ਘਰੋਂ ਨਿਕਲਦੇ ਕੰਮ ਦੇ ਵਾਸਤੇ, ਕਿਤੇ ਬਾਹਰ ਜਾਣ ਵਾਸਤੇ, ਤਾਂ ਰਸਤੇ 'ਚ ਇੱਕ ਬੁੱਢੀ ਅੰਮਾ ਉਹਨਾਂ ਦੇ ਉੱਤੇ ਰੋਜ਼ ਕੂੜਾ ਸੁੱਟ ਦਿੰਦੀ ਸੀ, ਤੇ ਉਹਨੂੰ ਵੱਲ ਦੇਖ ਕੇ ਹੱਸਦੇ ਤੇ ਕੱਪੜੇ ਝਾੜ ਕੇ ਅੱਗੇ ਲੰਘ ਜਾਂਦੇ। ਉਹ ਰੋਜ਼ ਇਹ ਸਿਲਸਿਲਾ ਚੱਲਦਾ ਤੇ ਇੱਕ ਦਿਨ ਉਹ ਬੁੱਢੀ ਮਾਂ ਨੇ ਉਹਦੇ ਉੱਤੇ ਕੂੜਾ ਨਹੀਂ ਸੁੱਟਿਆ। ਜਦੋਂ ਵੀ ਉੱਥੋਂ ਦੀ ਗੁਜ਼ਰਦੇ ਆ ਤੇ ਉਹ ਕੂੜਾ ਸੁੱਟਦੀ ਆ, ਤੇ ਅੱਜ ਉਹ ਬੁੱਢੀ ਮਾਂ ਹੈ ਨਹੀਂ ਉੱਥੇ, ਕੂੜਾ ਨਹੀਂ ਸੁੱਟਿਆ। ਇੱਕ ਦਿਨ ਬੀਤਿਆ, 2 ਦਿਨ ਬੀਤਿਆ, 3 ਦਿਨ ਬੀਤਿਆ, ਚੌਥੇ ਦਿਨ ਕਹਿੰਦੇ ਉਹ ਬੁੱਢੀ ਮੰਮਾ ਕਿੱਥੇ ਗਈ ਜੋ ਬੁੱਢੀ ਅੰਮਾ ਮੇਰੇ ਉੱਤੇ ਕੂੜਾ ਸੁੱਟਦੀ ਸੀ। ਮੁਹੰਮਦ ਸਾਹਿਬ ਨੇ ਪੁੱਛਿਆ, ਉਹ ਕਹਿੰਦੇ ਜੀ ਉਹ ਬਿਮਾਰ ਹੈਗੀ ਆ। ਕਹਿੰਦੇ ਕਿੱਥੇ ਉਹਦਾ ਘਰ? ਉਹਦੇ ਘਰ ਗਏ, ਉਹ ਪਈ ਹੋਈ। ਲੈ ਬਈ ਅੰਮਾ ਮੈਂ ਤੈਨੂੰ ਮਿਲਣ ਆਇਆ, ਮੇਰਾ ਤੇ ਦਿਨ ਹੀ ਨਹੀਂ ਚੰਗਾ ਬੀਤਦਾ। ਮੈਂ ਕਹਿੰਦਾ ਉਹ ਅੰਮਾ ਕਿੱਥੇ ਗਈ? ਮੇਰੇ ਉੱਤੇ ਕੂੜਾ ਸੁੱਟਦੀ ਹੁੰਦੀ ਸੀ ਤੇ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਪਿਆ, ਬੜੇ ਦਿਨ ਹੋ ਗਏ ਤੈਨੂੰ ਮੈਂ ਮਿਲਿਆ ਹੀ ਨਹੀਂ। ਉਹ ਰੋਣ ਲੱਗ ਪਈ ਅੱਗੋਂ, ਫਿਰ ਉਹਨੂੰ ਗਲਵਕੜੀ 'ਚ ਲਿੱਤਾ। ਕਹਿੰਦੇ ਦੇਖ
ਤੇਰੇ ਅੰਦਰ ਜਿਹੜਾ ਹੁਣੇ ਪਛਤਾਵਾ ਹੋ ਰਿਹਾ ਨਾ, ਹੰਝੂ ਨਿਕਲ ਰਹੇ ਨੇ, ਇਹ ਸਾਰੀ ਮੈਲ ਸਾਰਾ ਕੂੜਾ ਧੋਤਾ ਗਿਆ। ਤੇਰੇ ਅੰਦਰ ਕੂੜਾ ਸੀ ਤੇ ਤੂੰ ਮੇਰੇ ਉੱਤੇ ਕੂੜਾ ਹੀ ਸੁੱਟਣਾ ਸੀ, ਹੁਣ ਕੂੜਾ ਤੇਰੇ ਅੰਦਰ ਨਹੀਂ ਰਿਹਾ, ਹੁਣ ਤੂੰ ਕੂੜਾ ਨਹੀਂ ਸੁੱਟੇਂਗੀ ਮੇਰੇ ਉੱਤੇ। ਸਿਰਫ ਮੁਹੱਬਤ ਪਿਆਰ ਬਚਿਆ ਜੀ। ਤਾਂ ਇਹ ਚੀਜ਼ਾਂ ਇਸਲਾਮ ਸਿਖਾਉਂਦਾ ਹੈ। ਬਿਲਕੁਲ। ਔਰ ਵਾਕਈ ਜੋ ਇਸਲਾਮ ਦੇ ਪੈਰਾਕਾਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਮੂਵ ਠੀਕ ਨਹੀਂ ਸੀਗੀ ਜਿਹੜਾ ਤੁਸੀਂ ਹਮਲਾ ਕੀਤਾ ਹੈ, ਕਿਉਂਕਿ ਪੈਗੰਬਰ ਸਾਹਿਬ ਦਾ ਸੰਦੇਸ਼, ਠੀਕ ਹੈ ਨਾ, ਪੈਗੰਬਰ ਸਾਹਿਬ ਦਾ ਸੰਦੇਸ਼ ਹੀ ਨਹੀਂ ਹੈ। ਜੀ ਜੀ। ਸੋ ਇਹ ਸਿੱਧੀ ਸਾਦੀ ਗੱਲ ਜੋ ਹੈ ਇਸਲਾਮ ਦੀ ਗੱਲ ਆ ਜਾਂਦੀ ਹੈ। ਬਾਕੀ ਰਿਹਾ ਕਿ ਮਿਕਸ ਤਾਂ ਹਰ ਪਾਸਿਓਂ ਜਿਹੜੀਆਂ ਵਿਚਾਰਧਾਰਾਵਾਂ ਆ ਰਹੀਆਂ ਨੇ ਉਹ ਤਾਂ ਸਭ ਚੱਲ ਹੀ ਰਿਹਾ ਜੀ। ਨਾਲ ਹੁਣ ਆਪਾਂ ਪੰਜਾਬ ਦੀ ਡਿਵੈਲਪਮੈਂਟ ਦੇਖੀਏ ਕਿ ਜੋ ਮੂਸੇਵਾਲਾ ਦਾ ਕੇਸ ਹੈ ਉਹਦੇ ਵਿੱਚ ਇੱਕ ਮੋਨਾ ਕਰਕੇ ਸ਼ਾਰਪ ਸ਼ੂਟਰ ਬਾਰੇ ਨਿਸ਼ਾਨਦੇਹੀ ਹੋਈ ਹੈ, ਉਹ ਆਲਰੇਡੀ ਜੇਲ੍ਹ 'ਚ ਨੇ ਕਿਸੇ ਕਤਲ ਕੇਸ ਦੇ ਵਿੱਚ। ਉਹਨਾਂ ਦੇ ਪੋਲੀਟੀਕਲ ਕਨੈਕਸ਼ਨ ਸਾਹਮਣੇ ਆ ਰਹੇ ਨੇ। ਸੋ ਇਹ ਇੱਕ ਬੜੀ ਮੰਦਭਾਗੀ ਗੱਲ ਸਾਹਮਣੇ ਆ ਰਹੀ ਹੈ ਕਿ ਐਸੇ ਬੰਦੇ ਦੇ ਪੋਲੀਟੀਕਲ ਕਨੈਕਸ਼ਨਸ ਜੋ ਸ਼ਾਰਪ ਸ਼ੂਟਰਸ ਨੇ ਔਰ ਗੈਂਗਸਟਰਸ ਨੇ, ਉਹਨਾਂ ਦੇ ਪੋਲੀਟੀਕਲ ਕਨੈਕਸ਼ਨਸ ਤੇ ਇਹ ਸੰਕੇਤ ਕਿੱਧਰ ਜਾਂਦਾ? ਕੇਕੜੇ ਬਾਰੇ ਵੀ ਜਿਹਨੇ ਰੇਕੀ ਕੀਤੀ ਆ, ਹਾਂਜੀ, ਉਹਦੇ ਬਾਰੇ ਵੀ ਆ ਰਿਹਾ ਪਈ ਕਾਂਗਰਸ ਦੇ ਜਿਹੜੇ ਆ ਹੁਣ ਵਾਲੇ ਪ੍ਰਧਾਨ ਆ ਰਾਜਾ ਵੜਿੰਗ ਹੁਣੀ, ਉਹਨੂੰ ਕਾਂਗਰਸ ਕਹਿੰਦੇ ਸ਼ਾਮਲ ਕਰਵਾਇਆ ਸੀਗਾ, ਕੁਛ ਇਸ ਤਰ੍ਹਾਂ ਦੀ ਵੀ ਗੱਲ ਦੇਖੋ। ਠੀਕ ਆ। ਸ਼ਾਰਪ ਪਹਿਲਾਂ ਹੀ ਦੇਖੋ ਪਿਛਲੇ ਦਿਨੀ ਬਿਆਨਬਾਜ਼ੀਆਂ ਹੋਈਆਂ ਪਈ ਇਹ ਰਵਾਇਤੀ ਪਾਰਟੀਆਂ ਦੀ ਪੈਦਾਵਾਰ ਆ। ਬਿਲਕੁਲ। ਜੇ ਇਹਨਾਂ ਲੋਕਾਂ ਦੇ ਸਿਆਸੀ ਲੋਕਾਂ ਨਾਲ ਤਾਲੁਕਾਤ ਸਿੱਧ ਹੁੰਦੇ ਆ ਤਾਂ ਇਹ ਬੜੀ ਸ਼ਰਮ ਵਾਲੀ ਗੱਲ ਆ, ਸਿਆਸਤਦਾਨਾਂ ਲਈ ਵੀ ਸ਼ਰਮ ਵਾਲੀ ਗੱਲ ਆ। ਬਿਲਕੁਲ ਸਹੀ। ਵੀ ਤੁਸੀਂ ਲੋਕਾਂ ਦੇ ਪੁੱਤ ਮਰਵਾ ਰਹੇ ਹੋ, ਲੋਕਾਂ ਦੇ ਪੁੱਤਾਂ ਨੂੰ ਗਲਤ ਰਾਹਾਂ ਤੇ ਧੱਕ ਰਹੇ ਹੋ ਤੇ ਧਨ ਦੌਲਤ ਦੀ ਖਾਤਰ ਫਰੌਤੀਆਂ ਲੈਣ ਲਈ ਹੋ ਸਕਦਾ ਫਿਰ ਇਹਨਾਂ ਫਰੌਤੀਆਂ ਦਾ ਹਿੱਸਾ ਕਿਤੇ ਨਾ ਕਿਤੇ ਉਧਰੇ ਵੀ ਪਹੁੰਚਦਾ ਹੋਵੇ, ਇਕੱਲਾ ਗੈਂਗਸਟਰਾਂ ਕੋਲ ਹੀ ਨਾ ਰਹਿੰਦਾ ਹੋਵੇ, ਕੁਝ ਵੀ ਹੋ ਸਕਦਾ, ਕੁਝ ਵੀ ਹੋ ਸਕਦਾ। ਤਾਂ ਪਰ ਇਹ ਗੈਂਗਸਟਰਾਂ ਦੀ ਫੌਜ ਖੜੀ ਕਰਨੀ, ਲੋਕਾਂ ਦੇ ਪੁੱਤ ਮਰਵਾਉਣੇ, ਅਣਿਆਈ ਮੌਤੇ ਮਰਵਾਉਣੇ, ਇਹ ਕਿੱਥੋਂ ਤੱਕ ਜਾਇਜ਼ ਹੈਗਾ? ਰਹੀ ਗੱਲ ਜੇ ਕਿਤੇ ਤਾਲੁਕਾਤ ਸਿੱਧ ਹੋ ਜਾਂਦੇ ਆ, ਜਿਵੇਂ ਪੁਲਿਸ ਇੰਟਰੋਗੇਸ਼ਨ ਚੱਲ ਰਹੀ ਆ ਵਿੱਚ ਹੀ ਲਾਰੈਂਸ ਬਿਸ਼ਨੋਈ ਦੀ, ਉਹ ਜਿਹੜਾ ਬਰਾੜ ਹੈ ਜਿਹੜਾ ਕੈਨੇਡਾ ਬੈਠਾ ਹੈ, ਹਾਂਜੀ, ਗੋਲਡੀ ਬਰਾੜ ਹੋ ਗਿਆ, ਹੋਰ ਆ ਜਿਹੜੇ ਹੁਣ ਕੁਝ ਗ੍ਰਿਫਤਾਰੀਆਂ ਹੋਈਆਂ ਨੇ, ਕੁਝ ਦਿੱਲੀ ਪੁਲਿਸ ਨੇ ਹੋਰ ਗ੍ਰਿਫਤਾਰੀਆਂ ਕੀਤੀਆਂ ਹੈਗੀਆਂ, ਗੁਜਰਾਤ ਤੋਂ ਜਾ ਕੇ ਫੜੇ ਆ 3 ਬੰਦੇ ਜਿਹੜੇ ਆ ਨਾ, ਤੇ ਉਹ ਕੁਝ ਵੀਡੀਓ ਵੀ ਕੱਲ ਪਰਸੋਂ ਆ ਰਹੀ ਸੀ ਵੀ ਕਿਤੇ ਉਹ ਜਿੱਥੋਂ ਉਹਨਾਂ ਨੇ ਬਲੇਰੋ ਦੇ ਵਿੱਚ ਪੈਟਰੋਲ ਪਾਇਆ ਉੱਥੇ ਉਹ 2 ਬੰਦੇ ਸ਼ਾਰਪ ਸ਼ੂਟਰ ਸਾਫ਼ ਦਿਖਾਈ ਦਿੰਦੇ ਆ, ਹੈ ਨਾ। ਸੋ ਮੈਨੂੰ ਇੱਕ ਤਾਂ ਐਂ ਲੱਗਦਾ ਪਈ ਇਹ ਉਹਨਾਂ ਦੇ ਕਾਤਲ ਮਤਲਬ ਜਿਹੜਾ ਉਹਨਾਂ ਦੀ ਪੈੜ ਨੱਪਣ 'ਚ ਸਫਲ ਰਹੀ ਆ ਪੰਜਾਬ ਸਰਕਾਰ। ਹਾਂਜੀ। ਤੇ ਦੂਜੀ ਗੱਲ ਇਹ ਆ ਪਈ ਲਾਰੈਂਸ ਬਿਸ਼ਨੋਈ ਦਾ ਇਹ ਦੋਸ਼ ਜਾਂ ਉਹਨੂੰ ਹੀਰੋ ਬਣਾ ਕੇ ਪੇਸ਼ ਕਰਨਾ ਪਈ ਜੀ, ਉਹਦਾ ਜਿੱਦਾਂ ਵਕੀਲ ਨੇ ਕਿਹਾ ਵੀ ਉਹਦਾ ਇੱਦਾਂ ਉਹਦੇ ਨਾਲ ਸਖਤੀ ਕੀਤੀ ਜਾ ਰਹੀ ਹੈ ਜਾਂ ਉੱਤੇ ਇੱਦਾਂ ਕੀਤਾ ਜਾ ਰਿਹਾ। ਦੇਖੋ ਪੁਲਿਸ ਨੇ ਆਪਣੀ ਤਹਿਕੀਕਾਤ ਕਰਨੀ ਹੁੰਦੀ ਆ, ਤਫਤੀਸ਼ ਹੋਣੀ ਹੁੰਦੀ ਆ, ਤੇ ਜਿੱਦਾਂ ਜਿਹੜੀ ਤੁਸੀਂ ਗੱਲ ਕਰਦੇ ਆ ਨਾ ਵੀ ਸਿਆਸਤਦਾਨਾਂ ਨਾਲ ਤਾਲੁਕ, ਉਹ ਕੋਈ ਗੁੱਝੀਆਂ ਗੱਲਾਂ ਨਹੀਂ ਗੀਆਂ, ਇਹ ਹੁਣ ਜੱਗ ਜ਼ਾਹਰ ਹੋ ਚੁੱਕੀਆਂ, ਜੱਗ ਜ਼ਾਹਿਰ ਹੈ। ਤਾਂ ਪਰ ਇਹ ਸਿਆਸਤਦਾਨਾਂ ਲਈ ਸ਼ਰਮ ਦੀ ਗੱਲ ਆ ਜੀ। ਸਾਨੂੰ ਸਾਰਿਆਂ ਨੂੰ ਇਹਦੀ ਨਿਖੇਧੀ ਕਰਨੀ ਬਣਦੀ ਆ ਵੀ ਤੁਸੀਂ ਮਾਵਾਂ ਦੇ ਪੁੱਤਾਂ ਨੂੰ ਕਿਹੜੇ ਰਾਹਾਂ ਤੇ ਤੋਰਿਆ ਹੋਇਆ। ਸਹੀ ਗੱਲ ਹੈ। ਔਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਇਲੈਕਸ਼ਨਸ ਸੀਗੀਆਂ, ਜਿਹੜੀਆਂ ਮੇਨ ਇਲੈਕਸ਼ਨਸ ਪੰਜਾਬ ਦੀਆਂ ਹੋ ਕੇ ਚੁੱਕੀਆਂ ਨੇ, ਉਦੋਂ ਵੀ ਮੂਸੇਵਾਲਾ ਦੇ ਉੱਤੇ ਅਟੈਕ ਕਰਨ ਦੇ ਕਾਫੀ ਯੋਜਨਾ ਬਣਾਈ ਗਈ ਸੀ, ਪਰ ਸਿਕਿਉਰਿਟੀ ਬਹੁਤ ਜ਼ਿਆਦਾ ਸੀ, ਇਸ ਕਰਕੇ ਸ਼ਾਰਪ ਸ਼ੂਟਰਸ ਆਪਣੀ ਯੋਜਨਾ ਦੇ ਵਿੱਚ ਸਫਲ ਨਹੀਂ ਹੋ ਸਕੇ। ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਪਈਆਂ ਨੇ। ਸੋ ਗੱਲ ਇਹ ਆ ਕਿ ਇਹ ਕਾਫੀ ਦੇਰ ਤੋਂ ਇਹ ਸਾਰੀਆਂ ਪਲੈਨਿੰਗਸ ਚੱਲਦੀਆਂ ਪਈਆਂ ਸੀ, ਜੋ ਹੁਣ ਜਾ ਕੇ ਉਹ ਪਲੈਨਿੰਗ ਪੂਰੀ ਹੋਈ ਹੈ। ਪਰ ਇੱਕ ਪੁਆਇੰਟ ਉੱਥੇ ਹਮੇਸ਼ਾ ਡਿਸਕਸ਼ਨ ਦੇ ਵਿੱਚ ਰਹਿੰਦਾ ਹੈ ਕਿ ਜਦੋਂ ਉਹ ਜਾ ਰਹੇ ਨੇ, ਜਿਸ ਦਿਨ ਉਹਨਾਂ ਦੀ 29 ਮਈ ਨੂੰ ਉੱਥੇ ਜਾ ਕੇ ਉਹਨਾਂ ਨੂੰ ਕਤਲ ਕੀਤਾ ਜਾਂਦਾ ਹੈ, 29 ਮਈ ਦੀ ਸ਼ਾਮ ਨੂੰ 5:30 ਵਜੇ ਦੀ ਗੱਲ, ਹਾਂਜੀ, ਉਸ ਦਿਨ ਉਹ ਆਪਣੀ ਜਿਹੜੀ ਕਾਰ ਹੈ, ਜਿਹੜੀ ਬੁਲਟ ਪ੍ਰੂਫ ਹੈ, ਉਹ ਨਾਲ ਨਹੀਂ ਲੈ ਕੇ ਜਾਂਦੇ, ਆਪਣੇ ਦੋਵੇਂ ਸਿਕਿਉਰਿਟੀ ਦੇ ਜਿਹੜੇ ਕਮਾਂਡੋਜ਼ ਨੇ ਉਹਨਾਂ ਨੂੰ ਨਾਲ ਨਹੀਂ ਲੈ ਕੇ ਜਾਂਦੇ। ਉਹਦਾ ਕਾਰਨ, ਔਰ ਤੀਜੀ ਗੱਲ, ਉਹਨਾਂ ਨੂੰ ਇਹ ਟਿਪ ਜਿਹੜੇ ਉਹਨਾਂ ਦੀ ਵੇਟ ਕਰ ਰਹੇ ਨੇ ਸ਼ਾਰਪ ਸ਼ੂਟਰਸ, ਉਹ ਟਿਪ ਕੌਣ ਦੇ ਰਿਹਾ ਕਿ ਇਹ ਅੱਜ ਵਿਦਆਊਟ ਸਿਕਿਉਰਿਟੀ ਐਂਡ ਵਿਦਆਊਟ ਬੁਲਟ ਪ੍ਰੂਫ ਕਾਰ ਹੈਗੇ ਨੇ ਔਰ ਖੁਦ ਡਰਾਈਵ ਕਰ ਰਹੇ ਨੇ। ਹਾਲਾਂਕਿ ਸਿਕਿਉਰਿਟੀ ਦਾ ਰਿਸਕ ਹੁੰਦਾ ਹੈ ਕਿ ਜਿਸ ਬੰਦੇ ਦੀ ਲਾਈਫ ਦੇ ਉੱਤੇ ਥ੍ਰੈਟ ਹੋਵੇ ਉਹਨੂੰ ਡਰਾਈਵਿੰਗ ਸੀਟ ਤੇ ਨਹੀਂ ਹੋਣਾ ਚਾਹੀਦਾ, ਉਹ ਖੁਦ ਡਰਾਈਵ ਕਰ ਰਹੇ ਨੇ। ਇਹ ਟਿਪ ਕੌਣ ਦੇ ਰਹੇ ਨੇ ਤਾਂ ਕਿ ਲੋਡ ਪੈਣ ਤੇ ਉਹ ਆਪਣਾ ਬਚਾਅ ਕਰੇ। ਬਿਲਕੁਲ। ਔਰ ਦੂਜੀ ਗੱਲ ਇਹ ਹੈ ਕਿ ਸਟੀਅਰਿੰਗ ਸੰਭਾਲੂਗਾ ਜਾਂ ਫਾਇਰ ਕਰੂਗਾ ਜੇ ਇਨ ਕੇਸ
ਆਫ ਅਟੈਕ। ਦੂਜੀ ਗੱਲ ਇਹ ਹੈ ਕਿ ਇਹ ਟਿਪ ਕੌਣ ਦੇ ਰਿਹਾ ਕਿ ਜਿਹੜੀ ਉਹਨਾਂ ਨੂੰ ਇਹ ਪੂਰੀ ਪੁਖਤਾ ਟਿਪ ਮਿਲ ਰਹੀ ਹੈ ਔਰ ਉਹ ਲਗਾਤਾਰ ਪਿੱਛੇ ਲੱਗ ਰਹੇ ਨੇ ਔਰ ਇੱਕ ਸਪੌਟ ਤੇ ਪਹੁੰਚ ਕੇ ਉਹ ਫਾਇਰਿੰਗ ਕਰ ਰਹੇ ਨੇ। ਦੂਜੀ ਗੱਲ ਇਹ ਹੈ ਸਿਕਿਉਰਿਟੀ ਦੀ। ਮੰਨ ਲਓ ਉਹਨਾਂ ਦੇ ਚਾਰੋਂ ਕਮਾਂਡੋਜ਼ ਵੀ ਹੁੰਦੇ, ਮੰਨ ਲਓ ਉਹ ਬੁਲੇਟ ਪ੍ਰੂਫ ਕਾਰ ਵੀ ਹੁੰਦੀ, ਫਿਰ ਵੀ ਉਹ ਕਾਰ ਦੇ ਅੰਦਰ ਬੰਦ ਨੇ ਔਰ ਬਾਹਰੋਂ ਫਾਇਰਿੰਗ ਹੋ ਰਹੀ ਹੈ। ਹੁਣ ਉਹ ਅੰਦਰ ਬੈਠੇ ਨੇ ਚਾਰੋਂ ਕਮਾਂਡੋਜ਼ ਔਰ ਨਾਲ ਮੂਸੇਵਾਲਾ ਵੀ ਬੈਠੇ ਨੇ, ਬਾਕੀ ਜਿਹੜੇ ਕੋਈ ਹੋਰ ਵੀ ਨੇ ਉਹ ਵੀ ਨਾਲ ਅੰਦਰ ਬੈਠੇ ਨੇ। ਉਹ ਠੀਕ ਹੈ ਅੰਦਰ ਸੇਫ ਨੇ ਬੈਠੇ ਨੇ, ਲੇਕਿਨ ਉਹ ਬਾਹਰੋਂ ਫਾਇਰਿੰਗ ਹੋ ਰਹੀ ਹੈ। ਹੁਣ ਉਹਦਾ ਜਵਾਬ ਤੇ ਤਾਂ ਹੀ ਹੋਏਗਾ ਨਾ ਜੇ ਕਮਾਂਡੋਜ਼ ਬਾਹਰ ਨਿਕਲ ਕੇ ਫਾਇਰ ਕਰਨਗੇ, ਰਿਟਾਲੀਏਟ ਕਰਨ ਤਾਂ ਜਾ ਕੇ ਉਹਦਾ ਕੁਝ ਰਿਜ਼ਲਟ ਨਿਕਲੇਗਾ। ਨਹੀਂ ਤਾਂ ਫਾਇਰਿੰਗ ਹੋ ਰਹੀ ਆ, ਟਾਇਰ ਵੀ ਪੰਕਚਰ ਹੋ ਜਾਣਗੇ, ਕਾਰ ਉੱਥੇ ਖੜੀ ਹੈ, ਤੁਸੀਂ ਸੇਫ ਹੋ। ਬਟ ਕਿਹੜੀ ਗਨ ਹੈ ਜਿਹੜੀ ਉਹ ਕਹਿੰਦੇ ਨੇ ਕਿ ਰਸ਼ੀਅਨ ਗਨ ਹੈ? ਹੋ ਸਕਦਾ ਹੈ ਕਿ ਜਿਹੜੇ ਇੱਥੇ ਬੁਲੇਟ ਪ੍ਰੂਫ ਬਣਾਉਣ ਵਾਲੇ ਵੀ ਨੇ ਕਿ ਉਹ ਟੈਸਟਡ ਨਹੀਂ ਹੈਗੀ ਬੁਲੇਟ ਪ੍ਰੂਫਿੰਗ ਦੇ ਉੱਤੇ, ਕਿ ਹੋ ਸਕਦਾ ਹੈ ਉਹ ਵਾਲੀ ਜਿਹੜੀ ਰਸ਼ੀਅਨ ਗਨ ਹੈ ਛੇਦ ਕਰ ਸਕੇ, ਫਾੜ ਸਕਦੀ ਹੈ, ਉਸਦੀ ਬਾਡੀ ਨੂੰ ਫਾੜ ਸਕਦੀ ਹੈ ਔਰ ਟਾਰਗੇਟ ਨੂੰ ਹਿੱਟ ਕਰ ਸਕਦੀ ਹੈ। ਇਹ ਵੀ ਚਾਂਸਸ ਹੈਗੇ ਨੇ। ਇਸ ਦਾ ਮਤਲਬ ਇਹ ਹੋਇਆ ਕਿ ਜੇ ਸਿਕਿਉਰਿਟੀ ਵਾਸਤੇ ਤੁਹਾਡੇ ਕੋਲ ਪੂਰਾ ਪੁਖਤਾ ਇੰਤਜ਼ਾਮ ਹੈਗੇ ਵੀ ਨੇ, ਤਾਂ ਵੀ ਤੁਹਾਨੂੰ ਇੱਕ ਵੱਖਰੀ ਜੀਪ ਚਾਹੀਦੀ ਹੈ ਜਿਹਦੇ 'ਚ ਸਿਕਿਉਰਿਟੀ ਹੋਵੇ, ਕਮਾਂਡੋਜ਼ ਹੋਵੇ, ਜਿਹੜੀ ਉਹ ਫਾਇਰਿੰਗ ਦਾ ਜਵਾਬ ਦੇ ਸਕੇ। ਬਿਲਕੁਲ। ਤਾਂ ਇਹ ਸਾਰੀ ਕੁਝ ਵੀ ਨਹੀਂ, ਇਹ ਸਾਰੀ ਉੱਥੇ ਵਿਵਸਥਾ ਹੀ ਨਹੀਂ ਹੈ। ਇਹ ਸਾਰੇ ਪੁਆਇੰਟ ਸਾਹਮਣੇ ਆਉਂਦੇ ਨੇ ਜੋ ਸਿਕਿਉਰਿਟੀ ਪੁਆਇੰਟ ਆਫ ਵਿਊ ਦੇ ਨਾਲ ਐਕਸਪਰਟਸ ਡਿਸਕਸ ਕਰਦੇ ਨੇ। ਕੋਈ ਮੇਰੇ ਦੋਸਤ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ 'ਚ ਵਕਾਲਤ ਕਰਦੇ ਆ, ਉਹਨਾਂ ਨੇ ਕਿਤੇ ਵੀਡੀਓ ਦੇਖੀ ਹੋਣੀ, ਉਹ ਵੀ ਮੂਸੇਵਾਲਾ ਦੇ ਫੈਨ ਨੇ, ਹੈ ਨਾ ਜੀ ਜੀ। ਉਹ ਕਹਿੰਦੇ ਭਈ ਗੋਲੀਆਂ ਉਸ ਪੁਆਇੰਟ ਤੇ ਆਣ ਕੇ ਮਾਰੀਆਂ ਗਈਆਂ ਗੱਡੀ ਨੂੰ ਘੇਰ ਕੇ ਜਿੱਥੇ ਕੋਈ ਸਿਕਿਉਰਿਟੀ ਕੈਮਰਾ ਵੀ ਨਹੀਂ, ਜਿੱਥੇ ਕੋਈ ਸਿਕਿਉਰਿਟੀ ਕੈਮਰਾ ਵੀ ਨਹੀਂਗਾ, ਹੈ ਨਾ ਜੀ ਜੀ। ਤੇ ਭਈ ਇਹ ਕਿੱਡਾ ਜਾਣੀ ਕਿ ਭਈ ਇਹ ਵੱਡੀ ਸਾਜ਼ਿਸ਼ ਰਚੀ ਗਈ, ਹੈ ਨਾ। ਭਈ ਆਇਆ ਇਹਦੇ ਵਿੱਚ ਕੋਈ ਏਜੰਸੀਆਂ ਸ਼ਾਮਲ ਨੇ ਜਾਂ ਇਹਦੇ ਵਿੱਚ ਗੈਂਗਸਟਰ ਜਿਹੜੇ ਆ ਉਹਨਾਂ ਨੂੰ ਕਿਹਨਾਂ ਨੇ ਹਾਇਰ ਕੀਤਾ, ਉਹਦੇ ਪਿੱਛੇ ਮਕਸਦ ਕੀ ਸੀ, ਉਹ ਫਰੌਤੀ ਲੈਣਾ ਸੀਗਾ ਜਾਂ ਕੋਈ ਹੋਰ ਵਜ੍ਹਾ ਸੀਗੀ, ਹੈ ਨਾ, ਤੇ ਕਿਉਂ ਮਾਰਿਆ ਗਿਆ, ਜਾਂ ਪੰਜਾਬ 'ਚ ਅਫਰਾ ਤਫਰੀ ਫੈਲਾਉਣ ਦਾ ਹੀ ਮਕਸਦ ਸੀਗਾ, ਹੈ ਨਾ। ਔਰ ਜਿਹੜੀ ਗਨ ਦੀ ਗੱਲ ਕਰਦੇ ਪਏ ਨੇ ਕਿ ਜਿਹੜਾ ਗਨ ਰਸ਼ੀਅਨ ਵੈਪਨ ਯੂਜ਼ ਹੋਇਆ ਜੀ, ਉਹ ਰਸ਼ੀਅਨ ਵੈਪਨ ਕਿੱਦਾਂ ਪਹੁੰਚ ਗਿਆ ਉਹਨਾਂ ਕੋਲ? ਵੱਡੀ ਗੱਲ ਇਹ ਆ ਵੀ ਜਿਹੜਾ ਰਸ਼ੀਅਨ ਵੈਪਨ ਆ ਉਹ ਕਿੱਥੋਂ ਆਇਆ, ਉਹ ਕਿੱਥੋਂ ਆ ਗਿਆ ਜੀ। ਜਾਂ ਤੇ ਉਹ ਨਿਊਜ਼ ਗਲਤ ਹੈ, ਉਹਨਾਂ ਕੋਲੋਂ ਗਲਤ ਆਈਡੀਆ ਲੱਗਿਆ ਕਿ ਉਹ ਰਸ਼ੀਅਨ ਵੈਪਨ ਹੈ ਹੀ ਨਹੀਂ ਜੀ, ਪਰ ਜੇ ਹੈ ਜੀ। ਕੱਲ ਆਪਾਂ ਉਹ ਵੀ ਦੇਖ ਰਹੇ ਸੀਗੇ ਵੀ ਹਥਿਆਰਾਂ ਦਾ ਜ਼ਖੀਰਾ ਜਿਹੜਾ ਫੜਿਆ, ਬਿਲਕੁਲ ਜਿਹੜਾ ਵਾਰਦਾਤ ਲਈ ਵਰਤੇ ਗਏ ਆ। ਹਾਂਜੀ। ਤੇ ਉਹ ਮੈਂ ਗਨ ਦੇਖ ਰਿਹਾ ਸੀਗਾ, ਬੜੀ ਅਤੀ ਆਧੁਨਿਕ ਜੀ ਗਨ ਆ ਉਹ। ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਵੀ, ਤਾਂ ਖਬਰਾਂ ਵਾਲੇ ਚੈਨਲਾਂ ਚੂਨਲਾਂ ਤੇ ਵੀ ਉਹ ਵਾਹਵਾ ਦਿਖਾਇਆ ਜਾ ਰਿਹਾ ਸੀ ਬਾਰ-ਬਾਰ, ਹੈ ਨਾ। ਸੋ ਗੱਲ ਇਹ ਆ ਵੀ ਪੰਜਾਬ ਦੇ ਮਾਹੌਲ ਨੂੰ ਇੰਨਾ ਗੰਧਲਾ ਕਿਉਂ ਕੀਤਾ ਜਾ ਰਿਹਾ, ਉਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ? ਪੰਜਾਬ ਵਿੱਚ ਸਹਿਮ ਦਾ ਮਾਹੌਲ ਕਿਉਂ ਜਿਹੜਾ ਪੈਦਾ ਕੀਤਾ ਜਾ ਰਿਹਾ? ਪੰਜਾਬ 'ਚ ਅਫਰਾ ਤਫਰੀ ਫੈਲਾਉਣ ਦੇ ਯਤਨ ਕਿਉਂ ਕੀਤੇ ਜਾ ਰਹੇ ਆ ਜੀ? ਭਈ ਇਹਦੇ ਬਾਰੇ ਸੋਚਣ ਦੀ ਲੋੜ ਹੈਗਾ ਵੀ ਆਇਆ ਇਹ ਮੌਜੂਦਾ ਸਰਕਾਰ ਨੂੰ ਜਿਹੜਾ ਆ ਉਹ ਡਾਵਾਡੋਲ ਕਰਨ ਲਈ ਤਾਂ ਨਹੀਂ ਕੀਤਾ ਜਾ ਰਿਹਾ, ਜਾਂ ਸੱਚਮੁੱਚ ਹੀ ਕੋਈ ਗੈਂਗਵਾਰ ਚੱਲ ਰਹੀ ਹੈ? ਕੱਲ ਫਗਵਾੜੇ ਗੋਲੀਆਂ ਚੱਲੀਆਂ, ਤੁਸੀਂ ਦੇਖੋ ਜੀ ਜੀ। ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲ ਕੇ ਹਟੀਆਂ ਹੈਗੀਆਂ ਵੀ ਹਰ ਇੱਕ ਦਿਨ ਜਾਂ ਆਲਟਰਨੇਟ ਡੇ ਤੇ ਇੱਕ ਦਿਨ ਛੱਡ ਕੇ ਹਰ ਰੋਜ਼ ਦੂਜੇ ਤੀਜੇ ਗੋਲੀ ਚੱਲਦੀ ਆ ਪੰਜਾਬ ਦੇ ਵਿੱਚ। ਹਾਂਜੀ। ਔਰ ਬੇਖੌਫ ਹੋ ਕੇ ਫਗਵਾੜੇ ਤੱਕ ਕਿੰਨੀਆਂ ਸਾਰੀਆਂ ਗੱਡੀਆਂ ਵੀ ਕਹਿੰਦੇ ਭੰਨੀਆਂ ਗਈਆਂ। ਬਿਲਕੁਲ। ਤਾਂ ਇਹਦੀ ਕੀ ਵਜ੍ਹਾ ਹੋ ਸਕਦੀ ਹੈ ਸੰਜੀਵ ਜੀ? ਮੈਂ ਦੇਖੋ ਬੜਾ ਪਛੇਵਾਨ ਇਹਨਾਂ ਗੱਲਾਂ ਬਾਰੇ ਸੋਚ ਕੇ ਹੋ ਜਾਂਦਾ। ਬਿਲਕੁਲ ਹੁੰਦਾ ਹੈ। ਔਰ ਨਾਲ ਦੂਜੀ ਗੱਲ ਦੇਖੋ, ਜੋ ਕੇਕੜਾ ਜਿਨ੍ਹਾਂ ਨੇ ਰੇਕੀ ਕੀਤੀ ਜੀ, ਉਹਨਾਂ ਦੀ ਜੇਲ੍ਹ ਦੇ ਅੰਦਰ ਕੁੱਟਮਾਰ ਹੁੰਦੀ ਹੈ। ਹਾਂ, ਉਹ ਦੂਸਰਾ ਗਰੁੱਪ ਜਿਹੜਾ ਬੰਬੀਹਾ ਗਰੁੱਪ ਕੁੱਟਮਾਰ ਕਰਦਾ। ਬਿਲਕੁਲ। ਔਰ ਨਾਲ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵੀ ਆਉਂਦੀ ਆ ਕਿ ਜਿਹੜੇ ਇਸ ਕੇਸ ਨਾਲ ਕਨੈਕਟਡ ਨੇ, ਜਿਨ੍ਹਾਂ ਨੇ ਮੂਸੇਵਾਲਾ ਦੇ ਕਤਲ ਦੇ ਵਿੱਚ ਕੋਈ ਨਾ ਕੋਈ ਯੋਗਦਾਨ ਦਿੱਤਾ ਹੈ, ਕੋਈ ਨਾ ਕੋਈ ਸਹਾਇਤਾ ਕੀਤੀ ਹੈ ਸ਼ਾਰਪ ਸ਼ੂਟਰਸ ਦੀ ਜੀ, ਉਹਨਾਂ ਦਾ ਵੀ ਇਹੀ ਹਾਲ ਕਰਾਂਗੇ। ਅੱਛਾ, ਅਧਿਕਾਰੀ ਜਿਹੜੇ ਆ ਇਸ ਕੁੱਟਮਾਰ ਤੋਂ ਇਨਕਾਰੀ ਨੇ। ਉਹ ਕਹਿੰਦੇ ਨਹੀਂ ਜੀ ਵੀ ਅਸੀਂ ਜਿਹੜਾ ਆ ਉਹ ਅਸੀਂ ਤਾਂ ਉਹਨੂੰ ਗੋਇੰਦਵਾਲ ਜੇਲ੍ਹ 'ਚ ਭੇਜ ਦਿੱਤਾ। ਹਾਂਜੀ, ਠੀਕ ਆ। ਜਿਹੜੇ ਕੁੱਟਮਾਰ ਕਰਨ ਵਾਲੇ ਉਹ ਕਹਿੰਦੇ ਅਸੀਂ ਕੁੱਟਿਆ। ਠੀਕ ਹੈ। ਸੋ ਅਧਿਕਾਰੀ ਵੀ ਇਹਦਾ ਮਤਲਬ ਝੂਠ ਬੋਲ ਰਹੇ ਆ, ਤੇ ਜੇਲ੍ਹਾਂ ਦੇ ਵਿੱਚ ਵੀ ਕੋਈ ਕੰਟਰੋਲ ਨਹੀਂ ਇਹਨਾਂ ਲੋਕਾਂ ਦੇ ਉੱਤੇ। ਇਹੀ ਤਾਂ ਗੱਲ ਸੋਚਣ ਵਾਲੀ ਹੈ। ਠੀਕ ਹੈ ਨਾ। ਔਰ ਨਾਲ ਉਹ ਐਡੀ ਵੱਡੀ ਦਲੇਰੀ ਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਜਾਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਉਂਦੇ ਪਏ। ਹਾਂ, ਵੱਡੀ ਗੱਲ ਇਹ ਆ ਵੀ ਇਹ ਜਿਹੜੀਆਂ ਜੇਲ੍ਹਾਂ ਦੇ ਅੰਦਰ ਬੈਠ ਕੇ ਮਤਲਬ ਇੱਕ ਪੈਰਲਲ ਗਵਰਨਮੈਂਟ ਚਲਾ ਰਹੇ ਆਪਣੀ, ਉਹ ਚਲਾ ਰਹੇ ਨੇ ਵੀ ਉਹ ਕਿੱਦਾਂ ਜੇਲ੍ਹਾਂ ਅੰਦਰ ਮੋਬਾਈਲ ਜਾਂਦੇ ਆ, ਕਿੱਦਾਂ ਉਹ ਬਾਹਰ ਗੱਲਬਾਤ ਕਰਦੇ ਆ, ਉਹਨਾਂ ਪਿੱਛੇ ਕਿਹੜੀਆਂ ਕਾਲੀਆਂ ਭੇਡਾਂ ਆ ਜੇਲ੍ਹ ਮਹਿਕਮੇ ਦੀਆਂ। ਠੀਕ ਹੈ। ਇੱਕ ਅੱਧੇ ਮਤਲਬ ਗਾਰਡ ਨੂੰ ਫੜ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂ ਮੁਅੱਤਲ ਕਰ ਦਿੱਤਾ ਜਾਂ ਡਿਸਮਿਸ ਕਰ ਦਿੱਤਾ,
ਇੱਕ ਅੱਧਾ ਕੋਈ ਹੇਠਲੇ ਰੈਂਕ ਦਾ ਅਫਸਰ ਜਿਹੜਾ ਆ ਉਹਨੂੰ ਝਟਕਾਤਾ, ਕਿਉਂ ਨਹੀਂ ਵੱਡੀਆਂ ਮੱਛੀਆਂ ਨੂੰ ਸਰਕਾਰਾਂ ਹੱਥ ਪਾਉਂਦੀਆਂ? ਸਹੀ ਗੱਲ ਹੈ। ਤੇ ਨਾਲੇ ਦੂਜੀ ਗੱਲ ਇਹ, ਜਿਹੜਾ ਕੁਝ ਸਮਾਂ ਪਹਿਲਾਂ ਇੰਟੈਲੀਜੈਂਸੀ ਦੇ ਆਫਿਸ ਦੇ ਉੱਤੇ ਗ੍ਰਨੇਡ ਹਮਲਾ ਹੋਇਆ ਸੀ, ਹਾਂਜੀ, ਉਹਦਾ ਵੀ ਕੋਈ ਰਿਜ਼ਲਟ ਸਾਹਮਣੇ ਨਹੀਂ ਮੋਹਾਲੀ ਵਾਲਾ, ਬਿਲਕੁਲ ਕੋਈ ਰਿਜ਼ਲਟ ਰਾਕਟ ਪ੍ਰੋਪੈਲਡ ਗ੍ਰਨੇਡ ਸੁੱਟਿਆ ਗਿਆ, ਅੱਜ ਤੱਕ ਉਹ 'ਚੋਂ ਕੁਝ ਨਹੀਂ ਮਿਲਿਆ, ਉਹ ਵੀ ਰਸ਼ੀਅਨ ਹੈ। ਬਿਲਕੁਲ। ਤਾਂ ਇਹ ਸਾਰੀਆਂ ਗੱਲਾਂ ਕੀ ਸੰਕੇਤ ਕਰਦੀਆਂ ਨੇ? ਮਤਲਬ ਸਾਡੀ ਕਾਬਲੀਅਤ ਦੇ ਉੱਤੇ ਕੁਐਸਚਨ ਮਾਰਕ ਲੱਗਦਾ ਪਿਆ ਕਿ ਅਸੀਂ ਇਹਨਾਂ ਲੋਕਾਂ ਨੂੰ ਨਹੀਂ ਫੜਦੇ ਪਏ, ਇਹ ਸਾਡੇ ਨਾਲੋਂ ਜ਼ਿਆਦਾ ਸ਼ਾਰਪ ਨੇ, ਜ਼ਿਆਦਾ ਇੰਟੈਲੀਜੈਂਟ ਨੇ, ਫਿਰ ਤੁਸੀਂ ਇਹ ਜਿਹੜੀਆਂ ਵੱਡੀਆਂ ਤਨਖਾਹਾਂ ਕਿਉਂ ਲੈਂਦੇ ਪਏ ਹੋ? ਜੀ ਸਿਗਨਲ ਐਪ ਤੇ ਕਹਿੰਦੇ ਗੱਲ ਕਰਦੇ ਸੀ ਵੀ ਉਹਦੇ ਤੇ ਸ਼ਾਇਦ ਪਤਾ ਨਹੀਂ ਲੱਗਦਾ ਪਈ, ਸ਼ਾਇਦ ਜ਼ਿਆਦਾ ਇਨਕ੍ਰਿਪਟਡ ਹੁੰਦਾ ਹੋਵੇ ਮੈਟਰ, ਪਈ ਕਹਿੰਦੇ ਐਂਡ ਟੂ ਐਂਡ ਕੁਝ ਨਹੀਂ ਪਤਾ ਲੱਗਦਾ। ਲਾਰੈਂਸ ਬਿਸ਼ਨੋਈ ਨੇ ਮੰਨਿਆ ਨਾ ਆਪਣੇ ਜਿਹੜਾ ਪੁਲਿਸ ਇੰਟਰੋਗੇਸ਼ਨ ਦੌਰਾਨ ਵੀ ਅਸੀਂ ਜੀ ਸਿਗਨਲ ਐਪ ਤੇ ਉਹਨਾਂ ਗੱਲ ਕਰਦੇ ਸੀ ਪਈ, ਇਹਦਾ ਮਤਲਬ ਜੇ ਉਹ ਦਿੱਲੀ ਦੀ ਮਤਲਬ ਇੰਨੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਬੈਠ ਕੇ ਗੱਲਾਂ ਬਾਤ ਕਰਦਾ ਤੇ ਕਾਹਦੀ ਸਿਕਿਉਰਿਟੀ ਆ? ਫਿਰ ਉਹ ਏਜੰਸੀਆਂ ਦਾ ਬੰਦਾ ਤਾਂ ਨਹੀਂ? ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਹੋ ਰਹੀਆਂ ਵੀ ਏਜੰਸੀਆਂ ਨੇ ਸਿਖਾਲ ਕੇ ਭੇਜਿਆ ਪੰਜਾਬ 'ਚ ਉਹਨੂੰ ਵੀ ਤੂੰ ਆਹ ਜਵਾਬ ਦੇਣਾ, ਆਹ ਨਹੀਂ ਦੇਣਾ। ਫਿਰ ਇੱਦਾਂ ਵੀ ਕਿਹਾ ਜਾ ਰਿਹਾ ਵੀ ਉਹ ਸਰਕਾਰ ਦਾ ਆਪਣਾ ਹੀ ਬੰਦਾ, ਇਸੇ ਕਰਕੇ ਉਹਨੂੰ ਉਹਦੀ ਇੰਨੀ ਹਿਫਾਜ਼ਤ ਕੀਤੀ ਜਾ ਰਹੀ ਆ। ਹੋਰ ਇੰਨੇ ਜਿਹੜੇ ਗੁੰਡਾ ਅਨਸਰ ਆ ਜਾਂ ਗੈਂਗਸਟਰ ਆ, ਉਹਨਾਂ ਦੀ ਤਾਂ ਇੰਨੀ ਕਦੀ ਆਓ ਭਗਤ ਜਾਂ ਉਹਨਾਂ ਬਾਰੇ ਇੰਨਾ ਸਰਕਾਰ ਚੌਕਸ ਨਹੀਂ ਹੁੰਦੀ, ਇੰਨਾ ਤੌਖਾ ਨਹੀਂ ਹੁੰਦਾ ਉਹਦੀ ਸਿਕਿਉਰਿਟੀ ਬਾਰੇ। ਬਿਲਕੁਲ ਸਹੀ ਗੱਲ। ਲਾਰੈਂਸ ਬਿਸ਼ਨੋਈ ਬਾਰੇ ਕਿਉਂ ਇਹ ਸਾਰਾ ਕੁਝ? ਔਰ ਕਈ ਐਕਸਪਰਟ ਇਹ ਵੀ ਅੰਦਾਜ਼ੇ ਲਗਾ ਰਹੇ ਨੇ, ਵੈਸੇ ਇਹ ਗੱਲਾਂ ਛੁਪੀਆਂ ਨੇ, ਲੁਕੀਆਂ ਨੇ, ਪਰ ਹੌਲੀ ਬਾਹਰ ਆਉਂਦੀਆਂ ਨੇ। ਜਿੱਦਾਂ ਕੋਈ ਮੂੰਹ ਖੋਲ੍ਹਦੇ ਨੇ ਤਾਂ ਇਹ ਗੱਲਾਂ ਬਾਹਰ ਵੀ ਆਉਂਦੀਆਂ ਨੇ ਕਿ ਜਿਵੇਂ ਆਪਾਂ ਡੀਪ ਸਟੇਟ ਦੀ ਗੱਲ ਕਰਦੇ ਹਾਂ, ਕਿ ਇਹ ਤਾਂ ਨਹੀਂ ਕਿ ਲਾਰੈਂਸ ਬਿਸ਼ਨੋਈ ਅੱਗੇ ਰੱਖਿਆ ਹੋਇਆ ਔਰ ਪਿੱਛੇ ਡੀਪ ਸਟੇਟ ਕੰਮ ਕਰ ਰਿਹਾ ਹੋ ਸਕਦਾ। ਇਹੀ ਗੱਲ ਹੈ ਨਾ, ਕਿਉਂਕਿ ਦਬਮੀ ਸੁਰ ਦੇ ਵਿੱਚ ਤਾਂ ਸਾਰੀ ਗੱਲਾਂ ਕਰਦੇ ਆ, ਬਿਲਕੁਲ ਕਿਤੇ ਮਤਲਬ ਉਹਦੇ ਤੋਂ ਅੰਦਾਜ਼ਾ ਲੋਕ ਲਾਉਂਦੇ ਆ ਹਨਾ ਵੀ ਕੋਈ ਵੱਡੀ ਗੱਲ ਨਹੀਂ ਪਈ ਵੀ ਡੀਪ ਸਟੇਟ ਦਾ ਇੱਕ ਅੰਗ ਹੋ ਸਕਦਾ, ਮੋਹਰਾ ਹੋਵੇ ਔਰ ਕੁਝ ਵੀ ਹੋ ਸਕਦਾ, ਕਿਉਂਕਿ ਸਿਆਸਤ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਸੱਤਾ 'ਚ ਬਣੇ ਰਹਿਣ ਵਾਸਤੇ, ਸਭ ਨੂੰ ਗੁਲਾਮ ਬਣਾਉਣ ਵਾਸਤੇ, ਸਭ ਨੂੰ ਕੰਟਰੋਲ ਕਰਨ ਵਾਸਤੇ। ਇੱਕ ਨਾ ਮੈਂ ਇੱਕ ਕਾਰਟੂਨ ਫਿਲਮ ਦੇਖ ਰਿਹਾ ਸੀ, ਉਹਦੇ 'ਚ ਬੜੀ ਵੱਡੀ ਉਹਨੇ ਗੱਲ ਕਹੀ ਕਾਰਟੂਨ ਫਿਲਮ ਦੇ ਵਿੱਚ, ਕਹਿੰਦਾ ਜੇ ਤੁਸੀਂ ਕਿਸੇ ਨੂੰ ਗੁਲਾਮ ਬਣਾਉਣਾ ਹੈ ਉਹਦੀ ਰੋਟੀ ਨੂੰ ਕਾਬੂ ਕਰ ਲਵੋ, ਜਦੋਂ ਤੁਸੀਂ ਰੋਟੀ ਨੂੰ ਉਹਦੀ ਨੂੰ ਕਾਬੂ ਕਰ ਲੈਂਦੇ ਹੋ ਉਹ ਆਪੇ ਤੁਹਾਡਾ ਗੁਲਾਮ ਬਣ ਜਾਂਦਾ। ਬਿਲਕੁਲ। ਤਾਂ ਦੇਖੋ ਇੱਕ ਸਾਰੀਆਂ ਪਾਲਿਸੀਜ਼ ਸਭ ਕੁਝ ਜੋ ਵਾਪਰ ਰਿਹਾ ਉਹ ਸਾਡੀ ਰੋਜ਼ੀ ਰੋਟੀ ਨੂੰ ਹੀ ਕਾਬੂ ਕਰਨ ਦੀ ਕੋਸ਼ਿਸ਼ ਹੈ, ਔਰ ਅਸੀਂ ਆਪਣੇ ਆਪ ਗੁਲਾਮ ਹੋ ਜਾਂਦੇ ਹਾਂ। ਉਹ ਕਿਉਂਕਿ ਰੋਜ਼ਗਾਰ ਹੀ ਸਾਰਾ ਕੁਛ ਆ, ਬਿਲਕੁਲ ਜਿੱਥੋਂ ਰੋਟੀ ਰੋਜ਼ੀ ਤੁਰਦੀ ਆ ਤੁਹਾਡੀ, ਤੁਸੀਂ ਉਸੇ ਚੀਜ਼ ਨਾਲ ਜੁੜੇ ਹੁੰਦੇ ਆ, ਉੱਥੇ ਹੀ ਤੁਹਾਡਾ ਬੰਦਾ ਉਹ ਕਿਸੇ ਹੱਦ ਤੱਕ ਉਸ ਚੀਜ਼ ਦਾ ਗੁਲਾਮ ਹੁੰਦਾ ਹੈ ਨਾ, ਯਾਰ ਮੇਰੀ ਇੱਥੇ ਰੋਟੀ ਰੋਜ਼ੀ ਹੈ ਇਸ ਕਰਕੇ ਮੈਂ ਇਹਦੇ ਪ੍ਰਤੀ ਵਫਾਦਾਰ ਰਹਿਣਾ। ਅਤੇ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਕਿਸੇ ਨੂੰ ਗੁਲਾਮ ਬਣਾਉਣਾ ਅਤੇ ਉਹਦੀ ਰੋਟੀ ਰੋਜ਼ੀ, ਸਾਡੀ ਰੋਟੀ ਰੋਜ਼ੀ ਸਰਕਾਰਾਂ ਦੇ ਹੱਥ ਆ। ਆਮ ਬੰਦਾ ਤਾਂ ਦੋ ਡੰਗ ਦੀ ਰੋਟੀ ਖਾਣ ਦੇ ਕਾਬਿਲ ਨਹੀਂ ਹੈਗਾ, ਜਿੰਨੀ ਮਹਿੰਗਾਈ ਹੋ ਗਈ ਆ। ਤੁਸੀਂ ਦੇਖੋ ਕਦੀ ਜਿਹੜੀਆਂ ਕਾਰਪੋਰੇਟ ਸੈਕਟਰ ਦੀਆਂ ਚੀਜ਼ਾਂ ਆ, ਜਿਹੜੀ ਸਰਮਾਏਦਾਰਾਂ ਕੋਲੋਂ ਚੀਜ਼ਾਂ ਆਉਂਦੀਆਂ, ਉਹਨਾਂ ਦੀ ਜੇ ਅੱਜ ਤੋਂ 40 ਸਾਲ ਪਹਿਲਾਂ 5 ਕਿਸੇ ਚੀਜ਼ ਦੀ ਕੀਮਤ ਸੀ ਤਾਂ ਹੁਣ 15 ਰੁਪਏ ਆ, ਹੈ ਨਾ। ਹਾਂਜੀ। ਜਿਹੜੇ ਕਿਸਾਨ ਆ, ਜਿਹੜੇ ਅੰਨ ਪੈਦਾ ਕਰਦੇ ਆ, ਉਹਨਾਂ ਦੀਆਂ ਜਿਣਸਾਂ ਦੇ ਭਾਵਾਂ ਨੂੰ ਕਦੀ ਵੀ ਕੀਮਤ ਸੂਚਕ ਅੰਕ ਨਾਲ ਨਹੀਂ ਜੋੜਿਆ ਗਿਆ, ਉਹਨਾਂ ਨੂੰ ਉਹਦੇ ਲਈ ਅੰਦੋਲਨ ਕਰਨੇ ਪੈਂਦੇ ਆ, ਹੈ ਨਾ। ਲਾਗਤ ਮੁੱਲ ਖੇਤੀ 'ਤੇ ਕਈ ਗੁਣਾ ਵੱਧ ਚੁੱਕਾ, ਖਾਦਾਂ, ਮਸ਼ੀਨਰੀ, ਦਿਸ ਦੈਟ, ਹੈ ਨਾ। ਪਰ ਜਿਹੜਾ ਭਾਅ ਆ ਉਹ MSP ਲਈ ਤਰਸਦੇ ਆ, ਮਿਨੀਮਮ ਸਪੋਰਟ ਪ੍ਰਾਈਸ ਲਈ ਤਰਸਦੇ ਆ, ਉਹਦੇ ਲਈ ਮੋਰਚੇ ਲਾਉਣੇ ਪੈਂਦੇ, ਧਰਨੇ ਲਾਉਣੇ ਪੈਂਦੇ ਆ। ਇੱਕ ਚੀਜ਼ ਤੁਸੀਂ ਦੇਖੋ ਜੀ, ਕੋਈ ਵੀ ਬਿਜ਼ਨਸ, ਕੋਈ ਵੀ ਕਾਰਪੋਰੇਟ, ਕੋਈ ਵੀ ਫੈਕਟਰੀ, ਕੋਈ ਵੀ ਇੰਡਸਟਰੀ ਜਿਹੜੀ ਵੀ ਪ੍ਰੋਡਕਟ ਬਣਾਉਂਦੀ ਹੈ, ਇੱਥੋਂ ਤੱਕ ਕਿ ਕੋਈ ਪ੍ਰੋਫੈਸ਼ਨਲ ਵੀ ਹੈ, ਕੋਈ ਵੀ ਨੌਕਰੀ ਕਰਦਾ ਹੈ, ਕੋਈ ਕਾਰੋਬਾਰ ਕਰਦਾ, ਸਭ ਆਪਣੀ ਕੀਮਤ ਤੈਅ ਕਰਦੇ ਨੇ। ਮੇਰੇ ਮਾਲ ਦੀ ਕੀਮਤ ਹੈ, ਮੇਰੀ ਪ੍ਰੋਡਕਟ ਦੀ ਕੀਮਤ ਹੈ, ਮੈਂ ਇੰਨਾ ਪੈਸਾ ਲੈਣਾ, ਮੇਰੀ ਤਨਖਾਹ, ਇਹ ਸਭ ਕੁਝ ਹੁੰਦਾ ਹੈ। ਪਰ ਕਿਸਾਨ ਦੀ ਕੀਮਤ ਕਿਸਾਨ ਨਹੀਂ ਤੈਅ ਕਰ ਸਕਦਾ, ਕਿਸਾਨ ਦੀ ਕੀਮਤ ਦੂਜੇ ਤੈਅ ਕਰਦੇ ਨੇ। ਬਿਲਕੁਲ, ਆੜਤੀਏ ਤੈਅ ਕਰਨਗੇ। ਦੱਸੋ ਹੁਣ ਇਹ ਖਰੀਦ ਏਜੰਸੀਆਂ ਵਾਲੇ ਕਿੰਨੀ ਵੱਡੀ ਗੇਮ ਹੈ। ਹੁਣ ਜੇ ਕਿਹਾ ਜਾਵੇ ਕਿ ਕਿਸਾਨ ਨੂੰ ਆਪਣੀ ਕੀਮਤ ਖੁਦ ਤੈਅ ਕਰਨ ਦਿਓ, ਆਪਣੀਆਂ ਜਿਣਸਾਂ ਦੇ ਭਾਅ ਖੁਦ ਮਿੱਥਣ ਦਿਓ। ਹੁਣ ਦੇਖੋ ਸੜਕ ਦੇ ਕੰਢੇ ਇੱਕ ਬੰਦਾ ਬੈਠਾ,
ਬੂਟ ਠੀਕ ਕਰਦਾ, ਜੁੱਤੀਆਂ ਠੀਕ ਕਰਦਾ, ਕੋਬਲਰ ਆ ਕੋਬਲਰ ਆ, ਉਹ ਵੀ ਕੀਮਤ ਤੈਅ ਕਰਦਾ ਜੀ। ਇੱਕ ਸਾਈਕਲ ਮਕੈਨਿਕ ਹੈ, ਇੱਕ ਮੋਟਰਸਾਈਕਲ ਉਹ ਮਕੈਨਿਕ ਵੀ ਦੱਸਦਾ ਮੈਂ ਇੰਨੇ ਪੈਸੇ ਲੈਣੇ ਮੈਂ ਇੰਨੇ ਪੈਸੇ ਲੈਣੇ। ਤੁਸੀਂ ਪੈਂਚਰ ਦੇ 5 ਰੁਪਏ ਲੱਗਣੇ ਤਾਂ 5 ਰੁਪਏ ਲੱਗਣੇ ਆ, 10 ਰੁਪਏ ਲੱਗਣੇ ਤਾਂ 10 ਰੁਪਏ ਲੱਗਣੇ ਆ। ਤੁਸੀਂ ਹੇਅਰ ਕੱਟ ਕਰਵਾਉਣ ਜਾਂਦੇ ਹੋ, ਇੰਨੇ ਪੈਸੇ ਉਹਨੇ ਲੈਣੇ। ਬਿਲਕੁਲ ਠੀਕ ਹੈ, ਤੁਸੀਂ ਕੱਪੜੇ ਸਵਾਉਣ ਜਾਂਦੇ ਹੋ, ਇੰਨੇ ਪੈਸੇ ਲੈਣੇ। ਕਿਸਾਨ ਆਪਣੇ ਪੈਸੇ ਖੁਦ ਤੈਅ ਨਹੀਂ ਕਰ ਸਕਦਾ। ਇਹ ਕਿੱਡੀ ਵੱਡੀ ਗੇਮ ਤਰਾਸਦੀ ਆ ਇਹ ਤਰਾਸਦੀ। ਜੇ ਉਹਨੂੰ ਆਪਣੀ ਚੀਜ਼ ਦਾ ਮੁੱਲ ਖੁਦ ਤੈਅ ਕਰਨ ਦਿੱਤਾ ਜਾਵੇ ਜੀ ਤਾਂ ਮੇਰੇ ਖਿਆਲ ਰਾਜਨੀਤੀ ਖਤਮ ਹੋ ਜਾਏਗੀ, ਰਾਜਨੀਤੀ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਬਿਲਕੁਲ ਇਸ ਕਰਕੇ ਕਿਸਾਨ ਦੇ ਹੱਥ ਬਸ ਕੁਝ ਨਹੀਂ ਦੇਣ ਦਿੱਤਾ ਜਾਂਦਾ, ਕਿਉਂਕਿ ਸਾਰੀ ਦੀ ਸਾਰੀ ਇਕਨੋਮੀ ਐਗਰੀਕਲਚਰ ਦੇ ਉੱਤੇ ਬੇਸਡ ਆ। ਔਰ ਐਗਰੀਕਲਚਰ ਜੇ ਕਿਸਾਨਾਂ ਦੇ ਹੱਥ ਚਲਾ ਗਿਆ ਤੇ ਫਿਰ ਸਿਆਸਤ ਦੇ ਹੱਥ ਕੀ ਬਚੂਗਾ? ਬਿਲਕੁਲ ਸਿਆਸਤ ਗੇਮ ਨਹੀਂ ਖੇਡ ਸਕੇਗੀ। ਔਰ ਜਿਹੜੀਆਂ ਤੁਸੀਂ ਦੇਖੋ ਪਈ ਐਗਰੋ ਬੇਸਡ ਇੰਡਸਟਰੀ ਆ, ਹਾਂਜੀ, ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਆ। ਬਿਲਕੁਲ ਠੀਕ ਆ, ਦਾਲਾਂ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਕੇ ਵੇਚ ਰਹੇ ਆ, ਦੇਸ਼ ਵਿਦੇਸ਼ ਦੇ ਵਿੱਚ ਕਾਰਪੋਰੇਟ ਸੈਕਟਰ ਮੁਨਾਫਾ ਕਮਾ ਰਿਹਾ। ਬਿਲਕੁਲ ਜੂਸ ਲੈ ਲਓ, ਈਵਨ ਜਿਹੜੀ ਸ਼ਰਾਬ ਇੰਡਸਟਰੀ ਆ, ਬਰੂਰੀਜ਼, ਮੰਨ ਲਓ ਅੰਗੂਰਾਂ ਤੋਂ ਸ਼ਰਾਬ ਬਣਦੀ ਆ, ਮੰਨ ਲਓ ਕਿਸੇ ਹੋਰ ਚੀਜ਼ ਤੋਂ ਬਣਦੀ ਆ, ਜੌਆਂ ਤੋਂ ਬਣਦੀ ਆ, ਉਹ ਇੰਡਸਟਰੀ ਜਿਹੜੀ ਆ, ਅੰਗੂਰ ਤਾਂ ਕਿਸਾਨ ਪੈਦਾ ਕਰਦਾ, ਐਪਲ ਕਿਸਾਨ ਪੈਦਾ ਕਰਦਾ ਹੈ ਨਾ, ਜੌਂ ਕਿਸਾਨ ਪੈਦਾ ਕਰਦਾ, ਪਰ ਉਹਦੇ ਤੇ ਜਿਹੜੀ ਬੇਸਡ ਇੰਡਸਟਰੀ ਆ ਉਹ ਕਈ ਗੁਣਾ ਮੁਨਾਫਾ ਕਮਾ ਰਹੀ ਆ। ਬਿਲਕੁਲ ਹੈ। ਔਰ ਜਿਹੜੀਆਂ ਇਨਪੁਟਸ ਵੀ ਨੇ ਉਹ ਵੀ ਕਾਰਪੋਰੇਟ ਵੱਲੋਂ ਨੇ। ਫਰਟੀਲਾਈਜ਼ਰ ਕਾਰਪੋਰੇਟ ਦੇਗਾ, ਟਰੈਕਟਰ ਕਾਰਪੋਰੇਟ ਦੇਗਾ, ਮਸ਼ੀਨਰੀ ਕਾਰਪੋਰੇਟ ਦੇਗੀ, ਉਹ ਮੁਨਾਫਾ ਕਮਾਏਗਾ। ਕਣਕ ਤੁਸੀਂ ਦੇਖੋ ਭਈ ਕਣਕ ਦਾ ਭਾਅ ਮਿੱਥਣ ਵੇਲੇ ਚੀਕ ਚਹਾੜਾ ਪਾਉਂਦੇ ਆ, ਬਿਲਕੁਲ। ਤੇ ਜਿਹੜਾ ਆਟਾ ਆ ਉਹੀ ਮਤਲਬ ਕਿੰਨੇ ਗੁਣਾ ਵੱਧ ਉੱਚੋਂ ਮੁਨਾਫਾ। ਹੁਣ ਹੋਰ ਪ੍ਰਾਈਸ ਕਹਿੰਦੇ ਨੇ ਵਧੇਗੀ, ਹੋਰ ਮਹਿੰਗਾਈ ਵਧੇਗੀ, ਕਿਉਂਕਿ ਜੋ ਪ੍ਰਾਈਵੇਟ ਸੈਕਟਰ ਹੈ ਉਹ ਆਪਣੀ ਗੇਮ ਖੇਡਦਾ ਪਿਆ ਔਰ ਬਹੁਤ ਸਾਰੀਆਂ ਜੋ ਐਗਰੀਕਲਚਰ ਦੀਆਂ ਪ੍ਰੋਡਕਟਸ ਨੇ ਉਹ ਪ੍ਰਾਈਵੇਟ ਸੈਕਟਰਸ, ਪ੍ਰਾਈਵੇਟ ਕੰਪਨੀਜ਼, ਕਾਰਪੋਰੇਟਸ ਦੇ ਹੱਥ ਆ ਚੁੱਕੀਆਂ ਨੇ ਔਰ ਉਹਨਾਂ ਨੇ ਹੁਣ ਆਪਣੀ ਮਰਜ਼ੀ ਦੇ ਮੁਤਾਬਿਕ ਕੀਮਤ ਤੈਅ ਕਰਕੇ ਉਹਨਾਂ ਚੀਜ਼ਾਂ ਨੂੰ, ਉਹਨਾਂ ਕੀਮਤਾਂ ਨੂੰ ਮਾਰਕੀਟ ਦੇ ਵਿੱਚ ਉਤਾਰਨਾ ਹੈ। ਆਮ ਇਨਸਾਨ ਵਾਸਤੇ, ਆਮ ਲੋਕਾਂ ਵਾਸਤੇ ਹੋਰ ਔਖਾ ਹੋਣ ਜਾ ਰਿਹਾ ਹੈ। ਸ਼ਰਾਬ ਸਸਤੀ, ਰੋਟੀ ਮਹਿੰਗੀ, ਰੋਟੀ ਖਾਣੀ ਛੱਡੋ, ਸ਼ਰਾਬ ਪੀਓ ਤੇ ਔਰ ਐਕਸਾਈਜ਼ ਡਿਊਟੀ ਵਧੇ, ਐਕਸਾਈਜ਼ ਡਿਊਟੀ ਵਧੇ ਔਰ ਖਜ਼ਾਨੇ 'ਚ ਪੈਸਾ ਆਵੇ ਤੇ ਪੰਜਾਬ ਤਰੱਕੀ ਕਰੇ। ਪੰਜਾਬ ਤਰੱਕੀ ਕਰੇ, ਪੰਜਾਬ ਥੋੜਾ ਕਰਜ਼ੇ ਦੇ ਭਾਰ ਤੋਂ ਮੁਕਤ ਹੋਵੇ ਤੇ ਜਿਹੜਾ ਮੰਤਰੀ ਸੰਤਰੀਆਂ ਗੱਡੀਆਂ ਲੈਣ ਨਵੀਆਂ ਔਰ ਲਿਸ਼ਕੀਆਂ ਉਹਨਾਂ ਦੇ ਪੱਤੇ ਵਧਣ, ਹਨਾ, ਔਰ ਆਪਣੀਆਂ ਕੋਠੀਆਂ ਦੀ ਰੈਨੋਵੇਸ਼ਨ ਵੀ ਕਰਵਾਉਣ। ਸੋ ਇਹ ਵੀ ਹੋਵੇ। ਹੁਣ ਦੇਖੋ, ਆਮ ਬੰਦੇ ਰੋਟੀ ਖਾਣਾ ਛੱਡ ਕੇ ਸ਼ਰਾਬ ਪੀਣਾ ਸ਼ੁਰੂ ਕਰ ਦੇਣ ਤਾਂ ਹੀ ਫਾਇਦਾ ਹੋ ਸਕਦਾ ਹੈ ਜੀ। ਔਰ ਕਈ ਤੇ ਮਜ਼ਾਕ ਵਿੱਚ ਵੀ ਕਹਿੰਦੇ ਨੇ, ਕਹਿੰਦੇ ਤੁਸੀਂ ਹਮੇਸ਼ਾ ਸ਼ਰਾਬੀਆਂ ਨੂੰ ਮਾੜਾ ਕਹਿੰਦੇ ਔਰ ਸਭ ਤੋਂ ਜ਼ਿਆਦਾ ਐਕਸਾਈਜ਼ ਡਿਊਟੀ ਸ਼ਰਾਬ ਤੋਂ ਹੁੰਦੀ ਹੈ। ਇਹਦਾ ਮਤਲਬ ਜਿਹੜੇ ਮੁਲਕਾਂ ਦੇ ਵਿਕਾਸ ਹੁੰਦੇ ਨੇ ਉਹਦੇ ਵਿੱਚ ਸ਼ਰਾਬੀਆਂ ਦਾ ਯੋਗਦਾਨ ਵੀ ਹੈਗਾ ਪੂਰਾ। ਇਸ ਕਰਕੇ ਖੂਬ ਸ਼ਰਾਬ ਪੀਓ ਤੇ ਯੋਗਦਾਨ ਪਾਓ। ਇਹ ਪੁੱਠੀ ਗੇਮ, ਇਹ ਉਲਟੀ ਸਾਰੀ ਪਾਲਿਸੀ ਕੀ ਚੱਲਦੀ ਪਈ ਹੈ, ਉਲਟੀ ਸਿਆਸਤ ਚੱਲਦੀ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਦੇ ਹੱਕ ਵਿੱਚ ਨੇ, ਕਿਉਂਕਿ ਪੰਜਾਬ ਦੇ ਬੱਚੇ ਤਾਂ ਮਾਂ ਦੇ ਹੱਥਾਂ ਦੀਆਂ ਕੁੱਟੀਆਂ ਹੋਈਆਂ ਚੂਰੀਆਂ ਖਾਣ ਵਾਲੇ ਬੱਚੇ ਨੇ, ਉਹਨਾਂ ਨੂੰ ਤੁਸੀਂ ਸ਼ਰਾਬਾਂ ਪਿਆਉਣ ਲੱਗ ਪਓਗੇ। ਦੂਸਰਾ ਇਹ ਆ ਵੀ ਸਿਆਸਤ ਵਿੱਚ ਜਿਹੜੇ ਲੋਕ ਮੁੱਦੇ ਆ ਨਾ, ਹਾਂਜੀ, ਜਾਂ ਜਿਹੜੇ ਵਿਚਾਰਨ ਵਾਲੇ ਮੁੱਦੇ ਆ, ਮਸਲਨ ਪੋਲਿਊਸ਼ਨ ਦਾ ਮੁੱਦਾ ਆ, ਭ੍ਰਿਸ਼ਟਾਚਾਰ ਦਾ ਮੁੱਦਾ ਆ, ਵਿੱਦਿਆ ਦਾ ਮੁੱਦਾ ਆ, ਰੋਜ਼ਗਾਰ ਦਾ ਮੁੱਦਾ ਆ, ਹਨਾ, ਉਹ ਮੁੱਦੇ ਨਹੀਂ ਵਿਚਾਰੇ ਜਾਂਦੇ, ਉਹ ਮੁੱਦੇ ਵਿਸਾਰ ਦਿੱਤੇ ਜਾਂਦੇ ਆ। ਮੁੱਦੇ ਕਿਹੜੇ ਆਉਣਗੇ? ਬੰਦੀ ਸਿੰਘ ਰਿਹਾ ਕਰਾਓ, ਠੀਕ ਆ, ਇੱਕ ਸਰਕਾਰ ਆਉਂਦੀ, ਦੂਸਰੀ ਉਹਦੀ ਥਾਂ ਲੈਂਦੀ ਆ, ਤੀਸਰੀ ਚਲ ਜਾਂਦੀ ਆ, ਉਹ ਮੁੱਦੇ ਲਟਕਾਏ ਜਾਂਦੇ ਆ, ਹਨਾ। ਜਿਹੜੇ ਮੁੱਦੇ ਬਣਦੇ ਆ, ਜਿਹੜੇ ਚੁੱਕੇ ਜਾਣੇ ਚਾਹੀਦੇ ਆ, ਪਈ ਆਓ ਬਈ ਦਰਿਆਈ ਪਾਣੀਆਂ ਦੇ ਮਸਲੇ ਹੋ ਗਏ, ਪੋਲਿਊਸ਼ਨ ਦੇ ਮਸਲੇ ਹੋ ਗਏ, ਪਈ ਖੇਤੀ ਦੇ ਮਸਲੇ ਹੋ ਗਏ, ਕਿੰਨੇ ਮਸਲੇ ਆ, ਹਨਾ। ਤੁਸੀਂ ਦੇਖੋ ਕੰਢੀ ਇਲਾਕਾ ਪੰਜਾਬ ਦਾ ਜਿਹੜਾ, ਹਾਂਜੀ, ਕੰਢੀ ਦੇ ਵਿੱਚ ਜੰਗਲੀ ਜਾਨਵਰ ਜਿਹੜੇ ਆ ਫਸਲਾਂ ਉਜਾੜਦੇ ਆ। ਹਾਂਜੀ, ਅੱਜ ਤੱਕ ਸਰਕਾਰਾਂ ਕੰਢੀ, ਮਤਲਬ ਜੇ ਆਪਾਂ ਇੱਕ ਨਿੱਕਾ ਜਿਹਾ ਹਿੱਸਾ ਲੈਣਾ ਹੋਵੇ ਕੰਢੀ ਦਾ, ਤਾਂ ਗੜਸ਼ੰਕਰ ਤੋਂ ਉੱਤੇ ਉਹਨੂੰ ਦੂਣੀ ਦਾ ਇਲਾਕਾ ਕਿਹਾ ਜਾਂਦਾ, ਜਾਂ ਕਹਿ ਲਓ ਪਈ ਉਹ 25 30 40 ਪਿੰਡ ਹੈਗੇ ਆ। ਬਿਲਕਦਿਆਂ ਨੂੰ ਦਹਾਕੇ ਹੋ ਗਿਆ ਪਈ ਸਾਡੀਆਂ ਫਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਇਆ ਜਾਵੇ। ਜਿਹੜੀਆਂ ਨੀਲ ਗਾਵਾਂ ਆ ਉਹ ਉਜਾੜ ਦਿੰਦੀਆਂ, ਜੰਗਲੀ ਸੂਰ ਉਜਾੜ ਦਿੰਦੇ ਆ, ਠੀਕ ਹੈ, ਮੱਕੀ ਚੱਬ ਗਏ, ਕਮਾਦ ਉਜਾੜ ਦਿੱਤਾ। ਜੰਗਲੀ ਗਾਵਾਂ ਦਾ ਇੱਕ ਜੜ ਸਵੇਰ ਤੱਕ ਕਈ ਖੇਤ ਜਿਹੜੇ ਆ ਕਣਕ ਦੇ ਚਰ ਜਾਂਦਾ ਹੈਗਾ, ਹੈ ਨਾ। ਸੋ ਉੱਦਾਂ ਦਾ ਮੁੱਦਾ ਨਹੀਂ ਕਦੀ ਚੁੱਕਣਾ। ਨਹਿਰ, ਕੰਢੀ ਨਹਿਰ ਬਣੀ ਹੋਈ ਆ, ਉਹਦੇ ਵਿੱਚ ਪਾਣੀ ਨਹੀਂ ਛੱਡਣਾ, ਹੈ ਨਾ। ਸੋ ਜਿਹੜੇ ਮੁੱਦੇ ਆ ਉਹ ਨਹੀਂ, ਮਤਲਬ ਜਿਹੜੇ ਪੰਜਾਬ ਦਾ ਪਾਣੀ ਖਰਾਬ ਹੋ ਰਿਹਾ,
ਹਾਂ, ਧਰਤੀ ਹੇਠਲਾ ਪਾਣੀ ਦੇਖ ਲਓ ਤੁਸੀਂ ਇਹ ਚੀਜ਼ ਹਵਾ ਸਮਝਦੇ ਹੋ? ਦੇਖ ਲਓ, ਜਲੰਧਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਖੰਨੇ ਦੀ ਹਵਾ ਦੁਨੀਆ ਭਰ 'ਚ ਸਭ ਤੋਂ ਵੱਧ ਪ੍ਰਦੂਸ਼ਿਤ ਹੈ। ਤੁਸੀਂ ਇਹ ਸਮਝਦੇ ਹੋ, ਮੇਰੇ ਨਾਲ ਮਨ 'ਚ ਇੱਕ ਗੱਲ ਆਉਂਦੀ ਹੈ ਕਿ ਪੰਜਾਬ ਕਰਜ਼ੇ ਹੇਠਾਂ ਦਬ ਗਿਆ ਜੀ, ਪੰਜਾਬ ਦਾ ਖਜ਼ਾਨਾ ਖਾਲੀ ਹੈ ਜੀ। ਜਿਵੇਂ ਆਪਾਂ ਧਾਰਮਿਕ ਸਥਾਨਾਂ ਤੇ ਜਾਂਦੇ ਆ, ਗੋਲਕ ਹੁੰਦੀ ਹੈ, ਉੱਥੇ ਸਾਰੇ ਜਾਣੇ ਆਪਣੀ ਸ਼ਰਧਾ ਦੇ ਮੁਤਾਬਿਕ ਉਹਦੇ 'ਚ ਪੈਸੇ ਪਾਉਂਦੇ ਨੇ, ਉਵੇਂ ਇੱਕ ਗੋਲਕ ਨਾ ਖੋਲ ਦਿੱਤੀ ਜਾਵੇ ਜੋ ਪੰਜਾਬ ਦੇ ਵਿਕਾਸ ਦੇ ਲਈ, ਔਰ ਜਿੱਦੀ ਸ਼ਰਧਾ ਹੋਵੇ ਦੇਖੋ ਉਹਦੇ 'ਚ ਪੈਸੇ ਪਾਈ ਜਾਵੇ। ਲੋਕਾਂ ਨੇ ਉਹਦੇ 'ਚ ਵੀ ਯੋਗਦਾਨ ਪਾਉਣਾ ਹੈ। ਬੜੇ ਦਾਨੀ ਬੈਠੇ ਆ ਹਨਾ, ਬੜੇ ਵਧੀਆ ਕਿਸਮ ਦੇ ਲੋਕ ਆ ਕਿ 100 ਰੁਪਏ ਹੀ ਪਾ ਦੇਣ। ਪਰ ਸਰਕਾਰ ਦੇ ਜਿਹੜੇ ਫਰਜ਼ ਬਣਦੇ ਆ, ਸਿਆਸਤਦਾਨਾਂ ਦੇ ਜਿਹੜੇ ਫਰਜ਼ ਬਣਦੇ ਆ, ਉਹ ਉਹਨਾਂ ਨੇ ਕਦੋਂ ਨਿਭਾਉਣੇ ਆ? ਨਹੀਂ, ਉਹ ਵੀ ਨਿਭਾਉਣ, ਇੱਕ ਗੋਲਕ ਵੀ ਲਾ ਦੇਣ ਵੀ ਸਾਰੇ ਜਣੇ, ਚਲੋ ਕੋਈ 50 ਪਾਵੇ, ਕੋਈ 100 ਪਾਵੇ, ਜਿਹਦੀ ਪਾਕਟ ਕੋਈ 1000 ਵੀ ਪਾ ਸਕਦਾ 1000 ਵੀ ਪਾਵੇ, ਲੱਖ ਵੀ ਪਾ ਸਕਦਾ ਲੱਖ ਵੀ ਪਾਵੇ, ਉਹਨਾਂ ਨਾਲ ਕਾਫੀ ਪੈਸਾ ਇਕੱਠਾ ਹੋ ਜਾਣਾ। ਦੇਖੋ ਮੈਨੂੰ ਇਦਾਂ ਲੱਗਦਾ ਰਹਿੰਦਾ ਵੀ ਪੰਜਾਬ ਦੇ ਲੋਕ ਇਕੱਲਾ ਧਾਰਮਿਕ ਥਾਵਾਂ ਤੇ ਹੀ ਪੈਸੇ ਨਹੀਂ ਚੜਾਉਂਦੇ, ਹਰ ਥਾਂ ਉਹ ਧਰਮ ਕਰਮ ਦੇ ਕੰਮਾਂ 'ਚ ਵੀ ਉਨਾ ਹੀ ਵੱਧ ਚੜ ਕੇ ਹਿੱਸਾ ਲੈਂਦੇ। ਬਿਲਕੁਲ ਜੀ, ਤੇ ਪੰਜਾਬ ਦੇ ਵਾਸਤੇ ਜ਼ਰੂਰ ਦਾਨ ਕਰਨਗੇ, ਐਸੀ ਕੋਈ ਗੱਲ ਨਹੀਂ ਹੈਗੀ। ਹਾਂ, ਤੇ ਪੰਜਾਬ ਆਪਣਾ ਦੇਖੋ, ਉਹਨਾਂ ਦਾ ਆਪਣਾ ਸੂਬਾ ਹੈ, ਉਹਦੇ ਲਈ ਦਾਨ ਕਰਜ਼ ਕਿਉਂ ਪਿੱਛੇ ਰਹਿਣਗੇ ਉਹ? ਬਿਲਕੁਲ ਸਹੀ ਗੱਲ ਹੈ। ਇਹ ਇੱਕ ਸੋਲੂਸ਼ਨ ਹੋ ਸਕਦਾ ਹੈ। ਵੈਸੇ ਆਪਾਂ ਆਪਣੇ ਪਲੇਟਫਾਰਮ ਤੋਂ ਜੋ ਗੱਲ ਕਰ ਰਹੇ ਆ, ਠੀਕ ਹੈ, ਆਪਾਂ ਲਾਈਟਰ ਮੋਡ ਦੇ ਵਿੱਚ ਗੱਲ ਕਰ ਰਹੇ ਆ, ਪਰ ਇਹ ਸੁਝਾਅ ਕੋਈ ਮਾੜਾ ਨਹੀਂ ਤੁਹਾਡਾ। ਹਾਂ, ਸੀਰੀਅਸਲੀ ਲਿੱਤਾ ਜਾਵੇ ਤੇ ਸੁਝਾਅ ਬਹੁਤ ਵਧੀਆ ਹੈ। ਬਿਲਕੁਲ, ਤੇ ਇਹਦੇ ਨਾਲ ਕਰਜ਼ਾ ਵੀ ਲੱਥ ਜਾਊਗਾ ਤੇ ਹੋ ਸਕਦਾ ਹੈ ਅੱਗੇ ਵਿਕਾਸ ਵਾਸਤੇ ਵੀ ਪੈਸੇ ਆ ਜਾਣ। ਬਿਲਕੁਲ ਬਿਲਕੁਲ। ਤੇ ਪੰਜਾਬ ਦੀ ਜਨਤਾ ਸ਼ਰਾਬ ਪੀਣ ਤੋਂ ਵੀ ਬਚ ਜਾਵੇ, ਜਿਹੜੀ ਇਹ ਸ਼ਰਾਬ ਸਸਤੀ ਹੋ ਗਈ ਕਿ ਕਿਤੇ ਪੀ ਕੇ ਮੁੱਦੇ ਨਾ ਹੋਏ ਹੁਣ, ਇਸ ਗੱਲ ਦਾ ਵੀ ਚੱਕਰ ਹੈ ਨਾ, ਹੋਰ ਹੀ ਕੁਝ ਨਵਾਂ ਹੀ ਤਮਾਸ਼ਾ ਹੋ ਜਾਏ, ਸੋ ਇਸ ਤੋਂ ਵੀ ਬਚ ਸਕਦੇ ਆ। ਸੋ ਇਹ ਸਾਰਾ ਜੋ ਮਾਹੌਲ ਬਣਦਾ ਪਿਆ ਇਸ ਵਕਤ ਪੰਜਾਬ ਦਾ, 3 ਮਹੀਨੇ ਹੋ ਚੁੱਕੇ ਨੇ, ਹੁਣ ਇਹ ਨਵਾਂ ਬਜਟ ਆਉਣਾ ਹੈ, ਸਾਰਿਆਂ ਦਾ ਧਿਆਨ ਬਜਟ ਦੇ ਉੱਤੇ, ਬਜਟ ਤੇ ਲੱਗਿਆ ਹੋਇਆ ਵੀ ਇੱਕ ਬਜਟ ਕਿੱਦਾਂ ਦਾ ਆਏਗਾ, ਕਿੱਦਾਂ ਬਣਾਉਣਗੇ, ਕਿਹੜੇ ਇਕਨੋਮਿਸਟ ਵਿੱਚ ਬੈਠ ਕੇ ਕੰਮ ਕਰ ਰਹੇ ਨੇ, ਕਿਤੇ ਹੋਣਗੇ ਜਾਂ ਔਰ ਕਿਹੜੀ ਟੀਮ ਹੈ, ਕੀ ਰਿਜ਼ਲਟ ਆਉਣਗੇ, ਤੁਹਾਨੂੰ ਵੈਸੇ ਕੀ ਲੱਗ ਰਿਹਾ? ਦੇਖੋ ਮੈਨੂੰ ਐ ਲੱਗਦਾ ਵੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਨਾ, ਲੋਕਾਂ ਦੀ ਵਾਹਵਾ ਖੱਟਣ ਲਈ ਬਹੁਤੇ ਟੈਕਸ ਨਹੀਂ ਲਾਊਗੀ, ਤੇ ਖਾਸ ਕਰਕੇ ਜ਼ਰੂਰੀ ਵਸਤਾਂ ਜਿਹੜੀਆਂ ਆ, ਮੈਨੂੰ ਐ ਲੱਗਦਾ ਵੀ ਉਹ ਵਧੇਰੇ ਟੈਕਸ ਤੋਂ ਬਚਣਗੀਆਂ। ਤਾਂ ਲੋਕਾਂ ਲਈ ਤਾਂ ਇਹੀ ਹੁੰਦਾ ਵੀ ਜਿਹੜੀਆਂ ਰੋਜ਼ਮਰਾ ਦੀਆਂ ਚੀਜ਼ਾਂ ਆ, ਤੇਲ ਪਾਣੀ, ਜਿਹੜੀਆਂ ਲਗਜ਼ਰੀ ਆਈਟਮਸ ਨੂੰ ਛੱਡ ਕੇ, ਹਾਂਜੀ, ਤੇਲ ਹੈ ਆਪਣੇ, ਜਿਹੜੇ ਮਤਲਬ ਆਪਾਂ ਰਸੋਈ ਵਾਲੇ ਤੇਲ ਆ, ਖਾਣਾ ਪਕਾਉਣ ਲਈ ਵਰਤਦੇ ਹੈਗੇ ਆ, ਜਾਂ ਜਿਹੜੀਆਂ ਮਸਾਲੇ ਲਾ ਲਓ, ਜਿਹੜੀਆਂ ਆਮ ਲੋਕਾਂ ਦੇ ਵਰਤਣ ਵਾਲੀਆਂ ਚੀਜ਼ਾਂ, ਜਿਹੜੀਆਂ ਰੋਜ਼ਮਰਾ ਜਿੰਨਾ ਆਪਣੀ ਸਾਡੀ ਰਸੋਈ ਚੱਲਦੀ ਖਾਸ ਕਰਕੇ, ਇੱਕ ਤਾਂ ਲੋਕ ਉਹ ਚਾਹੁੰਗੇ ਵੀ ਸਸਤੀਆਂ ਹੋਣ, ਹੈ ਨਾ। ਦੂਸਰਾ ਆ ਵੀ ਮੋਬਾਈਲ ਜਾਂ ਇੱਦਾਂ ਦੇ ਜਿਹੜੇ ਜ਼ਰੂਰੀ ਗੈਜਟਸ ਨੇ, ਮੋਬਾਈਲ ਵੀ ਹੁਣ ਕੋਈ ਲਗਜ਼ਰੀ ਨਹੀਂ ਆਈਟਮ ਨਹੀਂ ਰਹਿ ਗਿਆ, ਇਹ ਨੈਸੈਸਿਟੀ ਬਣ ਗਈ ਆ ਭਈ ਆਮ ਬੰਦੇ ਦੀ ਪਹੁੰਚ ਦੇ ਵਿੱਚ ਹੋਵੇ, ਹੈ ਨਾ। ਅਤੇ ਦੂਸਰਾ ਇਹ ਆ ਵੀ ਦੇਖੋ ਜਿਹੜਾ ਸਰਕਾਰ ਦਾ ਹਿੱਸਾ ਹੁੰਦਾ ਟੈਕਸ ਦਾ, ਹਾਂਜੀ, ਮਸਲਨ ਡੀਜ਼ਲ ਪੈਟਰੋਲ ਦੇ ਉੱਤੇ, ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈਗਾ, ਹੈ ਨਾ। ਉਹੋ ਜਿਹਾ ਕੋਈ ਜਿਹੜਾ ਕੋਈ ਉਹਦੇ ਵਿੱਚ ਤਬਦੀਲੀ ਕਰ ਸਕਦੀ ਆ ਸਰਕਾਰ, ਹੈ ਨਾ ਜੀ, ਉਹਦੇ ਨਾਲ ਡੀਜ਼ਲ ਪੈਟਰੋਲ ਹੋਰ ਸਸਤੇ ਹੋ ਸਕਦੇ ਆ। ਸੋ ਕੈਰੋਸਿਨ ਆਇਲ ਆ, ਮਿੱਟੀ ਦਾ ਤੇਲ ਆ, ਆਮ ਗਰੀਬ ਜਿਹੜੇ ਆ ਉਹਦੇ ਨਾਲ ਸਟੋਵ ਬਾਲ ਕੇ ਗੁਜ਼ਾਰਾ ਕਰਦੇ ਆ, ਉਹਦੀ ਕੁਛ ਕੀਮਤ ਦੇ ਵਿੱਚ ਹੇਰ-ਫੇਰ ਹੋ ਸਕਦਾ। ਸੋ ਆਸ ਤਾਂ ਚੰਗੇ ਦੀ ਆ ਪੰਜਾਬ ਸਰਕਾਰ ਕੋਲੋਂ, ਹੈ ਨਾ, ਭਈ ਹੋਰ ਜ਼ਿਆਦਾ ਟੈਕਸ ਨਹੀਂ ਲਾਊਗੀ, ਆਮ ਲੋਕਾਂ ਨੂੰ ਵੀ ਰਾਹਤ ਦਊਗੀ, ਦਰਮਿਆਨੇ ਦਰਜੇ ਦੇ ਲੋਕਾਂ ਨੂੰ ਵੀ ਥੋੜ੍ਹੀ ਰਾਹਤ ਮਿਲੂਗੀ, ਔਰ ਥੋੜ੍ਹੇ ਉੱਪਰਲੇ ਤਬਕੇ ਦੇ ਲੋਕ ਵੀ ਸੌਖ ਮਹਿਸੂਸ ਕਰਨਗੇ। ਬਾਕੀ ਲੈ ਦੇ ਕੇ ਥੋੜ੍ਹੇ ਜਿਹੇ ਦਿਨ ਰਹਿ ਗਏ ਆ ਬਜਟ ਸੈਸ਼ਨ ਦੇ ਵਿੱਚ, ਤਾਂ ਚੰਗੇ ਦੀ ਤਵੱਕੋ ਕਰਨੀ ਚਾਹੀਦੀ ਆ, ਪੰਜਾਬ ਦੀ ਤਵੱਕੋ ਕਰਨੀ ਚਾਹੀਦੀ ਹੈ, ਤਾਂ ਕਿ ਵਧੀਆ ਬਜਟ ਹੋਵੇ। ਤੇ ਉਹ ਬਜਟ ਖਰਚਣਾ ਕਿਵੇਂ ਹੈ, ਉਹਦੀ ਪਾਲਿਸੀ ਕੀ ਹੋਣੀ ਚਾਹੀਦੀ ਹੈ, ਉਹ ਪਾਲਿਸੀ ਵੀ ਨਾਲ ਹੋਵੇ, ਐਗਰੀਕਲਚਰ ਪਾਲਿਸੀ ਹੋਵੇ, ਇੰਡਸਟਰੀ ਦੀ ਪਾਲਿਸੀ ਹੋਵੇ, ਐਜੂਕੇਸ਼ਨ ਪਾਲਿਸੀ ਹੋਵੇ, ਕੋਈ ਉਹਦੇ ਲਈ ਠੋਸ ਨੀਤੀਆਂ ਤਿਆਰ, ਸਿਹਤ ਸੁਵਿਧਾਵਾਂ ਦੀ ਪਾਲਿਸੀ ਹੋਵੇ, ਹਰ ਚੀਜ਼ ਦੀ ਪਾਲਿਸੀ ਹੋਵੇ। ਮਤਲਬ ਤੁਹਾਡੇ ਕੋਲ ਇੱਕ ਰੋਡ ਮੈਪ ਤੇ ਹੋਣਾ ਚਾਹੀਦਾ ਨਾ ਕਿ ਪਹੁੰਚਣਾ ਕਿੱਥੇ ਆ ਤੁਸੀਂ, ਬਿਲਕੁਲ ਉਹ ਵੀ ਹੋਵੇ ਬਜਟ ਦੇ ਨਾਲ ਇੱਕ ਰੋਡ ਮੈਪ। ਤਾਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਅਸੀਂ ਰੰਗਲੇ ਪੰਜਾਬ ਦੇ ਟਾਰਗੇਟ ਤੇ ਜ਼ਰੂਰ ਪਹੁੰਚਾਂਗੇ। ਬਿਲਕੁਲ। ਤੇ ਸਾਡਾ ਟਾਰਗੇਟ ਹੁਣ ਕੀ ਹੈ ਜੀ? ਆਪਣਾ ਟਾਰਗੇਟ ਇਹ ਆ ਵੀ ਅੱਜ ਲਈ ਆਪਾਂ ਇੰਨਾ ਕੁ ਬੜਾ ਆ, ਬਹੁਤ ਆ, ਤੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ ਆ। ਬਿਲਕੁਲ ਜੀ, ਤੇ ਫਿਰ ਮੁਲਾਕਾਤ ਦਾ ਵਾਅਦਾ। ਅੱਜ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।